ਦੋਸਤੋ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ। ਅਸੀਂ ਹਰ ਰੋਜ਼ ਦੀ ਤਰ੍ਹਾਂ ਅੱਜ ਸ਼ਾਮ ਅਸੀਂ ਆਪਣੀ ਕ੍ਰੀਏਟਿਵ ਐਕਸਪੀਰੀਅੰਸ ਦੀ ਲੜੀ ਦੇ ਤਹਿਤ ਅੱਜ ਸਾਡੇ ਨਾਲ ਚੰਡੀਗੜ੍ਹ ਤੋਂ ਬਹੁਤ ਸੀਨੀਅਰ ਸਾਡੇ ਕਲਾਕਾਰ, ਬਹੁਤ ਹੀ ਮਾਣ ਸਤਿਕਾਰ ਦੇ ਪਾਤਰ ਸ਼੍ਰੀ ਬਲਕਾਰ ਸਿੱਧੂ ਜੀ ਨੇ ਔਰ ਬਹੁਤ ਮਲਟੀ ਟੈਲੈਂਟਡ ਪਰਸਨੈਲਿਟੀ ਜਿਹੜੇ ਥੀਏਟਰ ਦੇ ਵਿੱਚ ਵੀ ਔਰ ਫੋਕ ਆਰਟ ਦੇ ਵਿੱਚ ਵੀ, ਫੋਕ ਡਾਂਸ ਸੌਂਗ ਦੇ ਵਿੱਚ ਉਹਨਾਂ ਦਾ ਉਹਨਾਂ ਹੀ ਨਾਮ ਹੈ। ਉਹਨਾਂ ਨੇ ਬਹੁਤ ਕੰਮ ਕੀਤਾ ਇਹ ਸਾਰੇ ਫੀਲਡ ਦੇ ਵਿੱਚ। ਸੋ ਅਸੀਂ ਬਲਕਾਰ ਜੀ ਤੁਹਾਨੂੰ ਜੀ ਆਇਆਂ ਆਖਦੇ ਹਾਂ, ਤੁਹਾਡੀਆਂ ਸਾਰੀਆਂ ਪ੍ਰਾਪਤੀਆਂ ਨੂੰ ਜੀ ਆਇਆਂ, ਤੁਹਾਡੇ ਸਾਰੇ ਸਫ਼ਰ ਨੂੰ। ਔਰ ਅੱਜ ਅਸੀਂ ਆਪਣੇ ਦੋਸਤਾਂ ਦੇ ਨਾਲ ਜਿੱਥੇ ਬਲਕਾਰ ਸਿੱਧੂ ਹੋਰਾਂ ਦੇ ਅਸੀਂ ਰੰਗਮੰਚ ਦੇ ਸਫ਼ਰ ਦੀ, ਉਹਨਾਂ ਦੇ ਸਮੁੱਚੇ ਕਲਾ ਨੂੰ ਪਰਨਾਏ ਹੋਏ ਸਫ਼ਰ ਦੀ ਗੱਲ ਕਰਾਂਗੇ। ਉਹਨਾਂ ਦੇ ਅਸੀਂ ਸੰਘਰਸ਼ ਦੀ ਗੱਲ ਵੀ ਕਰਾਂਗੇ, ਉਹਨਾਂ ਦੇ ਅਸੀਂ ਕ੍ਰੀਏਟਿਵ ਫੀਲਡ ਦੇ ਆਰਟ ਦੇ ਗੱਲ ਕਰਾਂਗੇ, ਕ੍ਰੀਏਟਿਵ ਐਕਸਪ੍ਰੈਸ਼ਨ ਦੀ ਗੱਲ ਕਰਾਂਗੇ। ਉਹਨਾਂ ਦੀ ਕਲਾ ਨੂੰ ਲੈ ਕੇ ਜੋ ਜਗਿਆਸਾ ਹੈ ਆਪਣੇ ਮਨ ਦੇ ਵਿੱਚ, ਉਹਦੇ ਬਾਰੇ ਗੱਲ ਕਰਾਂਗੇ। ਅਸੀਂ ਉਹਨਾਂ ਦੇ ਸੁਪਨਿਆਂ ਦੀ ਗੱਲ ਕਰਾਂਗੇ, ਉਹ ਸੁਪਨੇ ਜੋ ਉਹਨਾਂ ਨੇ ਨਿੱਕੇ ਹੁੰਦਿਆਂ ਤੋਂ ਜਵਾਨੀ ਵੇਲੇ ਤੇ ਫਿਰ ਇਸ ਫੀਲਡ ਨਾਲ ਜੁੜ ਕੇ ਦੇਖੇ, ਉਹ ਸਾਰੇ ਸੁਪਨੇ ਜਿਹੜੇ ਉਹ ਅੱਗੇ ਲੈ ਕੇ ਤੁਰੇ। ਉਹਨਾਂ ਸੁਪਨਿਆਂ ਨੂੰ ਉਹਨਾਂ ਨੇ ਆਪਣੀ ਕਲਾ ਦੇ ਰਾਹੀਂ, ਰੰਗਮੰਚ ਦੇ ਰਾਹੀਂ ਕਿਸ ਤਰੀਕੇ ਨਾਲ ਸਾਡੇ ਨਾਲ ਸਾਂਝਾ ਕੀਤਾ, ਪੰਜਾਬ ਦੇ ਲੋਕਾਂ ਨਾਲ ਸਾਂਝਾ ਕੀਤਾ। ਅਸੀਂ ਬਲਕਾਰ ਸਿੱਧੂ ਹੋਰਾਂ ਨੂੰ ਜੀ ਆਇਆਂ ਕਹਿੰਦੇ ਹੋਏ ਮੈਂ ਬਾਕੀ ਸਾਰੇ ਦੋਸਤਾਂ ਨੂੰ ਵੀ ਜੀ ਆਇਆਂ ਕਹਿੰਦਾ। ਸਾਡੇ ਕੋਲ ਅੰਮ੍ਰਿਤਸਰ ਤੋਂ ਸ਼੍ਰੀ ਜਤਿੰਦਰ ਬਰਾੜ ਹੋਰੀ ਵੀ ਸਾਡੇ ਨਾਲ ਜੁੜੇ ਹੋਏ ਆ। ਬਰਾੜ ਸਾਹਿਬ ਤੁਹਾਨੂੰ ਵੀ ਜੀ ਆਇਆਂ, ਬਹੁਤ ਸ਼ੁਕਰੀਆ। ਤੁਸੀਂ ਧੰਨਵਾਦ ਜੀ, ਬਹੁਤ ਧੰਨਵਾਦ। ਤੁਹਾਨੂੰ ਦੇਖ ਕੇ ਬੜਾ ਚੰਗਾ ਲੱਗ ਰਿਹਾ, ਤੁਹਾਨੂੰ ਦੇਖ ਕੇ ਆਮੋ ਸਾਹਮਣੇ ਲੱਗ ਰਿਹਾ, ਸਾਹਮਣੇ ਬੈਠ ਕੇ ਗੱਲਾਂ ਕਰ ਰਹੇ ਹਾਂ। ਮੇਰੀ ਤਬੀਅਤ ਠੀਕ ਨਹੀਂ, ਅਸਲ ਚ ਮੈਂ ਮੇਰੀ ਪ੍ਰੋਬਲਮ ਹੈ ਤੇ ਜਿਸ ਕਰਕੇ ਮੈਂ ਇੱਥੇ ਬੈੱਡ ਤੋਂ ਹੀ ਦੇਖ ਰਿਹਾ ਤੁਹਾਨੂੰ। ਜੀ 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 ਜੀ, ਪਰ ਸਾਡੀਆਂ ਦੁਆਵਾਂ ਤੁਸੀਂ ਪੂਰੀ ਤਰ੍ਹਾਂ ਤੰਦਰੁਸਤ ਹੋਵੋ ਤੇ ਤੁਸੀਂ ਵੀ ਸ਼ਾਮਲ ਹੋਵੋ ਜ਼ਰੂਰ ਸਾਡੀ ਕ੍ਰੀਏਟਿਵ ਐਕਸਪੀਰੀਅੰਸ ਵਿੱਚ ਜੀ। ਥੈਂਕ ਯੂ ਬਰਾੜ ਸਾਹਿਬ। ਕ੍ਰਿਸ਼ਨ ਦਵੇਸਰ ਹੋਰੀ ਸਾਡੇ ਨਾਲ ਜੁੜੇ ਨੇ, ਗਗਨ ਜੋਸ਼ੀ ਨਵੇਂ ਸ਼ਹਿਰ ਤੋਂ ਨੇ, ਪਵਨਦੀਪ, ਸੰਜਨਾ, ਬੀਨਾ ਅਰੋੜਾ ਜਲੰਧਰ ਤੋਂ, ਬਲਕਾਰ ਜੀ ਹੋਰ ਵੀ ਬਹੁਤ ਸਾਰੇ ਦੋਸਤ ਹੈ। ਕਈਆਂ ਦੇ ਨਾਮ ਨਹੀਂ ਸਾਹਮਣੇ ਆ ਰਹੇ, ਕਈਆਂ ਦੀਆਂ ਤਸਵੀਰਾਂ ਨਹੀਂ ਵਿੱਚ ਆ ਰਹੀਆਂ, ਪਰ ਸਾਰੇ ਸਾਡੇ ਨਾਲ ਨੇ। ਸੋ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਹੋਇਆ ਬਲਕਾਰ ਜੀ ਮੈਂ ਤੁਹਾਡੇ ਨਾਲ ਸ਼ੁਰੂਆਤ ਤੋਂ ਹੀ ਗੱਲਾਂ ਸ਼ੁਰੂ ਕਰਾਂਗਾ ਕਿ ਤੁਹਾਡੇ ਮੁੱਢਲੇ ਸਫ਼ਰ ਤੋਂ ਮੈਂ ਜਾਣਨਾ ਚਾਹੁੰਦਾ ਕਿ ਸਾਡੇ ਸਾਰੇ ਦੋਸਤ ਸਾਥੀ ਜਦੋਂ ਇਹ ਸਾਰੀ ਗੱਲਬਾਤ YouTube ਤੇ ਵੀ ਔਰ Facebook ਤੇ ਵੀ ਸੁਣਨ ਤੇ ਉਹਨਾਂ ਨੂੰ ਪਤਾ ਲੱਗੇ ਕਿ ਬਲਕਾਰ ਸਿੱਧੂ ਹੋਰਾਂ ਨੇ ਨਿੱਕੇ ਹੁੰਦਿਆਂ ਤੋਂ ਮੁੱਢੋਂ ਸੁੱਢੋਂ ਉਹਨਾਂ ਨੂੰ ਕਿੱਦਾਂ ਇਹ ਜਗਿਆਸਾ ਉਹਨਾਂ ਦੇ ਮਨ ਦੀ ਆਈ ਕਿ ਹਾਂ ਮੈਂ ਨਾਟਕ ਕਰ ਸਕਦਾ ਜਾਂ ਭੰਗੜੇ ਦੇ ਫੀਲਡ ਵਿੱਚ ਆ ਸਕਦਾ ਜਾਂ ਗਾਇਕੀ ਦੇ ਨਾਲ ਜੁੜ ਸਕਦਾ। ਮੈਂ ਉਹ ਤੁਹਾਡਾ ਸਫ਼ਰ ਜਿਹੜਾ ਬਚਪਨ ਦਾ ਉਹ ਸੁਣਨਾ ਚਾਹੁੰਦਾ ਜੀ। ਬਲਕਾਰ ਜੀ ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਬਹੁਤ ਸ਼ੁਕਰੀਆ ਕੇਵਲ ਧਾਲੀਵਾਲ ਜੀ, ਤੁਸੀਂ ਮੇਰੇ ਵਾਸਤੇ ਇੰਨੇ ਪਿਆਰੇ, ਇੰਨੇ ਸੋਹਣੇ ਅਲਫਾਜ਼ ਇਸਤੇਮਾਲ ਕੀਤੇ ਤੇ ਨਾਲ ਹੀ ਮੈਂ ਸਾਰੇ ਆਪਣੇ ਵੀਰਾਂ ਨੂੰ ਵੀ ਜੀ ਆਇਆਂ ਕਹਿਣਾ ਜਿਹੜੇ ਇੱਥੇ ਜੁੜੇ ਨੇ। ਸਾਡੇ ਸਤਿਕਾਰਯੋਗ ਜਤਿੰਦਰ ਬਰਾੜ ਜੀ, ਕ੍ਰਿਸ਼ਨ ਦਵੇਸਰ ਜੀ ਸਾਡੇ ਸੀਨੀਅਰ, ਤੇ ਹੋਰ ਵੀ ਜਿੰਨੀਆਂ ਸ਼ਖਸੀਅਤਾਂ ਨੇ, ਪਵਨ ਦੀਪ, ਸੰਜਨਾ ਜੋਸ਼ੀ ਸਾਹਿਬ ਨੇ, ਤਾਂ ਹੋਰ ਜੋ ਵੀ ਸੱਜਣ ਇਸ ਵਕਤ ਜ਼ੂਮ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ। ਤਾਂ ਮੈਂ ਇੱਕ ਵਾਰੀ ਫੇਰ ਦਿਲੋਂ, ਰਸਮੀ ਤੌਰ ਤੇ ਨਹੀਂ, ਕੇਵਲ ਧਾਲੀਵਾਲ ਜੀ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਨੇ ਮੈਨੂੰ ਮੌਕਾ ਦਿੱਤਾ, ਇਹਦੇ ਕਾਬਿਲ ਸਮਝਿਆ ਤੇ ਇੰਨੀਆਂ ਸ਼ਖਸੀਅਤਾਂ, ਇੰਨੀਆਂ ਰੂਹਾਂ ਦੇ ਜ਼ੂਮ ਦੇ ਜ਼ਰੀਏ ਦਰਸ਼ਨ ਜਾਂ ਗੁਫ਼ਤਗੂ ਕਰ ਸਕਿਆ। ਜਦੋਂ ਤੱਕ ਮੇਰਾ ਆਪਣਾ ਸੰਬੰਧ ਹੈ ਤੇ ਮੈਂ ਤੇ ਇੱਕ ਨਮਾਣਾ ਜਿਹਾ ਵਿਅਕਤੀ, ਸਾਡਾ ਇਤਿਹਾਸਿਕ ਜ਼ਿਲ੍ਹਾ ਅੰਮ੍ਰਿਤਸਰ ਔਰ ਉਹਦੇ ਲਾਗੇ ਪਿੰਡ ਆ ਮੱਖਣ ਮੰਡੀ, ਇਹ ਵੱਲੇ ਵੇਰਕੇ ਲਾਗੇ ਤਾਂ ਜੀ। ਤੇ ਸਨ 1952 ਵਿੱਚ ਇੱਕ ਆਜ਼ਾਦੀ ਗੁਲਾਟੀਏ ਸਰਦਾਰ ਨਰਿੰਦਰ ਸਿੰਘ ਸਿੱਧੂ, ਜਿਹੜੇ ਸੁਭਾਸ਼ ਚੰਦਰ ਬੋਸ ਹੋਰਾਂ ਦੀ ਆਜ਼ਾਦ ਹਿੰਦ ਫੌਜ ਦੇ ਸਿਪਾਹੀ ਸਨ, ਸੋ ਉਹਨਾਂ ਦੇ ਘਰੇ ਤੇ ਮਾਤਾ ਦਲਜੀਤ ਕੌਰ ਦੀ ਕੁੱਖੋਂ 12 ਅਗਸਤ 1952 ਨੂੰ ਅਸੀਂ ਇਸ ਧਰਤੀ ਦੇ ਉੱਤੇ ਚਲੋ ਸਾਡਾ ਆਉਣਾ ਹੋਇਆ ਤੇ ਇਹ ਕੁਦਰਤ ਵੱਲੋਂ। ਲੇਕਿਨ ਜਿੱਦਾਂ ਉਹ ਕਹਿੰਦੇ ਨਾ ਵੀ ਬਚਪਨ ਦੇ ਵਿੱਚ ਹੀ ਪੰਜਾਬੀਆਂ ਦੇ ਵੈਸੇ ਸੁਭਾਅ ਚ ਹੀ ਆ ਨਾਟਕ ਚੇਟਕ ਜਿਹਾ ਨਾ, ਕਿ ਉਹ ਇੱਕ ਦੂਜੇ ਨੂੰ ਟਿੱਚਰਬਾਜ਼ੀ ਕਰਨੀ, ਕਿਸੇ ਦੀ ਨਕਲ ਉਤਾਰਨੀ, ਹੱਸਣਾ ਖੇਡਣਾ।
ਤੇ ਉਹ ਹੁਣ ਸਾਡੇ ਪਤਾ ਨਹੀਂ ਥੋੜੀ ਬਲਾਡੇ 'ਚ ਹੀ ਆ। ਤੇ ਉਹ ਅਸੀਂ ਨਿੱਕੇ ਹੁੰਦਿਆਂ ਜਦੋਂ ਸਕੂਲ 'ਚ ਵੀ ਪੜ੍ਹਦੇ ਸੀ ਤੇ ਜਾਂ ਪਿੰਡ ਦੇ ਵਿੱਚ ਕਈ ਵਾਰੀ, ਹੁਣ ਤੁਸੀਂ ਕ੍ਰੀਏਟੀਵਿਟੀ ਦੀ ਗੱਲ, ਕ੍ਰੀਏਟੀਵਿਟੀ ਆਈ ਕਿੱਥੋਂ? ਤੇ ਉਹ ਇਦਾਂ ਹੀ ਆ ਕਿ ਉਹ ਪਿੰਡ ਦੇ ਵਿੱਚ ਜਦੋਂ ਕਿਤੇ ਵਿਆਹ ਸ਼ਾਦੀ ਹੋਣਾ ਕਿਸੇ ਦੀ, ਤੇ ਉਹ ਸਾਡੇ ਵੇਲੇ ਰਿਵਾਜ ਵੈਸੇ ਅੱਜ ਕੱਲ੍ਹ ਵੀ ਇਦਾਂ ਹੀ ਆ ਕਿ ਉਦੋਂ ਮਰਦ ਚਲੇ ਜਾਂਦੇ ਸੀਗੇ ਜੰਝ ਲੈ ਕੇ ਵਿਆਹਣ, ਤੇ ਪਿੱਛੋਂ ਜਿਹੜੀਆਂ ਸਵਾਣੀਆਂ ਸੀਗੀਆਂ ਉਹ ਘਰ ਰਹਿੰਦੀਆਂ ਸੀਗੀਆਂ, ਤੇ ਉਹਨਾਂ ਇਕੱਠੇ ਹੋ ਕੇ ਸਵਾਂਗ ਸੂੰਗ ਰਚਣੇ, ਗਿੱਧੇ ਗੱਦੇ ਪਾਉਣੇ। ਤੇ ਉਹ ਨਿਆਣਿਆਂ ਨੂੰ ਅਲਾਉਡ ਨਹੀਂ ਸੀ ਹੁੰਦਾ, ਜੈਂਟਸ ਨੂੰ ਖਾਸ ਤੌਰ ਦੇ ਉੱਤੇ ਉਹਦੇ ਵਿੱਚ। ਤੇ ਅਸੀਂ ਛੋਟੇ ਬੱਚੇ ਕਦੇ ਪੜੋਲੇ ਮਗਰ, ਕਦੇ ਸੰਦੂਕ ਖੋਲੇ ਲੋਕ ਲੱਗ ਕੇ, ਤੇ ਉਹਨਾਂ ਨੂੰ ਵੇਖਦੇ ਰਹਿਣਾ, ਸੁਣਦੇ ਰਹਿਣਾ। ਤੇ ਉਹ ਅੰਦਰ ਸਾਡੇ ਨਾਲ ਜਿਹੜਾ ਫੋਕ ਆ, ਜਿਹੜਾ ਲੋਕ ਸਾਡਾ ਵਿਰਸਾ ਧਾਰਾ, ਤੇ ਉਹ ਅੰਦਰ ਸਾਡੇ ਬਹਿ ਗਈ। ਏਦਾਂ ਹੀ ਸਾਡੇ ਵੇਲੇ ਰਿਵਾਜ ਹੁੰਦਾ ਸੀਗਾ ਕਿ ਜਦੋਂ ਕੋਈ ਬੰਦਾ, ਕਿਸੇ ਦੀ ਡੈਥ ਹੋ ਜਾਣੀ ਤੇ ਉਹਦਾ ਜਨਾਜ਼ਾ ਕਰਨਾ, ਤੇ ਜੇ ਕੋਈ ਵੱਡੀ ਉਮਰ ਦਾ ਭਾਵੇਂ ਉਹ ਬਜ਼ੁਰਗ ਔਰਤ ਹੋਣ ਜਾਂ ਬਜ਼ੁਰਗ, ਤੇ ਉਹ ਜਿਹੜੇ ਪਿੰਡ ਦੀਆਂ ਮਰਾਸਣਾਂ ਸੀਗੀਆਂ ਉਹਨਾਂ ਨੇ ਨਾ ਸਿਆਪਾ ਜਿਹਾ ਕਰਦੀਆਂ ਹੁੰਦੀਆਂ ਸੀਗੀਆਂ, ਲੰਮੇ ਲੰਮੇ ਘੁੰਡ ਕੱਢ ਕੇ। ਤੇ ਉਹਨਾਂ ਨੇ ਨਾਲੇ ਤਾਂ ਬਜ਼ੁਰਗ ਜਿਹੜੀ ਡੈਥ ਹੋ ਜਾਣੀ, ਦੋ ਦਿਆਂ ਪੋਤਿਆਂ ਵਾਲੀ ਹੋ ਕੇ ਮਰੀ ਹੁੰਦੀ ਹੈ, ਤੇ ਉਹਨੂੰ ਵੱਡਾ ਕਰਦੇ ਤੇ ਟਿਚਰਾਂ ਟੁਚਰਾਂ ਕਰਦੇ, ਨਾਲੇ ਉਹ ਗਾਉਂਦੇ ਨਾਲੇ ਰੋਂਦੀ ਖਾਂਦੀ ਪੀਂਦੀ ਮਰ ਗਈ ਨੀ ਮਾਂ ਦੀ ਚੁਗਲ ਬਟੇਰ, ਹੈ ਨੀ ਮਾਂ ਦੀ ਚੁਗਲ ਬਟੇਰ। ਸੋ ਨਾਲੇ ਉਹਨਾਂ ਨੂੰ ਏਦਾਂ ਦੀਆਂ ਟਿਚਰਾਂ ਕਰਦੇ ਰਹਿਣਾ ਤੇ ਨਾਲੇ ਸਿਆਪਾ ਕਰਦੇ ਰਹਿਣਾ। ਦਰਅਸਲ ਮਕਸਦ ਤਾਂ ਉਸ ਵੇਲੇ ਉਹਨਾਂ ਦਾ ਇਹ ਸੀ ਵੀ ਖੁਦਾ ਨਾ ਖਾਸਤਾ ਜੇ ਕਿਸੇ ਦੀ ਯੰਗ ਉਮਰ, ਥੋੜੀ ਉਮਰ ਦੇ ਵਿੱਚ ਜਾਂ ਕਿੱਦਾਂ ਕਿਸੇ ਦੀ ਮੌਤ ਹੋ ਜਾਂਦੀ ਹੈ, ਤੇ ਉਹ ਘਰ ਵਾਲੇ ਜਿਹੜੇ ਹੈ ਨਾ ਉਹ ਵਿਚਾਰੇ ਕੌਮੇ ਵਰਗੀ ਸਥਿਤੀ ਵਿੱਚ ਚਲੇ ਜਾਂਦੇ, ਤੇ ਉਹਨਾਂ ਨੇ ਰਵਾਉਣਾ ਹੁੰਦਾ ਸੀਗਾ। ਤੇ ਉਹ ਸਿਆਪਾ ਇਸ ਢੰਗ ਨਾਲ ਕਰਦੇ ਸੀਗੇ ਕਿ ਉਹ ਵੱਡੇ ਦੇਖੋ ਜਿਹੜੀ ਮਾਤਾ ਵਾ, ਉਹਦਾ ਜਵਾਨ ਮੁੰਡਾ ਮਰ ਗਿਆ ਤੇ ਉਹ ਪੱਥਰ ਹੋ ਜਾਣੇ ਉਹਦੀਆਂ ਅੱਖਾਂ, ਤੇ ਪਰ ਉਹਨੂੰ ਜਿਉਂਦੇ ਰੱਖਣ ਵਾਸਤੇ ਉਹਨਾਂ ਨੇ ਰਵਾਉਣਾ ਸੀ। ਤੇ ਉਹਨਾਂ ਨੇ ਇਹੋ ਜਿਹੀਆਂ ਗੱਲਾਂ ਕਰਨੀਆਂ, ਇਹੋ ਜਿਹੇ ਕਰੁਣਾ ਰਸ ਪੈਦਾ ਕਰਨਾ ਕਿ ਉਹ ਵਿਚਾਰੀ ਮਾਂ ਨੇ ਰੋ ਪੈਣਾ ਤੇ ਉਹਦੀ ਜ਼ਿੰਦਗੀ ਬਚ ਜਾਣੀ। ਤੇ ਇਦਾਂ ਦਾ ਉਹ ਸਿਆਪਾ ਸਾਡੇ ਉਸ ਵੇਲੇ ਇਦਾਂ ਦੇ ਦੌਰ, ਤੇ ਉਹ ਸਾਡੇ ਲੋਕ ਧਾਰਾ ਦਾ ਹਿੱਸਾ ਰਿਹਾ ਸਿਆਪਾ ਵੀ। ਤੇ ਕਿਉਂਕਿ ਬਾਬੇ ਨਾਨਕ ਹੋਰਾਂ ਨੇ ਲਾਉਣੀਆਂ ਵੀ ਲਿਖੀਆਂ, ਤੇ ਕਈ ਕੁਛ ਸਾਡੇ ਲੋਕ ਵਿਰਸੇ, ਲੋਕ ਸੱਭਿਆਚਾਰ ਦੇ ਵਿੱਚੋਂ ਉਹਨਾਂ ਨੇ, ਕਿਉਂਕਿ ਗੁਰਬਾਣੀ ਦੇ ਵਿੱਚ ਪਹਿਲਾਂ ਜਿਹੜੀਆਂ ਵਾਰਾਂ ਦੀਆਂ ਧੁਨੀਆਂ ਦੱਸੀਆਂ ਹੋਈਆਂ ਕਿ ਟੁੰਡੇ ਸਰਾਜੇ ਦੀ ਧੁਨੀ ਆ, ਫਲਾਣੇ ਦੀ ਧੁਨੀ, ਤਾਂ ਧੁਨੀਆਂ ਉਹਨਾਂ ਵਾਰਾਂ ਦੇ ਉੱਤੇ ਆਲਰੇਡੀ ਉਹ ਪਹਿਲਾਂ ਗਾਉਂਦੇ ਹੀ ਹੋਣਗੇ ਲੋਕੀ, ਜਾਂ ਉਹ ਸਾਡੇ ਪ੍ਰਚਲਿਤ ਹੋਣਗੀਆਂ, ਤੇ ਉਹਨਾਂ ਤੇ ਬਾਬੇ ਨਾਨਕ ਨੇ ਮਿਊਜ਼ੀਕਲ ਉਹਨਾਂ ਦੀ ਕੰਪੋਜੀਸ਼ਨਾਂ ਬਣਾਈਆਂ ਜਿਹੜੀਆਂ ਗੁਰਬਾਣੀ ਦੇ ਵਿੱਚ। ਸੋ ਇਹ ਲੋਕ ਧਾਰਾ ਦਾ ਸਾਡਾ ਖਜ਼ਾਨਾ ਸਾਡੇ ਲੋਕ ਜੀਵਨ ਨਾਲ, ਲੋਕ ਸੱਭਿਆਚਾਰ ਨਾਲ ਜੁੜਿਆ, ਸਾਡੇ ਖਾਣ ਪੀਣ ਨਾਲ, ਸਾਡੇ ਉੱਠਣ ਬੈਠਣ ਨਾਲ, ਸਾਡੇ ਤੁਰਨ ਫਿਰਨ ਨਾਲ, ਸਾਡੇ ਸਮਾਜਿਕ, ਸਾਡੇ ਧਾਰਮਿਕ, ਸਾਡੇ ਸਿਆਸੀ, ਹਰ ਤਰ੍ਹਾਂ ਦੇ ਵਰਤਾਰੇ ਦੇ ਨਾਲ। ਤਾਂ ਉਹ ਸਾਰੀਆਂ ਗੱਲਾਂ ਜਿਹੜੀਆਂ ਸੀਗੀਆਂ ਨਾ, ਉਹ ਇੱਕ ਬਚਪਨ ਦੇ ਵਿੱਚ ਬੱਚੇ ਦੇ ਇੱਧਰੋਂ ਉੱਧਰੋਂ ਅਬਜ਼ਰਵ, ਕਿਉਂਕਿ ਬੱਚਾ ਆਮ ਤੌਰ ਤੇ ਸਵਾਲ ਬੜਾ, ਆਹ ਕਿਵੇਂ ਹੋਇਆ, ਕਿਉਂ ਹੋਇਆ, ਕਿੱਥੋਂ ਹੋਇਆ, ਤਾਂ ਇਹ ਜਿਗਿਆਸਾ ਹੁੰਦੀ ਬੱਚੇ ਨੂੰ। ਤੇ ਉਹ ਫਿਰ ਬੰਦਾ ਜਾਣਦਾ ਰਹਿੰਦਾ ਸੰਸਾਰ ਵਿੱਚ ਆਇਆ ਵੀ ਕਿੱਥੋਂ ਕੀ ਕਿੱਦਾਂ ਹੋਣ ਡਿਆ। ਤੇ ਉਹ ਸਾਰੀਆਂ ਗੱਲਾਂ ਫਿਰ ਅੰਦਰ ਬੈਠਦੇ ਰਹੀਆਂ ਅਚੇਤ ਤੌਰ ਤੇ, ਸਬਕੌਂਸ਼ੀਅਸ ਮਾਈਂਡ ਦੇ ਉੱਤੇ। ਤੇ ਉਹਨਾਂ ਨੂੰ ਫਿਰ ਜਦੋਂ ਕਿਸੇ ਵੇਲੇ ਉਹ ਐਕਸਪੋਜ਼ਰ ਮਿਲਣਾ ਹੀ ਸੀਗਾ। ਤੇ ਮੈਂ ਆਪਣੀ ਜਿਹੜੀ ਛੋਟੀ ਪੜ੍ਹਾਈ ਆ ਉਹ ਆਪਣੇ ਪ੍ਰਾਇਮਰੀ ਸਕੂਲ, ਪਹਿਲਾਂ ਸਾਡਾ ਪ੍ਰਾਇਮਰੀ ਹੁੰਦਾ ਸੀਗਾ ਸਕੂਲ, ਅੱਜ ਕੱਲ੍ਹ ਤਾਂ ਹਾਈ ਸਕੂਲ ਬਣ ਗਿਆ ਪਿੰਡ, ਮੈਨੂੰ ਪਤਾ ਲੱਗਾ, ਲੇਕਿਨ ਉਦੋਂ ਉਹ ਪ੍ਰਾਇਮਰੀ ਹੁੰਦਾ ਸੀਗਾ। ਤੇ ਉਹ ਨਿੱਕੀਆਂ ਜਮਾਤਾਂ ਮੈਂ ਉੱਥੇ ਹੀ ਪੜ੍ਹੀਆਂ। ਤੇ ਉਹ ਸਾਡਾ ਕਲਚਰ ਹੁੰਦਾ ਸੀ, ਉਹ ਫੱਟੀਆਂ ਪੋਚੇ ਵਾਲਾ, ਤੇ ਉਹ ਉਸ ਵੇਲੇ ਜਿੱਦਾਂ ਸਲੇਟੀ ਤੇ ਇਹ ਉਹ, ਤੇ ਖਲੋ ਕੇ 3-4 ਵਜੇ ਨਾਲ ਪਹਾੜੇ ਜੇ ਪੜਾਉਣੇ, ਤੇ ਉਹ ਸਾਰਾ ਕਲਚਰ। ਤੇ ਫਿਰ ਏਦਾਂ ਹੀ ਫਿਰ ਜਦੋਂ ਵੱਡੀਆਂ ਜਮਾਤਾਂ ਆਈਆਂ, ਇੱਕ ਜਮਾਤ ਮੈਨੂੰ ਫਿਰ ਨਾਨਕੇ ਆਪਣੇ ਕਰਨੀ ਪਈ, ਉਹ ਰਈਏ ਲਾਗੇ ਸਾਡਾ ਪਿੰਡ, ਨਾਨਕੇ ਮੇਰੇ ਹੈਗੇ ਚੀਮਾਬਾੜ, ਉਹ ਉੱਥੇ ਵੀ ਪਿੰਡ ਦੇ ਸਕੂਲ ਦੇ ਵਿੱਚ, ਤੇ ਉੱਥੇ ਵੀ ਕਲਚਰ ਉਦਾਂ ਦਾ ਹੀ ਸੀਗਾ। ਤੇ ਉਸ ਤੋਂ ਬਾਅਦ ਜਦੋਂ ਵੱਡੀਆਂ ਪੜ੍ਹਾਈਆਂ ਲਈ ਫਿਰ ਮੈਨੂੰ ਮਾਪਿਆਂ ਨੇ ਸੱਦ ਲਿਆ ਇੱਧਰ ਵੱਡੇ ਸ਼ਹਿਰ ਚੰਡੀਗੜ੍ਹ, ਇੱਥੇ ਸਕੂਲਾਂ 'ਚ। ਤਾਂ ਉੱਥੇ ਮੈਂ ਵੇਖਿਆ ਵੀ ਸਾਡੇ ਇੱਕ ਰਾਜ ਭੈਣ ਜੀ, ਸਾਡੇ ਵੇਲੇ ਰਿਵਾਜ ਹੁੰਦਾ ਸੀਗਾ ਭੈਣ ਜੀ ਤੇ ਮਾਸਟਰ ਜੀ ਕਹਿਣ ਦਾ, ਅੱਜ ਕੱਲ੍ਹ ਤਾਂ ਮੈਡਮ ਤੇ ਸਰ ਸੁਰ ਕਹਿੰਦੇ ਆ ਨਾ ਕਈ ਕੁਛ। ਤੇ ਉਦੋਂ ਏਦਾਂ ਸੀ। ਤੇ ਰਾਜ ਭੈਣ ਜੀ ਉਹਨਾਂ ਨੇ ਜਦੋਂ ਸਾਨੂੰ ਤਾਰੀਖ, ਇਤਿਹਾਸ ਉਹ ਪੜ੍ਹਾਉਣਾ, ਉਹ ਪੀਰੀਅਡ ਲੈਣਾ ਇਤਿਹਾਸ ਦਾ, ਤੇ ਉਹ ਅਸੀਂ ਮਗਰੋਂ ਕੀ ਕਰਨਾ ਵੀ ਉਹ ਘਟਨਾਵਾਂ ਜਿਹੀਆਂ ਮਾਈਂਡ ਤੇ ਬੈਠ ਜਾਣੀਆਂ ਵੀ ਇਦਾਂ ਰਾਜੇ ਨੇ ਐਂ ਕਿਹਾ, ਫਲਾਨੇ ਰਾਜੇ ਨੇ, ਫਲਾਨੀ ਰਾਣੀ, ਇਹ। ਤੇ ਉਸ ਤੋਂ ਮਗਰੋਂ ਜਦੋਂ ਛੁੱਟੀ ਜਿਹੀ ਹੋਣ ਤੋਂ ਪਹਿਲਾਂ ਤੇ ਅਸੀਂ ਜਿਹੜੀਆਂ ਸਾਡੀਆਂ ਸਹਿਬ ਪਾਠਣਾਂ ਸੀਗੀਆਂ ਉਹਨਾਂ ਦੇ ਚੁੰਨੇ ਚੰਨੇ ਇਕੱਠੀਆਂ ਕਰਨੀਆਂ, ਕਿਸੇ ਨੂੰ ਕੁਛ ਬਣਾ ਦੇਣਾ, ਕਿਸੇ ਨੂੰ ਕੁਛ ਰਾਜੇ। ਤੇ ਉਹ ਜਿੱਦਾਂ ਦੇ ਉਹਨੇ ਇਤਿਹਾਸ ਦੀਆਂ ਗੱਲਾਂ ਦੱਸਣੀਆਂ, ਅਸੀਂ ਉਹ ਆਪਣੇ ਵੱਲੋਂ ਹੀ ਵਾਰਤਾਲਾਪ, ਡਾਇਲੋਗ, ਮੁਕਾਲਮੇ ਬਣਾ ਕੇ ਤੇ ਉਹ ਖੇਡ ਖੁੱਡ ਲਿਆ ਕਰਨਾ।
ਕੁਛ ਸਕੂਲ ਦੇ ਵਿੱਚ ਇੱਕ ਪੀਰੀਅਡ ਹੁੰਦਾ ਸੀ ਕਲਚਰਲ ਐਕਟੀਵਿਟੀਜ਼ ਦਾ, ਯਾਨੀ ਐਕਸਟਰਾ ਕਰਿਕੂਲਮ ਐਕਟੀਵਿਟੀਜ਼, ਤੇ ਉਹਦੇ ਵਿੱਚ ਹਿੱਸਾ ਲੈਣਾ, ਤੇ ਉਹਦੇ ਵਿੱਚ ਕਈ ਵਾਰੀ ਸਾਨੂੰ ਉਹਨਾਂ ਨੂੰ ਉਤਸ਼ਾਹ ਕਰਨਾ, ਕੋਈ ਗੀਤ, ਕਿਉਂਕਿ ਉਸ ਵੇਲੇ ਜਿੱਦਾਂ ਦੇ ਗੀਤ ਗਾਤ ਚੱਲਦੇ ਹੁੰਦੇ ਸੀਗੇ ਤੇ ਉਹ ਕਦੇ ਗਾ ਲੈਣੇ, ਤੇ ਉਹਨਾਂ ਸੋ ਉਹ ਗੱਲਾਂ ਜੁੜਦੀਆਂ ਗਈਆਂ। ਫਿਰ ਉਸ ਤੋਂ ਬਾਅਦ ਕੀ ਸੀ, ਸਾਡੇ ਮੈਂ ਆਪਣੇ ਘਰ ਦੇ ਵਿੱਚ ਵੱਡਾ ਸੀਗਾ, ਤੇ ਉਹ ਸਾਡੇ ਉਸ ਵੇਲੇ ਸੰਸਕਾਰ ਇਦਾਂ ਦੇ ਸੀਗੇ ਵੀ ਜਿਹੜਾ ਵੱਡਾ ਪੁੱਤ ਹੋਵੇ ਭਾਵੇਂ ਧੀ ਹੋਵੇ, ਤੇ ਉਹ ਛੋਟੇ ਭੈਣਾਂ ਭਰਾਵਾਂ ਦੀ ਜ਼ਿੰਮੇਵਾਰੀ ਵੀ ਉਹਦੇ ਸਿਰ ਹੀ ਆ ਜਾਂਦੀ, ਉਹਦੇ ਨਾਲ ਘਰਦਿਆਂ ਦੀ ਵੀ ਹੈਲਪ ਕਰਨੀ। ਤੇ ਉਹ ਹਾਂ, ਤੇ ਉਹ ਫਿਰ ਮੈਂ ਮਾਪਿਆਂ ਦੀ ਮਦਦ ਕਰਕੇ, ਤੇ ਫਿਰ ਮੈਂ ਸਕੂਲ ਤੋਂ ਬਾਅਦ ਥੋੜੀ ਬਹੁਤੀ ਟਾਈਪ ਰਾਈਟਿੰਗ ਤੇ ਇਹ ਉਹ ਸਿੱਖ ਕੇ, ਕੰਪਿਊਟਰ ਵਗੈਰਾ ਸਿੱਖ ਕੇ, ਤੇ ਦਫ਼ਤਰ 'ਚ ਨੌਕਰੀ ਸ਼ੁਰੂ ਕਰ ਲਈ। ਪਰ ਮਨ 'ਚ ਇੱਛਾ ਸੀਗਾ ਵੀ ਲੋਕੀ ਕਾਲਜ ਜਾਂਦੇ ਆ, ਕਾਲਜ 'ਚ ਪੜ੍ਹਾਈਆਂ ਕਰਦੇ, ਉੱਥੇ ਕਿੰਨੀਆਂ ਐਕਟੀਵਿਟੀਜ਼ ਹੁੰਦੀਆਂ ਵਾ, ਤੇ ਉਹ ਕਿੱਦਾਂ ਨਾ। ਫਿਰ ਕੁਦਰਤੀ ਚੰਡੀਗੜ੍ਹ ਸੁੱਖ ਉਸ ਵੇਲੇ ਸਹੂਲਤ ਸੀਗੀ, ਈਵਨਿੰਗ ਕਾਲਜ ਹੁੰਦੇ ਸੀ, ਤਾਂ ਫਿਰ ਈਵਨਿੰਗ ਕਾਲਜ ਮੈਂ ਕਲਾਸਾਂ ਵੀ ਸ਼ੁਰੂ ਕਰ ਲਈਆਂ। ਤੇ ਉਹ ਨੌਕਰੀ ਦੇ ਦੌਰਾਨ ਹੀ ਫਿਰ ਮੇਰਾ ਇੱਕ ਸੀਗਾ ਕੁਲੀਗ ਅਮਰਨਾਥ ਤੁਰਾ ਫਗਵਾੜੇ ਤੋਂ, ਤੇ ਉਹ ਈਵਨਿੰਗ ਕਾਲਜ ਪੜ੍ਹਦਾ ਸੀ ਪੰਜਾਬ ਯੂਨੀਵਰਸਿਟੀ 14 ਸੈਕਟਰ। ਤਾਂ ਉਹਨੇ ਕਿਹਾ ਵੀ ਮੈਂ ਭੰਗੜੇ ਦੀ ਟੀਮ 'ਚ ਹੋਣਾ, ਕਿਉਂਕਿ ਉੱਥੇ ਜਿਹੜੇ ਕਾਲਜ ਦੇ ਵਿੱਚ ਭੰਗੜਾ ਸਿਖਾਉਣ ਆਉਂਦੇ ਸੀ ਕੋਚ ਸਰਦਾਰ ਮਹਿੰਦਰ ਸਿੰਘ ਜੀ, ਤੇ ਉਹ ਉਹਨਾਂ ਕੋਲੋਂ ਟੀਮ 'ਚ ਜਾਣਾ ਚਾਹੁੰਦਾ ਸੀ। ਪਰ ਟੀਮ 'ਚ ਇੱਦਾਂ ਉਹਨੂੰ ਸਕੀਮ ਜੀ ਸੁਝੀ, ਉਹਨੂੰ ਸ਼ਰਾਰਤ ਜੀ ਕਹਿ ਲਓ। ਤਾਂ ਉਹਨੇ ਨਾ ਦਫ਼ਤਰ ਦੇ ਵਿੱਚ ਸਾਡੇ ਨਾਲ ਗੱਲ ਕੀਤੀ, ਤੇ ਮੈਨੂੰ ਕਹਿੰਦਾ ਵੀ ਭਾਜੀ ਤੁਸੀਂ ਪੰਜਾਬੀ ਹੈਗੇ ਹੋ, ਤੇ ਆਪਾਂ ਇੱਕ ਭੰਗੜੇ ਦੀ ਇੱਥੇ ਟੀਮ ਤਿਆਰ ਕਰਦੇ ਆ, ਤੇ ਮੈਂ ਕੋਚ ਨੂੰ ਸੱਦਦਾ ਵਾ, ਤੇ ਉਹ ਸਾਨੂੰ ਸਿਖਾਇਆ ਕਰਨਗੇ, ਤੇ ਨਾਲੇ ਆਪਾਂ ਉਹਨਾਂ ਨੂੰ ਗੁਰੂ ਬਣਾ ਲਾਂਗੇ। ਅਸਲ 'ਚ ਉਹਦਾ ਇਰਾਦਾ ਕੁਛ ਸੀਗਾ ਵੀ ਮੈਂ ਜੇ ਉਹਨੂੰ ਗੁਰੂ ਬਣਾ ਲੂੰਗਾ, ਬਕਾਇਦਾ ਸਰਮਨੀ ਪਗੜੀ ਦਊਂਗਾ, ਇਹ ਕਰੂੰ ਉਹ ਕਰੂੰ, ਤਾਂ ਉਹ ਮੈਨੂੰ ਟੀਮ 'ਚ ਉਸ 'ਚ ਰੱਖ ਲਊਗਾ। ਚਲੋ ਉਹਦਾ ਕੰਮ ਸਰ ਗਿਆ। ਲੇਕਿਨ ਉਹਦੇ ਨਾਲ ਕੀ ਹੋਇਆ ਵੀ ਸਰਦਾਰ ਮਹਿੰਦਰ ਸਿੰਘ ਹੁਣੀ ਅੱਜ ਕੱਲ੍ਹ USA ਹੁੰਦੇ ਆ, ਤਾਂ ਉਹਨਾਂ ਦੇ ਅੱਗੇ ਸ਼ਾਗਿਰਦ ਸਰਦਾਰ ਗੁਰਜੀਤ ਸਿੰਘ ਬਿੱਲਾ, ਉਹ ਅੱਜ ਕੱਲ੍ਹ ਪ੍ਰਧਾਨ ਨੇ ਮੋਹਾਲੀ ਪੱਤਰਕਾਰ ਸੰਸਥਾ ਦੇ, ਤੇ ਇੱਕ ਮਰਹੂਮ ਸਰਦਾਰ ਜਸਬੀਰ ਸਿੰਘ ਗਿੱਲ ਹੁੰਦੇ ਸੀਗੇ। ਤਾਂ ਉਹ ਇਹਨਾਂ ਦੋਹਾਂ ਸ਼ਾਗਿਰਦਾਂ ਨੇ ਆ ਕੇ ਪਹਿਲਾਂ ਸਾਨੂੰ ਪੈਰ ਪੂਰ ਫੜ ਕੇ ਬੇਸਿਕ ਸਿਖਾਉਣੇ ਸ਼ੁਰੂ ਕੀਤੇ ਭੰਗੜੇ ਦੇ। ਫਿਰ ਸਾਡੇ ਉਸਤਾਦ ਮਹਿੰਦਰ ਸਿੰਘ ਆ ਗਏ, ਅਸੀਂ ਉਹਨਾਂ ਨੂੰ ਬਕਾਇਦਾ ਪਗੜੀ ਦਿੱਤੀ, ਤੇ ਬਕਾਇਦਾ ਉਸਤਾਦ ਗੁਰੂ ਵਾਲਾ ਰਿਸ਼ਤਾ ਜਿਹੜਾ ਨਾ ਚੇਲੇ ਤੇ ਗੁਰੂ ਵਾਲਾ, ਉਹ ਅਸੀਂ ਭੰਗੜੇ ਦਾ ਉਹਨਾਂ ਨੂੰ ਸੁਣਾਇਆ, ਤਾਂ ਕਿ ਉਹ ਫੋਕ ਡਾਂਸ ਅਸੀਂ ਉਹਦੇ ਕੋਲ ਸਿੱਖ ਸਕੀਏ। ਫਿਰ ਉਹਨਾਂ ਦੀ ਸ਼ਾਗਿਰਦੀ ਵਿੱਚ ਮੈਂ ਉਹ ਕਿਉਂਕਿ ਖੁਦ ਸ਼ਿਵਾਲਿਕ ਥੀਏਟਰ ਸਾਡੇ ਤੇ ਸਰਦਾਰ ਭਾਗ ਸਿੰਘ ਹੁੰਦੇ ਸੀਗੇ, ਤੇ ਸਰਦਾਰ ਭਾਗ ਸਿੰਘ ਅੰਕਲ ਤੇ ਲਾਜਬੇਦੀ, ਉਹਨਾਂ ਦਾ ਇੱਕ ਥੀਏਟਰ ਗਰੁੱਪ ਹੁੰਦਾ ਸੀਗਾ ਸ਼ਿਵਾਲਿਕ ਥੀਏਟਰ ਚੰਡੀਗੜ੍ਹ। ਤੇ ਹਾਂਜੀ, ਤਾਂ ਉਹ ਮਹਿੰਦਰ ਭਾਜੀ ਵੀ ਉਹਨਾਂ ਦੇ ਗਰੁੱਪ 'ਚ ਸੀਗੇ। ਫਿਰ ਸਾਨੂੰ ਵੀ ਉਧਰ ਲੈ ਗਏ, ਤੇ ਅਸੀਂ ਫਿਰ ਉਹਨਾਂ ਦੇ ਪ੍ਰੋਗਰਾਮ ਵਗੈਰਾ ਕਰਨੇ ਸ਼ੁਰੂ ਕਰ ਦਿੱਤੇ। ਤਾਂ ਸਭ ਤੋਂ ਪਹਿਲਾਂ ਫਿਰ ਮਹਿੰਦਰ ਭਾਜੀ ਨੇ ਸਾਨੂੰ ਕੁਝ ਫੋਕ ਡਾਂਸ ਵੱਖਰੇ ਵੱਖਰੇ ਸਿਖਾਏ, ਜਿੱਦਾਂ ਸੰਮੀ, ਝੂਮਰ, ਲੁੱਡੀ, ਤੇ ਉਹ ਇਦਾਂ ਹੀ ਫਿਰ ਕੁਝ ਬੈਲੇ ਅਪੇਰੇ ਜਿਹੜੇ ਉਹਨਾਂ ਨੇ ਸਿੱਖੇ ਸੀਗੇ ਆਪਣੇ ਗੁਰੂ, ਉਹਨਾਂ ਦੇ ਗੁਰੂ ਸਰਦਾਰ ਭਾਗ ਸਿੰਘ ਸੀਗੇ। ਤਾਂ ਉਹਨਾਂ ਨੇ ਸਾਨੂੰ ਸੱਸੀਪੁਰ ਨੂੰ ਇੱਕ ਬੈਲੇ ਬਾਬੂ ਸਿੰਘ ਮਾਨ ਉਹਨਾਂ ਦਾ ਲਿਖਿਆ ਹੋਇਆ ਸੀਗਾ ਅਪੇਰਾ, ਉਹ ਮਿਲ ਜਾਂਦਾ ਸੀਗਾ, ਤਾਂ ਉਹ ਖੜਵਾਇਆ। ਤੇ ਇਦਾਂ ਹੀ ਕਰਦਿਆਂ ਕਰਾਉਂਦੇ ਕੀ ਵੀ ਸਾਨੂੰ, ਅਸੀਂ ਪਿੰਡੂ ਜਿਹੇ ਬੰਦੇ ਸੀਗੇ, ਤੇ ਸਪੋਰਟਸ ਵਾਲੇ ਸੀ, ਕਦੇ ਸਵਿਮਿੰਗ ਕਰ ਲਈ, ਤੇ ਕਦੇ ਹੋਰ ਹਾਕੀ ਖੇਡ ਲਈ, ਤੇ ਵੇਟ ਲਿਫਟਿੰਗ ਦਾ ਵੀ ਸਾਨੂੰ ਸ਼ੌਕ ਸੀ। ਸਵੇਰੇ ਉੱਠ ਕੇ ਅਸੀਂ ਉੱਥੇ 19 ਸੈਕਟਰ ਸਾਡੇ ਚੰਡੀਗੜ੍ਹ, ਅਸੀਂ ਪ੍ਰੀਤਮ ਸਿੰਘ ਹੁਣੀ ਚਲਾਉਂਦੇ ਸੀ ਇੱਕ ਜਿਮ ਜਿਹਾ, ਉਸ ਵੇਲੇ ਜਿਮ ਤਾਂ ਅੱਜ ਕੱਲ੍ਹ ਲੱਭ ਜਾਂਦਾ, ਤੇ ਉਦਾਂ ਦੇ ਇਦਾਂ ਸੀ, ਉਹ ਪ੍ਰੈਕਟਿਸ ਜੇ ਕਰਦੇ ਸੀ ਉਹ, ਤੇ ਅਸੀਂ ਉੱਥੇ ਜਾ ਕੇ ਭਾਰਪੁਰ ਚੁੱਕਣਾ ਸ਼ੁਰੂ ਕਰ ਦਿੱਤਾ। ਤਾਂ ਇੱਕ ਸਰਦਾਰ ਵਰਮਾਨੀ ਨੇ ਮੋਨੋ ਆਰਟਸ ਵਾਲਾ ਗਰੁੱਪ ਸੀ ਕੋਈ ਉਹਨਾਂ ਦਾ, ਤਾਂ ਦਵਿੰਦਰ ਸਿੰਘ ਵਰਮਾਨੀ, ਤਾਂ ਹਾਂਜੀ, ਉਹ ਆਏ ਮੇਰੇ ਕੋਲੇ ਤੇ ਕਹਿੰਦੇ ਭਾਜੀ ਤੁਹਾਡੇ ਕੋਲੇ ਇੱਕ ਰੋਲ ਕਰਾਉਣਾ ਡਰਾਮੇ 'ਚ, ਵੀ ਤੁਸੀਂ ਰੋਲ ਕਰ ਲਓਗੇ? ਉਹ ਮੈਂ ਕਿਹਾ ਸਾਡੇ 7 ਪੀੜ੍ਹੀਆਂ 'ਚ ਨਹੀਂ ਕਿਸੇ ਨੇ ਡਰਾਮਾ ਡਰੂਮਾ ਐਕਟਿੰਗ ਉਕਟਿੰਗ ਇਹ ਕੰਮ ਨਹੀਂ ਕੀਤੇ, ਤੇ ਮੈਨੂੰ ਨਹੀਂ ਆਉਂਦਾ, ਇੱਥੇ ਜੱਟ ਬੂੜ ਦੇ ਬੰਦੇ, ਸਾਨੂੰ ਨਹੀਂ ਇਹ ਸਾਰਾ ਕੁਛ ਐਕਟਿੰਗ ਸ਼ੈਕਟਿੰਗ ਕਰਨੀ ਆਉਣੀ। ਉਹ ਕਹਿੰਦੇ ਜੀ ਕਰਾ ਲਵਾਂਗੇ, ਤੁਸੀਂ ਹਾਂ ਕਰੋ। ਤੇ ਮੈਂ ਕੀ ਰੋਲ ਕਾਹਦਾ? ਕਹਿੰਦੇ ਜੀ ਇੱਕ ਪਠਾਨ ਦਾ ਰੋਲ ਆ। ਤੇ ਉਹਨਾਂ ਨੂੰ ਲੱਗਾ ਚੱਲ ਸਿਹਤ ਸੂਤ ਜੀ ਠੀਕ ਆ, ਕੋਈ ਰੰਗ ਰੂਪ ਮਿਲਦਾ ਜੁਲਦਾ ਜਾ, ਤੇ ਉਹਨਾਂ ਨੇ ਉਹ ਸ਼ੁਰੂ ਕਰਤਾ। ਉਹ ਕੋਈ ਥੋੜੀ ਡਾਇਲੈਕਟ ਵੀ ਉਹੋ ਜਿਹੀ ਸੀਗੀ, ਉਹ ਖੁਸ਼ ਏਦਾਂ ਜੇ ਬੋਲਦੇ, ਤੇ ਉਹ ਮੈਂ ਚਲੋ ਡਾਇਲੋਗ ਜੇ ਯਾਦ ਕਰਨੇ ਉਹਨਾਂ ਨੂੰ ਦਿੱਤੇ, ਮੈਂ ਯਾਦ ਕਰ ਲਏ ਹੌਲੀ ਹੌਲੀ, ਤੇ ਉਹ ਪਲੇ ਹੋ ਗਿਆ। ਪਲੇ ਟਗੋ ਥੀਏਟਰ ਹੋਇਆ, ਤੇ ਉਸ ਵੇਲੇ ਟਿਕਟਾਂ ਦਾ ਰਿਵਾਜ ਸੀਗਾ, ਅੱਜ ਕੱਲ੍ਹ ਤਾਂ ਨਹੀਂ, ਉਸ ਵੇਲੇ ਸੀਗਾ। ਤੇ ਉਹ ਪਲੇ ਹਾਲ ਉਹਨਾਂ ਦਾ ਫੁੱਲ ਚਲਾ ਗਿਆ, ਤੇ
ਬੜੀ ਕਲੈਪਿੰਗ ਕਲੂਪਿੰਗ ਹੋਈ। ਤਾਂ ਹੋਇਆ ਕਿ ਸਾਡੀ ਹੁਣ ਉਮਰ ਉਹ ਸੀ ਜਵਾਨੀ ਜੀ ਵਾਲੀ ਚੜ੍ਹਦੀ ਜੀ, ਤਾਂ ਅਸੀਂ ਅਗਲੇ ਦਿਨ ਮਾਰਕੀਟ ਦੇ ਵਿੱਚ ਜਾ ਰਹੇ 17 ਸੈਕਟਰ, ਤਾਂ ਕਿਸੇ ਐਲੀਟ ਕਲਾਸ ਦੀਆਂ ਬੜੀਆਂ ਸੁਨੱਖੀਆਂ ਮੁਟਿਆਰਾਂ ਨਾਰਾਂ ਕਹਿ ਲਓ ਜਾਂ ਲੜਕੀਆਂ ਉਹ ਆਈਆਂ ਤੇ ਮੇਰੇ ਕੋਲ ਜਾ ਕੇ ਕਹਿੰਦੀਆਂ ਖਾਨ ਸਾਹਿਬ ਆਦਾਬ ਅਰਜ਼ ਹੈ। ਤੇ ਮੈਂ ਆਖਿਆ ਵੀ ਇਹ, ਮੈਂ ਚਲੋ ਉਹਦਾ ਜਵਾਬ ਦਿੱਤਾ ਤੇ ਪਰ ਮੈਂ ਸੋਚਿਆ ਯਾਰ ਇੰਨੀਆਂ ਸੋਹਣੀਆਂ ਸੋਹਣੀਆਂ ਤੇ ਏਡੇ ਏਡੇ ਵੱਡੇ ਘਰਾਂ ਦੀਆਂ, ਤਾਂ ਇਹ ਕਰਦੀਆਂ ਨੇ ਮੈਨੂੰ ਪਛਾਣ ਲਿਆ। ਉਹ ਨਾਟਕ ਦੇ ਵਿੱਚ ਪਿਛਲੀ ਰਾਤ ਜਿਹੜਾ ਕੀਤਾ ਸੀਗਾ, ਇਹਦਾ ਮਤਲਬ ਇਹ ਲਾਈਨ ਮਾੜੀ ਨਹੀਂ ਹੈਗੀ, ਇਹ ਥੀਏਟਰ ਚੰਗਾ, ਤੁਹਾਡੀ ਬੰਦੇ ਦੀ ਬੜੀ ਟੌਰ ਬਣਦੇ, ਇੰਨੀਆਂ ਵਧੀਆ ਕੁੜੀਆਂ ਸੋਹਣੀਆਂ ਸੁਨੱਖੀਆਂ ਤੁਹਾਨੂੰ। ਜੇ ਬਲਕਾਰ ਭਾਜੀ ਜੇ ਉਧਰ ਉਹ ਕੁੜੀਆਂ ਨੇ ਨਾ ਪਛਾਣਿਆ ਹੁੰਦਾ, ਸਿਰਫ ਕੋਈ ਮੁੰਡੇ ਹੀ ਹੁੰਦੇ ਕੋਈ, ਉਹ ਕਹਿੰਦੇ ਭਾਜੀ ਬਹੁਤ ਵਧੀਆ ਕੀਤਾ, ਤੁਸੀਂ ਕਹਿੰਦੇ ਛੱਡੋ ਠਾ ਯਾਰ, ਇਹ ਤੇ ਸਿਰਫ ਮੁੰਡੇ ਪਛਾਣਦੇ ਆ। ਨਹੀਂ ਚਲੋ ਤੁਹਾਡੀ ਉਹ ਵੀ ਗੱਲ ਠੀਕ ਆ, ਲੇਕਿਨ ਬਲਕਾਰ ਭਾਜੀ ਤੁਹਾਡੇ ਨਾਲ ਗੱਲਾਂ ਕਰਦਿਆਂ ਕਰਦਿਆਂ ਸਾਡੇ ਨਾਲ ਡਾਕਟਰ SP ਸਿੰਘ ਸਾਡੇ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਉਹ ਵੀ ਤੁਹਾਨੂੰ ਸੁਣਦੇ ਪਏ, ਸਾਡੇ ਨਾਲ ਜੁੜੇ ਨੇ। ਅਮਰੀਕਾ ਤੋਂ ਕੁਮਾਰ ਪਵਨਦੀਪ ਵੀ ਤੁਹਾਨੂੰ ਸੁਣਦੇ ਪਏ ਆ, ਦੇਖਦੇ ਪਏ। ਜਗਜੀਤ ਸਰੀਨ ਵੀ ਉਹਨਾਂ ਨੇ ਵੀ ਜੁਆਇਨ ਕੀਤਾ। ਜਗਜੀਤ ਸਰੀਨ ਸਾਹਿਬ ਨਮਸਕਾਰ, ਸਤਿ ਸ਼੍ਰੀ ਅਕਾਲ ਜੀ। ਜੀ 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 ਅੱਛਾ, ਤੇ ਫਿਰ ਇਸ ਤੋਂ ਆਪਣੇ ਬਲਕਾਰ ਜੀ ਫਿਰ ਇੱਕ ਐਪਰੀਸੀਏਸ਼ਨ ਇੱਕ ਮਿਲ ਗਈ ਤੁਹਾਨੂੰ ਵੀ ਅਦਾਕਾਰੀ ਦੇ ਵਿੱਚ ਮੈਂ ਕੁਝ ਕਰ ਸਕਦਾ, ਤੇ ਫਿਰ ਤੁਸੀਂ ਕੋਈ ਗਰੁੱਪ ਜੁਆਇਨ ਕੀਤੇ ਥੀਏਟਰ ਦੇ, ਜਾਂ ਕੋਈ ਕਿੱਦਾਂ ਫਿਰ ਨਾਟਕ ਵਾਲੇ ਪਾਸੇ ਲੱਗੇ? ਹਾਂਜੀ, ਫਿਰ ਉਹਨਾਂ ਦਾ ਜਦੋਂ ਉਹ ਪਲੇ ਹੋ ਕੇ ਹਟਿਆ ਤੇ ਏਦਾਂ ਆਡੀਅנס ਨੇ ਏਦਾਂ ਉਤਸ਼ਾਹ ਕੀਤਾ, ਚਲੋ ਕੁੜੀਆਂ ਦੀ ਗੱਲ ਤਾਂ ਮੈਂ ਵੈਸੇ ਦੱਸ ਦਿੱਤੀ, ਤੇ ਉਹ ਮਤਲਬ ਸੀ ਉਤਸ਼ਾਹ ਮਿਲ ਗਿਆ ਤੁਹਾਨੂੰ ਨਾ, ਤੇ ਹੱਲਾਸ਼ੇਰੀ ਮਿਲੀ। ਤੇ ਫਿਰ ਮੈਂ ਕਿਹਾ ਵੀ ਲਾਈਨ ਮਾੜੀ ਨਹੀਂ ਗੀ, ਚਲੋ ਜੇ ਦਿਨੇ ਜੌਬ ਕਰਦਿਆਂ ਕਰਦਿਆਂ ਸ਼ਾਮ ਨੂੰ 2-3 ਘੰਟੇ ਲਾ ਕੇ ਤੇ ਰਿਹਰਸਲ ਕਰ ਲਓ ਤੇ ਥੀਏਟਰ ਕਰ ਲਓ, ਕੋਈ ਮਾੜੀ ਗੱਲ ਨਹੀਂ। ਸਵੇਰੇ ਮਹਿੰਦਰ ਭਾਜੀ ਨਾਲ ਅਸੀਂ ਯੂਨੀਵਰਸਿਟੀ ਦੇ ਗਰਾਊਂਡਾਂ ਦੇ ਵਿੱਚ ਭੰਗੜੇ ਪਾ ਤੇ ਕਦੇ ਝੂਮਰ ਪਾ ਤੇ ਕਈ ਕੋਈ ਸਿੱਖਦੇ ਸੀਗੇ, ਉਹ ਵੀ ਕਰਦੇ ਸੀ। ਮੈਂ ਚਲੋ ਇਹ ਥੀਏਟਰ ਵਾਲਾ ਵੇਖ ਲਈਏ ਕੰਮ, ਕਿਉਂ ਇਹਦੇ 'ਚ ਲਓ ਜੀ। ਉਹ ਉਸ ਤੋਂ ਬਾਅਦ ਅਗਲਾ ਪਲੇ ਇੱਕ ਸੀ ਉਸੇ ਗਰੁੱਪ ਦਾ, ਉਹ ਦੂਜਾ ਵਿਕਟਰ ਬੇਗ ਘਾਇਲ ਸੀ ਉਹਦੇ ਡਾਇਰੈਕਟਰ, ਤੇ ਉਹ ਹਿੰਦੀ 'ਚ ਸੀਗਾ, ਮੈਂ ਵਹੀ ਹੂੰ ਪਲੇ ਦਾ ਨਾਂ ਸੀ, ਰੀਤਾ ਬੇਗ ਉਹਨਾਂ ਦਾ। ਤੇ ਉਹਦੇ 'ਚ ਉਹਨਾਂ ਨੇ ਮੈਨੂੰ ਕਰੈਕਟਰ ਦਿੱਤਾ ਇੱਕ ਇੰਸਪੈਕਟਰ ਦਾ, ਲੇਕਿਨ ਉਹ CID ਇੰਸਪੈਕਟਰ ਸੀਗਾ। ਤੇ ਸਾਧੂ ਜਿਹਾ ਬਣ ਕੇ ਨਾ ਜਾਂਦਾ ਕਿਸੇ ਸਮਗਲਰ ਦੇ ਘਰ, ਤੇ ਉਹਨੂੰ ਐਵੇਂ ਝੂਠੇ तुम्हारे माथे की या दी कहना सीगा तुम्हारे मस्तिष्क की रेखाएं ऐसा कह रही। जो मस्तिष्क किया ना ते मेरे मस्तिष्क फस गया मुंह च, वो निकला ही ना। ते मैं क्या यार ये चंगा फसिया ही। हुण अंबरसर वाले खुले सुभाਅ वाले, माझे वाले ते वो ठेठ बोलण वाले, ते वो ये मेरे को फस गया। मैं यार ये की बने, ते वो मैनू कहंदा कोई नहीं आप ना मस्तिष्क रहन दो भाजी, तुसी माथे की रेखाएं कह दो। मैं कहा ऐसी तैसी, मैं मस्तिष्क कह के छड्डूंगा। तो मैं फिर मस्तिष्क पर हिंदी के मगर पै गया। फिर मैं हिंदी के मगर एहो जिहा प्यार टुट गया कि मैं फिर प्रभाकर यानी ऑनर्स नहीं हिंदी पास कर ली। ते हाँ जी, ते वो प्ले भी फिर बड़ा वधिया गया। इदां ही मोनो आर्ट्स वालों के एक जवान एक पठान है, उन्होंने उससे तो मुतासर होके भी चलो वधिया चलदा ते टिकटां विकदियां वा, वो प्ले खेड लिया। फिर एक प्ले से लोग बड़े शक करते, इदां दा प्ले शुरू कर लिया उन्होंने, ते वो मैं खेडदा खड़दा रहा। लेकिन मैनू हाले ये नहीं सी पता लगता भी चंगा प्ले केड़ा ते माड़ा केड़ा, यानी ओदे बारे। ते वो मैं उन्हां दा प्ले सी सस्ती वोटी महंगी रोटी, चलो मैं खेड लिया, इट्स ओके। ते पर मैनू किसी ने दस्सिया भी यार इहदे च तुसीं कुछ डायलॉग जिहड़े ने ना वो कुछ डबल टेंडर ने जिहदे सपरू हाउस चलदे आ। ते तुसीं क्योंकि MA कर रहे हो पंजाबी लिटरेचर दे विच, ते तुहानू इहो जिहे शोभा नहीं दिंदे डायलॉग। ते वो मैनू गल ओहदी जच गई। मैं यार गल मैं तो कदे सोचिया ही नहीं, मैं तो एवें बस वो अपलॉज दे विच भी लोकी क्लैपिंग करदे इस पासे रह गया। ते कंटेंट्स बारे आई वाज नॉट सीरियस कि कंटेंट्स भी वड्डी चीज़ हुंदी आ भी तुसीं दिखा की रहे हो। वो मेरा चस पूरा किया इप्टा वाला ने, तेरा सिंह चन्न होरां ने, उन्होंने इत्थे 82 दे विच अपना ग्रुप इप्टा फॉर्म की एक, ते ओहदे च फिर मैं ज्वाइन किया। ते उन्हां दे नाल फिर जयपुर भी गए, ते होर कई थां जिथे भी नैशनल मीटिंगां हुंदियां सी, कॉन्फ्रेंसिस हुंदियां सीगियां, तो उत्थे जाके सियाणा सियाणे दी गल्लां सुननियां करनियां। फिर मैनूं पता लग्या भी थिएटर दा असली मकसद तां लोकां दी लई थिएटर करना, लोकां दी समस्यावां, लोकां दे दुख सुख, उन्हां दे हर सुख
ਇਹਨਾਂ ਦੀ ਤਰਜਮਾਨੀ ਹੋਵੇ, ਨਾ ਕਿ ਐਵੇਂ ਐਵੇਂ ਸਵਾਦ ਵਾਸਤੇ ਜਾਂ ਉਸ ਤਰ੍ਹਾਂ ਦਾ ਥੀਏਟਰ। ਤੇ ਉਹ ਫਿਰ ਮੈਂ ਉਹੋ ਜਿਹੇ ਪਲੇ ਉਹੋ ਜਿਹੇ ਸਿਲੈਕਸ਼ਨ ਕਰਨੇ ਸ਼ੁਰੂ ਕਰ ਦਿੱਤੇ। ਤੇ ਪਰ ਫਿਰ ਮੈਨੂੰ ਲੱਗਿਆ, ਇੱਕ ਸਾਨੂੰ ਸੀਗਾ ਗਾਉਣ ਪਾਣੀ ਸੁਣਨ ਦਾ ਸ਼ੌਂਕ, ਤੇ ਉਹਦੇ ਚ ਮਹਿੰਦੀ ਹਸਨ ਉਹਦੀਆਂ ਗਜ਼ਲਾਂ ਬੜੀਆਂ ਅੱਛੀਆਂ ਹੁੰਦੀਆਂ ਸੀ, ਫਿਰ ਗੁਲਾਮ ਅਲੀ ਸਾਹਿਬ ਦੀਆਂ, ਫਿਰ ਜਗਜੀਤ ਸਿੰਘ ਹੋਰੀ ਵੀ ਸ਼ੁਰੂ ਹੋ ਗਏ, ਤੇ ਬੜਾ ਵਧੀਆ ਸੀ ਉਸ ਦੌਰ ਦੇ ਵਿੱਚ। ਤੇ ਮੈਨੂੰ ਲੱਗਿਆ ਯਾਰ ਇਹਨਾਂ ਦੇ ਕੁਝ ਅਲਫਾਜ਼ ਹੈਗੇ ਆ, ਜਗਜੀਤ ਸਿੰਘ ਹੋਰਾਂ ਦੇ ਨਹੀਂ, ਉਹਨੂੰ ਤਾਂ ਚਲੋ ਵਿਚਕਾਰ ਲਾਰਾ ਲੱਭ ਲਿਆ, ਗੀਤ ਨੂੰ ਮਾਝੀਆਂ ਗਜ਼ਲਾਂ ਹੁੰਦੀਆਂ ਸੀ ਉਹਨਾਂ ਦੀਆਂ, ਲੇਕਿਨ ਮਹਿੰਦੀ ਹਸਨ ਦੀਆਂ ਪ੍ਰੋਪਰ ਗਜ਼ਲ ਗਾਇਕੀ ਵਾਲੀਆਂ ਸੀਗੀਆਂ। ਤੇ ਕੁਛ ਉਹਨਾਂ ਦੇ ਅਲਫਾਜ਼ ਜਿਹੜੇ ਸੀ ਉਹ ਫਾਰਸੀ ਨਵਾਂ ਸੀਗੇ, ਉਰਦੂ ਨਵਾਂ, ਉਰਦੂ ਤੇ ਚਲੋ ਸੀਗਾ ਹੀ, ਲੇਕਿਨ ਪਰਸ਼ੀ ਨਮਤ। ਮੈਂ ਯਾਰ ਇਹ ਹੁਣ ਉਰਦੂ ਸਮਝੀਏ ਕਿੱਦਾਂ। ਮੈਂ ਫਿਰ ਉਰਦੂ ਦੀਆਂ ਕਲਾਸਾਂ ਜੁਆਇਨ ਕਰ ਲਈਆਂ ਉਰਦੂ ਸਿੱਖਣ ਵਾਸਤੇ। ਪਰ ਮੈਨੂੰ ਉਦਾਂ ਵੀ ਲੱਗਾ ਵੀ ਜਿਹੜੇ ਆਰਟਿਸਟ ਵਾਸਤੇ ਨਾ ਜਿਹੜੀ ਪ੍ਰੋਨੰਸੀਏਸ਼ਨ ਆ ਜਾਂ ਤਲਫੁਜ਼ ਆ, ਉਚਾਰਨ ਆ, ਇਹ ਬੜਾ ਜ਼ਰੂਰੀ ਹੈ। ਜਿਸ ਵੀ ਜ਼ੁਬਾਨ 'ਚ ਉਹਨੇ ਥੀਏਟਰ ਕਰਨਾ, ਜੇ ਉਹ ਹਿੰਦੀ 'ਚ ਕਰਨਾ ਤਾਂ ਹਿੰਦੀ ਉਹਦੀ ਸ਼ੁੱਧ ਹੋਣੀ ਚਾਹੀਦੀ ਹੈ, ਜੇ ਉਰਦੂ 'ਚ ਕਰਨਾ ਤਾਂ ਉਰਦੂ, ਤੇ ਜੇ ਪੰਜਾਬੀ 'ਚ ਤਾਂ ਪੰਜਾਬੀ, ਉਹਦਾ ਰੰਗ ਠੇਠ ਉਸ ਇਲਾਕੇ ਦਾ, ਉਸ ਆਂਚਲਿਕਤਾ ਵਾਲਾ ਆਉਣਾ ਚਾਹੀਦਾ। ਤੇ ਉਹ ਇਹਨਾਂ ਗੱਲਾਂ ਕਰਕੇ ਫਿਰ ਮੈਂ ਉਰਦੂ 'ਚ ਪਹਿਲਾਂ ਆਮੋਜ਼ ਪਾਸ ਕੀਤੀ, ਤੇ ਫਿਰ ਮੈਂ ਇੱਕ ਐਡੀਸ਼ਨਲ ਸਬਜੈਕਟ ਲੈ ਕੇ ਮੈਟ੍ਰਿਕ ਦਾ, ਤੇ ਉਹ ਮੈਂ ਉਰਦੂ। ਇਹ ਤੁਹਾਡਾ ਮਾਈਕ ਬੰਦ ਹੋ ਗਿਆ, ਦੇਖਿਓ ਬਲਕਾਰ ਜੀ, ਬਲਕਾਰ ਜੀ ਤੁਹਾਡਾ ਮਾਈਕ ਬੰਦ ਹੋ ਗਿਆ। ਹਾਂ ਹਾਂ, ਉਹ ਐਕਚੁਅਲੀ ਕਿਸੇ ਦਾ ਫੋਨ ਵਿੱਚ ਆ ਗਿਆ ਸੀਗਾ। ਅੱਛਾ। ਤੇ ਉਹ ਇਸ ਤਰ੍ਹਾਂ ਫਿਰ ਮੈਨੂੰ ਲੱਗਾ ਵੀ ਇੱਕ ਆਰਟਿਸਟ ਨੂੰ ਪਿੜ ਵਿੱਚ ਆਉਣ ਦੀ ਬਜਾਏ ਉਹਨੂੰ ਆਪਣੇ ਆਪ ਨੂੰ ਸਮਰੱਥ, ਕਾਬਲ, ਕੈਪੇਬਲ ਬਣਾਉਣਾ ਬੜਾ ਜ਼ਰੂਰੀ ਹੈ। ਤੇ ਉਹਦੇ ਲਈ ਜਿੱਦਾਂ ਚਲੋ ਉਦਾਂ ਟ੍ਰੇਨਿੰਗ ਨਹੀਂ, ਡਿਪਾਰਟਮੈਂਟ ਆਫ ਇੰਡੀਅਨ ਥੀਏਟਰ ਨਾ ਜੁਆਇਨ ਕੀਤਾ ਜਾਂ ਹੋਰ ਨਹੀਂ, ਲੇਕਿਨ ਤੁਹਾਨੂੰ ਉਹ ਸਿੱਖਣਾ ਤਾਂ ਚਾਹੀਦਾ ਨਾ ਵੀ ਇਹ ਕਿਵੇਂ ਆ, ਇਹਦੀ ਟੈਕਨੀਕ ਕਿਵੇਂ ਆ, ਇਹਦੀ ਗੱਲਬਾਤ ਕਿਵੇਂ ਆ। ਤੇ ਉਸ ਲਹਿਜ਼ੇ ਨੂੰ ਆਪਣੇ ਆਪ ਨੂੰ ਸਮਰੱਥ ਬਣਾਉਣ ਵਾਸਤੇ ਤੇ ਫਿਰ ਅੱਛਾ, ਕਿਉਂਕਿ ਫੋਕ ਡਾਂਸਿਸ ਮੇਰਾ ਸ਼ੌਂਕ ਸੀਗਾ, ਫਿਰ ਮੈਂ ਕਿਹਾ ਵੀ ਇਹ ਡਾਂਸਿਸ ਜਿਹੜੇ ਨੇ, ਇਹ ਨ੍ਰਿਤ ਨੇ ਜਿਹੜੇ, ਇਹਨਾਂ ਦੀ ਬਰੀਕੀ ਜਾਇਆ ਜਾਵੇ। ਤੇ ਉਹ ਬਰੀਕੀ 'ਚ ਫਿਰ ਮੈਂ ਮੇਰੇ ਗੁਰੂ ਜੀ ਪੰਡਿਤ ਕਨ੍ਹਈਆ ਲਾਲ ਸ਼ਰਮਾ ਜੀ, ਤੇ ਮੈਂ ਉਹਨਾਂ ਕੋਲ 3 ਸਾਲ ਫਿਰ ਕੱਥਕ ਦੀ ਟ੍ਰੇਨਿੰਗ ਬਕਾਇਦਾ ਲਈ, ਤੇ ਉਹ ਸ਼ੈਲੀ ਮੈਂ ਸਿੱਖੀ। ਤੇ ਉਹਦੇ ਵਿੱਚ ਕੀ ਹੋਇਆ ਗਿਆ ਕਿ ਬਾਡੀ ਤਿਆਰ ਹੋ ਗਈ ਸਿੱਧੀ ਸਿੱਧੀ ਤੇ ਸਾਰੇ, ਲੇਕਿਨ ਮੁਦਰਾਵਾਂ ਦੀ ਜਿਹੜੀ ਬਰੀਕੀ ਸੀ ਉਹਦੀ ਪ੍ਰੈਕਟਿਸ ਘੱਟ ਸੀਗੀ। ਤੇ ਉਹਦੇ ਲਈ ਫਿਰ ਮੈਨੂੰ ਕਿਸੇ ਨੇ ਸੁਜੈਸਟ ਕੀਤਾ, ਸਾਡੇ ਕੋਲੇ ਸੀਗੇ ਮੋਹਨ ਮਹਰਿਸ਼ੀ ਹੋਰਾਂ ਦੇ ਸ਼੍ਰੀਮਤੀ ਮਿਸਿਸ ਅੰਜਲਾ ਮਹਰਿਸ਼ੀ, ਅੰਜਲਾ ਮਹਰਿਸ਼ੀ ਜੀ। ਤਾਂ ਫਿਰ ਅੰਜਲਾ ਮਹਰਿਸ਼ੀ ਜੀ ਗੁਰੂ ਜੀ ਕੋਲੋਂ ਮੈਂ ਭਰਤਨਾਟਿਅਮ 4 ਸਾਲ ਸਿੱਖਿਆ, ਤੇ ਫਿਰ ਮੈਂ ਐਗਜ਼ਾਮ ਦਿੱਤਾ ਤੇ ਡਿਪਲੋਮਾ ਪਾਸ ਕੀਤਾ ਭਰਤਨਾਟਿਅਮ 'ਚ। ਉਹ ਹਾਲਾਂਕਿ ਉਹ ਸਾਊਥ ਦਾ ਡਾਂਸ ਆ, ਲੇਕਿਨ ਉਹਦੇ 'ਚ ਮੈਨੂੰ ਸਿੱਖਣ ਨੂੰ ਇੰਨਾ ਕੁਝ ਮਿਲਿਆ। ਤੇ ਫਿਰ ਜਿੱਦਾਂ ਤੁਹਾਡੇ ਚਿਣਗ ਸੀਗੀ ਨਾ ਬਈ NSD ਪਾਸ ਕਰਕੇ ਤੇ ਪੰਜਾਬੀ ਥੀਏਟਰ ਨੂੰ ਸਮਰਪਿਤ ਹੋਣਾ, ਤੇ ਪੰਜਾਬ ਦੇ ਥੀਏਟਰ ਦੀ ਨਾਂ ਕਰਨਾ ਵਾ ਇੰਡੀਆ ਜਾਂ ਵਰਲਡ ਦੇ ਵਿੱਚ, ਤੇ ਮੈਨੂੰ ਵੀ ਲੱਗਾ ਵੀ ਆਹ ਜਿਹੜੀਆਂ ਮੈਂ ਵਿਧੀਆਂ ਸਿੱਖੀਆਂ ਵਾ ਨ੍ਰਿਤ ਦੀਆਂ, ਡਾਂਸ ਦੀਆਂ, ਤੇ ਜਿਹੜੇ ਪੰਜਾਬੀ ਫੋਕ ਆ ਸਵਾਏ ਭੰਗੜੇ ਗਿੱਧੇ ਤੋਂ ਲੋਕੀ ਜਾਣਦੇ ਹੀ ਨਹੀਂ ਕਿ ਵੀ ਫੋਕ 'ਚ ਹੋਰ ਵੀ ਕੁਛ ਹੈਗਾ। ਉਹ ਬੈਲੇ ਅਪੇਰੇ ਵੱਲ ਉਧਰ ਕੰਮ ਘੱਟ ਹੁੰਦਾ ਸੀਗਾ, ਡਰਾਮੇ ਤਾਂ ਬੜੇ ਹੁੰਦੇ ਸੀਗੇ। ਫਿਰ ਮੈਂ ਕਿਹਾ ਚਲੋ ਇਸ ਪਾਸੇ ਕਰੀਏ, ਤੇ ਉਹ ਫੋਕ ਦੇ ਵਿੱਚ ਕਿਤੇ ਕਿਤੇ ਫਿਰ ਜਦੋਂ ਮੈਂ ਕਲਾਸੀਕਲ ਮੁਦਰਾਵਾਂ ਫਿੱਟ ਕਰਨੀਆਂ, ਜਦੋਂ ਆਪਣੇ ਸਿਖਾਉਣ ਵਾਲਿਆਂ ਨੂੰ ਵੀ, ਦੂਜਿਆਂ ਨੂੰ ਵੀ, ਤੇ ਆਪ ਵੀ ਜਦੋਂ ਕਰਨਾ, ਤਾਂ ਉਹ ਸੋਨੇ ਤੇ ਸੁਹਾਗਾ ਹੋ ਜਾਣਾ। ਤੇ ਉਹ ਅੱਛਾ ਐਕਚੁਅਲੀ ਕੀ ਕਲਾਸੀਕਲ ਜਿੰਨੀਆਂ ਵੀ ਕਹਿ ਲਓ, ਤੁਸੀਂ ਤਾਂ ਖੈਰ ਵਿਦਵਾਨ ਜੇ, ਉਹ ਨਿਕਲਿਆ ਸਾਰਾ ਕੁਝ ਫੋਕ ਦੇ ਵਿੱਚੋਂ ਹੀ ਆ। ਫੋਕ ਵੱਡਾ ਆ ਤੇ ਕਲਾਸੀਕਲ ਬਾਅਦ ਵਿੱਚ, ਭਾਵੇਂ ਭਰਤ ਮੁਨੀ ਨੇ, ਭਾਵੇਂ ਨਾਟ ਸ਼ਾਸਤਰ ਦੇ ਜ਼ਰੀਏ, ਜਾਂ ਨੰਦਕੇਸ਼ਵਰ ਨੇ ਅਭਿਨੈ ਦਰਪਣ ਦੇ ਜ਼ਰੀਏ, ਜਾਂ ਉਹਨਾਂ ਕਿਤਾਬਾਂ ਦੇ ਜ਼ਰੀਏ ਉਹਨਾਂ ਨੂੰ ਜਿਹੜਾ ਵਾ ਉਹ ਨੋਟੇਸ਼ਨਸ ਬਣਾਈਆਂ ਨੇ। ਤੇ ਸਾਡੇ ਅੰਗ ਅੰਗ, ਪੋਟੇ ਪੋਟੇ ਨੂੰ, ਸਿਰ ਤੋਂ ਲੈ ਕੇ ਪੈਰਾਂ ਤੱਕ, ਹਾਊ ਵੀ ਕੈਨ ਯੂਜ਼ ਦੈਮ, ਉਹਦਾ ਵਿਨਿਯੋਗ ਕੀ ਹੈ, ਉਹਨਾਂ ਦਾ ਇਸਤੇਮਾਲ ਕਿਵੇਂ ਹੁੰਦਾ, ਉਹ ਕੀ ਕੀ ਰਿਪਰੈਜ਼ੈਂਟ ਕਰਦੇ ਨੇ, ਇਹ ਸਾਰਾ ਕੁਝ ਮੈਨੂੰ ਉੱਥੋਂ ਭਰਤਨਾਟਿਅਮ ਤੇ ਕੱਥਕ ਵਾਲੇ ਪਾਸਿਓਂ ਵੇਖਿਆ। ਫਿਰ ਗਤ ਨਿਕਾਸ, ਚਾਲਾਂ ਕਾਲਾਂ, ਇਹ ਉਹ ਭਾਵ ਰਸ ਲੈਣਾ ਦੇਣਾ, ਉਹ ਸਾਰਾ ਕੁਝ ਮੈਨੂੰ ਥੀਏਟਰ 'ਚ ਵੀ ਕੰਮ ਆਇਆ, ਰੰਗਮੰਚ ਵਾਲੇ ਪਾਸੇ ਵੀ। ਤੇ ਫੋਕ ਦੀਆਂ ਜਿਹੜੀਆਂ ਮੈਂ ਚੀਜ਼ਾਂ ਤਿਆਰ ਕਰਨਾ ਚਾਹੁੰਦਾ ਸੀਗਾ, ਫਿਰ ਮੈਂ ਜਿਹੜੀਆਂ ਲੋਕ ਕਹਾਣੀਆਂ ਪੰਜਾਬ ਦੀਆਂ ਪੋਪੂਲਰ ਸੀਗੀਆਂ, ਲੋਕੀ ਉਹ ਵੇਖਣਾ ਚਾਹੁੰਦੇ ਸੀਗੇ, ਮਿਰਜ਼ਾ ਸਾਹਿਬਾਂ, ਹੀਰ ਰਾਂਝਾ, ਤੇ ਇਹਨਾਂ ਦੇ ਉੱਤੇ ਵਰਕ ਕੀਤਾ। ਲੇਕਿਨ ਉਹ ਪੁੱਟ ਜਿਹੜੀ ਆ ਮੈਂ ਕਲਾਸੀਕਲ ਡਾਂਸ ਦੀ ਵਿੱਚ ਨਾਲ ਰੱਖਦਾ ਰਿਹਾ। ਉਹਦੇ ਵਿੱਚ ਕਈ ਵਾਰ ਸਾਨੂੰ ਵੇਖਣ ਦਾ ਮੌਕਾ ਮਿਲ ਜਾਂਦਾ ਸੀ। ਸ਼ੀਲਾ ਭਾਟੀਆ, ਉਹਨਾਂ ਦੇ ਚੰਨ ਬੱਦਲਾਂ ਦਾ ਇੱਕ ਵਾਰੀ ਦਿੱਲੀ ਜਾ ਕੇ ਵੇਖਣ ਦਾ ਮੈਨੂੰ ਮੌਕਾ ਮਿਲਿਆ।
ਤੇ ਇਦਾਂ ਹੀ ਕੁਝ ਹੋਰ ਆਉਂਦੇ ਰਹਿੰਦੇ ਸੀਗੇ ਚੰਡੀਗੜ੍ਹ ਹੋਣ ਕਰਕੇ। ਤੇ ਉਹ ਫਿਰ ਮੈਂ ਹਜੇ ਇਹ ਇਸਤੇਮਾਲ ਕਰ ਸੁਦਰਸ਼ਨ ਤੀਰ ਸੀ, ਅੱਜ ਕੱਲ੍ਹ ਉਹ ਗਲਾਸਕੋ ਹੁੰਦੇ ਆ। ਤੇ ਉਹਨਾਂ ਨੇ ਉਹ ਮੁੰਬਈ ਤੋਂ ਤਿਆਰ ਕੀਤਾ ਸੀ, ਬਾਅਦ ਵਿੱਚ ਉਹ ਗਲਾਸਕੋ ਤੋਂ ਵੀ ਤਿਆਰ ਕਰਕੇ ਲਿਆਏ, ਹੀਰ ਰਾਂਝਾ ਤੇ ਮਿਰਜ਼ਾ ਸਾਹਿਬਾਂ ਵੀ। ਤੇ ਈਵਨ ਲੂਣਾ ਉਹਦੇ ਵਿੱਚ ਪਹਿਲਾਂ ਮੈਂ ਭੁੱਲ ਗਿਆ, ਗੁਰੂ ਜੀ ਸੀਗੇ ਇੱਥੇ ਦਿੱਲੀ ਦੇ, ਬ੍ਰਿਜੂ ਮਹਾਰਾਜ ਨਹੀਂ, ਕ੍ਰਿਸ਼ਨ ਮਹਾਰਾਜ। ਤੇ ਕ੍ਰਿਸ਼ਨ ਮਹਾਰਾਜ ਉਹਨਾਂ ਨੇ ਲੂਣਾ ਖੇਡੀ ਇੱਥੇ ਕਲਾਸੀਕਲ ਦੇ ਵਿੱਚ, ਹਾਂ ਸੋਲੋ। ਏਦਾਂ ਹੀ ਫਿਰ ਜਦੋਂ ਲੂਣਾ, ਕਿਉਂਕਿ ਤੁਸੀਂ ਵੀ ਖੇਡਦੇ ਰਹੇ, ਇਹ ਲੂਣਾ ਉਹਨਾਂ ਸੋਲੋ ਖੇਡਿਆ ਸੀ? ਸੋਲੋ ਜੀ। ਕੀ ਬਾਤ ਹੈ, ਕੀ ਬਾਤ। ਹਾਂਜੀ ਹਾਂਜੀ। ਤੇ ਏਦਾਂ ਹੀ ਜਦੋਂ ਪੰਜਾਬੀ ਕਲਾ ਕੇਂਦਰ ਮੁੰਬਈ ਵਾਲੇ ਲੂਣਾ ਲੈ ਕੇ ਆਉਂਦੇ ਆ, ਅੰਜਮ ਸਵੇਰਾ ਜਦੋਂ ਲੂਣਾ ਦੇ ਰੋਲ ਚ ਹੁੰਦੀ ਆ, ਤੇ ਮਨਮੋਹਨ ਕ੍ਰਿਸ਼ਨ ਸਲਮਾਨ ਸੀ ਉਦੋਂ, ਸਲਮਾਨ ਦੇ ਰੋਲ ਚ ਹੈ। ਤੇ ਉਹ ਪ੍ਰੋਡਕਸ਼ਨ ਹੀ ਵੇਖੀ ਤਾਂ ਖੈਰ ਜਿਹੜੀ ਮੁੰਬਈ ਵਾਲੀ ਸੀ, ਤੇ ਉਹਦੀ ਨਿਰਦੇਸ਼ਕ ਤੁਹਾਡੇ ਮੇਰੇ ਖਿਆਲ ਸੀਨੀਅਰ ਰਹੇ ਬੁੱਧ ਸਿੰਘ ਹੁਣੀ, ਜਿਹਨੂੰ ਅੰਮ੍ਰਿਤਪਾਲ ਦੇ ਨਾਮ ਅੰਮ੍ਰਿਤਪਾਲ ਸੀ ਜੀ ਜੀ, ਉਹ ਉਹਨਾਂ ਦੇ ਨਿਰਦੇਸ਼ਕ ਸੀਗੇ। ਤੇ ਉਹਨਾਂ ਨੇ ਜਦੋਂ ਉਹ ਜਿਹੜੇ ਮੁਕਾਲਮੇ ਆ, ਡਾਇਲੋਗ ਆ, ਪੋਇਟਰੀ ਦੇ ਵਿੱਚ ਜਦੋਂ ਵਰਤੇ ਤੇ ਉਹ ਦਿਖਾਏ ਤਾਂ ਬੜਾ ਸੋਹਣਾ ਲੱਗਾ। ਉਹਨਾਂ ਨੇ ਕੋਈ ਚੇਂਜਸ ਨਹੀਂ ਕੀਤੀਆਂ। ਅੱਜ ਕੱਲ੍ਹ ਆਮ ਤੌਰ ਦੇ ਉੱਤੇ ਡਾਇਲੋਗ ਵਾਰਤਾਲਾਪ ਤੇ ਲੋਕੀ ਕਰ ਲੈਂਦੇ, ਲੇਕਿਨ ਪੋਇਟਰੀ ਦੀ ਜਿਹੜੀ ਹੈ ਨਾ, ਉਹ ਜਿਹੜਾ ਇੱਕ ਖਾਸ ਜਿਹਾ ਰੂਹ ਨੂੰ ਜਿਹੜਾ ਸਕੂਨ ਦਿੰਦੀ, ਉਹ ਚੀਜ਼ਾਂ ਮਿਸ ਹੋ ਜਾਂਦੀਆਂ ਕਈ ਵਾਰੀ। ਤੇ ਪਰ ਉਹਨਾਂ ਨੇ ਉਹ ਐਜ਼ ਇਟ ਇਜ਼ ਰੱਖਿਆ ਸੀ, ਤੇ ਉਹ ਬੜਾ ਅੱਛਾ ਗਿਆ। ਦੂਜਾ ਪਲੇ ਉਹ ਲੈ ਕੇ ਆਏ ਸੀਗੇ ਡਾਕਟਰ ਚਰਨ ਸਿੰਘ ਹੋਣਾ ਦਾ, ਉਹ ਅਸੀਂ ਬਾਅਦ ਵਿੱਚ ਖੇਡਦੇ ਰਹੇ ਹਾਂ, ਕੱਲ ਅੱਜ ਤੇ ਭਲਕ, ਯਾਨੀ ਉਹ, ਹਾਂ। ਤੇ ਉਹਦੇ ਵਿੱਚ ਮੋਹਨ ਕ੍ਰਿਸ਼ਨ ਹੋਣਾ ਨੇ ਉਹ ਜਿਹੜਾ ਮੰਤਰੀ ਜਿਹਾ ਬਣਦਾ, ਜਿਹੜਾ ਉਹ ਕਰੈਕਟਰ ਉਹਨਾਂ ਨੇ ਖੇਡਿਆ ਸੀਗਾ। ਖੈਰ, ਤੇ ਉਦੋਂ ਉਹਨਾਂ ਨੂੰ ਡੈਡੀਕੇਸ਼ਨ ਬੜੀ ਸੀਗੀ, ਕਿਉਂਕਿ ਬਲਰਾਜ ਸਾਹਨੀ ਜੀ ਉਹਨਾਂ ਦੇ ਮਗਰ ਹੁੰਦੇ ਸੀਗੇ ਤੇ ਪਹਿਲਾਂ। ਤੇ ਉਹ ਫਿਰ ਜੀ, ਤੇ ਉਸ ਤੋਂ ਬਾਅਦ ਇਹੋ ਜਿਹੀਆਂ ਵੱਡੀਆਂ ਪ੍ਰੋਡਕਸ਼ਨਾਂ ਵੇਖ ਕੇ ਮਨ ਦੇ ਉੱਤੇ ਹੁੰਦਾ ਸੀਗਾ ਵੀ ਵਾਕਈ ਅੱਛਾ। ਫਿਰ ਗੁਸ਼ਨ ਭਾਜੀ ਵਾਲਾ ਦੌਰ ਆ ਗਿਆ, ਤੁਸੀਂ ਲੋਕ ਸੁਖਦੇਵ ਹੋਣੀ ਸਾਰੇ, ਮੈਨੂੰ ਉਹ ਦਿਨ ਯਾਦ ਆ ਸਾਰੇ, ਕਿ ਕਿੱਦਾਂ ਤੁਸੀਂ ਜਾਨ ਤਲੀ ਤੇ ਰੱਖ ਕੇ ਤੇ ਅੱਤਵਾਦ ਦੇ ਦਿਨਾਂ ਦੇ ਵਿੱਚ। ਹਾਲਾਂਕਿ ਸਾਡੇ ਇਪਟਾ ਵਾਲੇ ਵੀ ਉਦੋਂ ਕੈਫੀ ਆਜ਼ਮੀ ਜੀ ਦੀ ਰਹਿਨਮਾਈ ਦੇ ਵਿੱਚ ਆਏ ਸੀਗੇ। ਤਲਵਾੜੇ ਕੀਤਾ ਸੀ ਇੱਕ, ਹਾਂ ਤਲਵਾੜੇ ਖੇਡਿਆ, ਚੰਡੀਗੜ੍ਹ ਜਦੋਂ ਤਲਵਾੜੇ ਖੇਡਿਆ ਮੈਂ ਉੱਥੇ ਹਾੜੀਆਂ ਸੌੜੀਆਂ ਖੇਡਿਆ ਸੀ ਉਦੋਂ। ਵਾਹ 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 ਵਾਹ। ਹਾਂ, ਉਦੋਂ ਕੈਫੀ ਆਜ਼ਮੀ ਸਾਹਿਬ ਸੀਗੇ ਸਾਹਮਣੇ। ਜੀ। ਤੇ ਕਿਉਂਕਿ ਉਹ ਲੀਡ ਕਰ ਰਹੇ ਸੀ ਉਸ ਕਾਫਲੇ ਨੂੰ। ਅਸੀਂ ਖੈਰ ਇੱਥੋਂ ਨਾਲ ਜੁਆਇਨ ਕੀਤਾ ਸੀਗਾ। ਤਰਨ ਤਾਰਨ ਜਿਹੜਾ ਗੜਿਆ ਉਹਨਾਂ ਦਾ ਉਦੋਂ ਹੁੰਦਾ ਸੀ ਕਿਸੇ ਵੇਲੇ, ਮੁੰਡਿਆਂ ਦਾ ਕਹਿ ਲਓ। ਤੇ ਉਹ ਉਦੋਂ ਉੱਥੇ ਵੀ ਉਹਨਾਂ ਨੇ ਖੇਡਿਆ। ਪਰ ਉਹ ਜਿਹੜੀ ਸੀਗੀ ਨਾ, ਤੁਸੀਂ ਜਿਹਦਾ ਕਹਿੰਦੇ ਹੁੰਦੇ ਹੋ ਨਾ ਕਿ ਖਾੜਕੂਵਾਦ ਜਾਂ ਪੰਜਾਬ ਦੇ ਕਾਲੇ ਦਿਨਾਂ ਵਿੱਚ ਜੇ ਕੋਈ ਉੱਥੇ ਨਿਭਿਆ ਖੇਤ, ਤਾਂ ਉਹ ਸਿਰਫ ਰੰਗਮੰਚ ਹੀ ਨਿਭਿਆ, ਥੀਏਟਰ ਹੀ ਨਿਭਿਆ। ਆ ਗਾਉਣ ਗੁਣ ਵਾਲੇ ਤਾਂ ਸਾਰੇ ਲੋਗੇ ਸੀ, ਵੀ ਪਤਾ ਨਹੀਂ ਕਿੱਧਰ ਨੂੰ ਗਏ। ਤੇ ਉਹ ਫਿਰ ਤੁਹਾਡੀਆਂ ਪ੍ਰੋਡਕਸ਼ਨਾਂ ਅਸੀਂ ਵੇਖਣੀਆਂ, ਤੇ ਉਹ ਫਿਰ ਨਾਲ ਅਸੀਂ ਆਪਣੇ ਆਪ ਨੂੰ ਸੁਧਾਰ ਕਰਦੇ ਰਹਿਣਾ। ਉਹਦੇ ਵਿੱਚ ਅਸੀਂ ਕਈ ਫਿਰ ਡਾਕਟਰ ਅਮਰੀਕ ਸਿੰਘ ਹੋਣਾ ਦਾ ਨਾਟਕ ਸੀ ਇੱਕ, ਕੰਮ ਕੇਕੜਾ, ਤੇ ਉਹ ਬਲਜੀਤ ਜ਼ਖਮੀ ਹੋਰਾਂ ਦੀ ਨਿਰਦੇਸ਼ਨਾ 'ਚ ਖੇਡਿਆ। ਇੱਕ ਨਾਟਕ ਭੀਸ਼ਮ ਸਾਹਨੀ ਹੋਰਾਂ ਦਾ ਸੀਗਾ, ਹਨੂਸ਼। ਤੇ ਹਾਂਜੀ। ਤੇ ਉਹ ਘੜੀ ਦੀ ਇਜਾਦ ਬਾਰੇ ਜੀ। ਤਾਂ ਉਹ ਦਲਵੀਰ ਹੋਣੀ ਹੁੰਦੇ ਸੀਗੇ ਸਾਡੇ ਨਾਲ ਇਪਟਾ ਦੇ, ਚੰਡੀਗੜ੍ਹ ਇਪਟਾ ਦੇ ਉਹ ਪ੍ਰਧਾਨ ਹੁੰਦੇ ਸੀਗੇ ਜੀ। ਤਾਂ ਉਹਨਾਂ ਦੀ ਨਿਰਦੇਸ਼ਨਾ ਵਿੱਚ ਫਿਰ ਉਹ ਖੇਡਿਆ, ਬਲਜੀਤ ਬਾਲਾ ਤੇ ਹੋਰ ਕਈ ਲੋਕੀ ਉਹਦੇ ਵਿੱਚ ਸੀਗੇ। ਏਦਾਂ ਹੀ ਫਿਰ ਅਲੱਗ-ਅਲੱਗ ਚੰਡੀਗੜ੍ਹ ਦੇ ਮੈਨੂੰ ਸੀ ਵੀ ਅਲੱਗ-ਅਲੱਗ ਥੀਏਟਰ ਵਾਲੇ ਜਿਹੜੇ ਨੇ, ਇੱਛਾ ਤਾਂ ਬੜੀ ਸੀ ਵੀ ਕਦੇ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਵਿੱਚ ਖੇਡੀਏ, ਲੇਕਿਨ ਤੁਸੀਂ ਅੰਮ੍ਰਿਤਸਰ ਸੀਗੇ। ਨਹੀਂ, ਤੁਸੀਂ ਅਜੇ ਵੀ ਇੱਛਾ ਰੱਖੋ, ਅਜੇ ਵੀ ਇੱਛਾ ਰੱਖੋ। ਤੇ ਅੱਛਾ, ਇੱਥੇ ਮੈਂ ਬਲਕਾਰ ਜੀ, ਮੈਂ ਹੁਣ ਤੁਹਾਨੂੰ ਸਾਹ ਦਵਾਉਣਾ ਵਾ। ਤੁਸੀਂ ਇੰਨੀਆਂ ਖੂਬਸੂਰਤ ਗੱਲਾਂ ਕਰ ਰਹੇ ਹੋ, ਇੰਨੀਆਂ ਜਾਣਕਾਰੀ ਭਰਪੂਰ ਗੱਲਾਂ ਨੇ, ਔਰ ਮੈਨੂੰ ਇਹ ਪੱਖ ਬਹੁਤ ਸੋਹਣਾ ਲੱਗ ਰਿਹਾ ਹੈ ਕਿ ਤੁਸੀਂ ਜਿਹੜੀ ਟ੍ਰੇਨਿੰਗ ਲੈਂਦੇ ਰਹੇ ਹੋ, ਕਿ ਤੁਸੀਂ ਫੋਕ ਦੀ ਟ੍ਰੇਨਿੰਗ ਲੈ ਰਹੇ ਹੋ, ਤੁਸੀਂ ਕਲਾਸੀਕਲ ਦੀ ਟ੍ਰੇਨਿੰਗ ਲੈ ਰਹੇ ਹੋ, ਤੁਸੀਂ ਮੁਦਰਾਵਾਂ ਸਿੱਖਦੇ ਪਏ ਹੋ, ਤੁਸੀਂ ਇਪਟਾ ਦੇ ਨਾਲ ਚੱਲ ਰਹੇ ਹੋ, ਤੁਸੀਂ ਥੀਏਟਰ ਦੇ ਵਿੱਚ ਸਿੱਖਦੇ ਪਏ ਹੋ, ਤੁਸੀਂ ਹਰ ਕਿਸਮ ਦੀ ਜਿਹੜੀ ਵਿਧਾ ਆ
ਕਿ ਕਿਵੇਂ ਤੁਸੀਂ ਹਿੰਦੀ ਵਾਸਤੇ ਉਹ ਡਿਕਸ਼ਨ ਵਾਸਤੇ ਤੁਸੀਂ ਉਹ ਟ੍ਰੇਨਿੰਗ ਲੈਂਦੇ ਪਏ, ਤੁਸੀਂ ਡਿਪਲੋਮਾ ਕਰ ਰਹੇ ਹੋ, ਤੁਸੀਂ ਉਰਦੂ ਵਾਸਤੇ ਡਿਪਲੋਮਾ ਕਰ ਰਹੇ ਹੋ। ਮੈਂ ਕਹਿੰਦਾ ਕਿ ਇਹ ਇੱਕ ਜਿਹੜੇ ਪਰਫੈਕਟ ਜਿਹੜੇ ਕਲਾਕਾਰ ਹੋਣ ਲਈ ਵੀ ਇਹ ਗੁਣ ਹੋਣੇ ਬਹੁਤ ਲਾਜ਼ਮੀ ਹੈ ਕਿ ਤੁਸੀਂ ਸਿੱਖਦੇ ਕਿੰਨਾ ਕੁਝ ਹੋ, ਕਿ ਜਿਹੜੀ ਚੀਜ਼ ਦੀ ਤੁਹਾਨੂੰ ਲੋੜ ਪੈਂਦੀ ਪਈ ਤੁਸੀਂ ਸਿੱਖਦੇ ਪਏ ਹੋ। ਇਹ ਗੁਣ ਜਿਹੜਾ ਸਾਡੇ ਜਿਹੜੇ ਅੱਜ ਦੇ ਹਾਲਾਂਕਿ ਤੁਸੀਂ ਉਦੋਂ ਕੋਈ ਪ੍ਰੋਫੈਸ਼ਨਲ ਆਰਟਿਸਟ ਨਹੀਂ, ਕੋਈ ਉਸ ਤਰ੍ਹਾਂ ਦੇ ਨਹੀਂ, ਪਰ ਫਿਰ ਵੀ ਤੁਸੀਂ ਐਮੇਚਿਓਰ ਹੁੰਦਿਆਂ ਹੋਇਆਂ ਵੀ ਪ੍ਰੋਫੈਸ਼ਨਲ ਵਾਲੇ ਸਾਰੇ ਗੁਣ ਜਿਹੜੇ ਅਖਤਿਆਰ ਕਰਦੇ ਪਏ ਸੀਗੇ। ਇਹ ਗੁਣ ਸਾਡੇ ਜਿਹੜੇ ਹੋਣ ਵਾਲੇ ਕਲਾਕਾਰ ਨੇ ਉਹ ਇੰਨੀ ਮਿਹਨਤ ਬਿਲਕੁਲ ਨਹੀਂ ਕਰਦੇ ਵੀ ਅਗਰ ਉਹਨਾਂ ਦੀ ਬੋਡੀ ਲੈਂਗੁਏਜ ਦੇ ਵਿੱਚ ਕੋਈ ਪ੍ਰੋਬਲਮ ਹੈ ਤੇ ਉਹ ਕਲਾਸੀਕਲ ਡਾਂਸ ਸਿੱਖ ਲੈਣ ਜਾਂ ਉਹ ਕੋਈ ਭੰਗੜੇ ਦੀ ਕਲਾਸ ਲਾ ਲੈਣ ਵੀ ਆਪਣੀ ਬੋਡੀ ਨੂੰ ਉਹਦੇ ਵਿੱਚ ਰਿਦਮ ਲਿਆਉਣ ਵਾਸਤੇ ਜਾਂ ਆਪਣੀ ਗਾਇਕੀ ਵਾਸਤੇ ਕੁਝ ਕਰ ਲੈਣ। ਇਹ ਗੱਲਾਂ ਮੈਨੂੰ ਤੁਹਾਡੀਆਂ ਜਿਹੜੀਆਂ ਮੈਨੂੰ ਲੱਗਦਾ ਕਿ ਇਹ ਤੁਹਾਡੀ ਜਿਹੜੀ ਜਾਣਕਾਰੀ ਹੈ ਸਾਰੀ ਜਿਹੜੀ ਹੈ ਹੁਣ ਜਦੋਂ ਫੇਸਬੁੱਕ ਤੇ ਜਾਏਗੀ ਤੇ ਮੈਂ ਬਹੁਤ ਸਾਰੇ ਜਿਹੜੇ ਯੰਗ ਆਰਟਿਸਟ ਹੈ ਉਹਨਾਂ ਨੂੰ ਰਿਕਮੈਂਡ ਕਰਾਂਗਾ ਕਿ ਉਹ ਤੁਹਾਨੂੰ ਇਹ ਸੁਣਨ, ਤੁਹਾਡੇ ਬਾਰੇ ਜ਼ਰੂਰ ਤੁਹਾਡੀਆਂ ਗੱਲਾਂ ਸੁਣਨ ਤਾਂ ਕਿ ਉਹ ਵੀ ਕੁਝ ਇਹ ਤੋਂ ਗਿਆਨ ਹਾਸਲ ਕਰ ਸਕਣ ਕਿ ਇੱਕ ਚੰਗਾ ਕਲਾਕਾਰ ਬਣਨ ਲਈ ਤੁਹਾਨੂੰ ਕਿਹੜੇ ਕਿਹੜੇ ਪੁੜਾਂ ਦੇ ਵਿੱਚੋਂ ਦੀ ਲੰਘਣਾ ਪੈਂਦਾ ਵਾ। ਇਹ ਛੋਟੀ ਮੋਟੀ ਗੱਲ ਨਹੀਂ ਹੈ। ਤੁਸੀਂ ਬਹੁਤ 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 ਮਿਹਨਤ ਕੀਤੀ, ਬੜਾ ਸੰਘਰਸ਼ ਚੋਂ ਲੰਘੇ, ਬੜੇ ਕ੍ਰੀਏਟਿਵ ਪ੍ਰੋਸੈਸ ਨਾਲ ਜੁੜੇ ਰਹੇ ਔਰ ਤੁਹਾਡੇ ਇਸ ਪ੍ਰੋਸੈਸ ਨੂੰ ਸੁਣਨ ਵਾਸਤੇ ਸਾਡੇ ਨਾਲ ਹੁਣ ਨਵਨਿੰਦਰਾ ਬਹਿਲ ਹੋਰੀ ਬੰਬੇ ਤੋਂ ਜੁੜੇ ਹੋਏ ਨੇ, ਜਗਦੀਸ਼ ਹੋਰੀ ਖੰਨੇ ਤੋਂ ਵੀ ਸਾਡੇ ਨਾਲ ਜਿਹੜੇ ਉਹ ਵੀ ਤੁਹਾਡੀਆਂ ਗੱਲਾਂ ਸੁਣਦੇ ਪਏ ਨੇ ਜੀ। ਤੁਹਾਨੂੰ ਦੋਸਤੋ ਸਾਰਿਆਂ ਨੂੰ ਜੀ ਹਾਂ। ਅੱਛਾ ਬਲਕਾਰ ਜੀ, ਤੁਸੀਂ ਫਿਰ ਕੋਈ ਆਪਣਾ ਥੀਏਟਰ ਗਰੁੱਪ ਜਾਂ ਕੋਈ ਡਾਂਸ ਗਰੁੱਪ ਨਹੀਂ ਬਣਾਇਆ, ਤੁਸੀਂ ਬਾਕੀਆਂ ਨਾਲ ਜੁੜਦੇ ਰਹੇ, ਬਾਕੀ ਥੀਏਟਰ ਗਰੁੱਪਾਂ ਨਾਲ ਕੰਮ ਕਰਦੇ ਰਹੇ ਔਰ ਉਸ ਤੋਂ ਬਾਅਦ ਫਿਰ ਤੁਸੀਂ ਮੈਨੂੰ ਇੱਕੋ ਵੀ ਜਾਣਕਾਰੀ ਦੇਣੀ ਹੈ ਕਿ ਤੁਸੀਂ ਬਹੁਤ ਸਾਰੇ ਅਹੁਦਿਆਂ ਦੇ ਉੱਤੇ ਵੀ ਰਹੇ ਹੋ, ਚੰਡੀਗੜ੍ਹ ਦੇ ਵਿੱਚ ਟੈਗੋਰ ਥੀਏਟਰ ਦੇ ਵਿੱਚ ਜਾਂ ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਦੇ ਵਿੱਚ ਵੀ ਤੁਸੀਂ ਉਹਨਾਂ ਦੇ ਮੈਂਬਰ ਵੀ ਰਹੇ, ਅਹੁਦੇਦਾਰ ਵੀ ਰਹੇ। ਉਹ ਜ਼ਿੰਮੇਵਾਰੀਆਂ ਵੀ ਤੁਸੀਂ ਜਿਹੜੀਆਂ ਬਖੂਬੀ ਨਿਭਾਉਂਦੇ ਰਹੇ ਜਿਹੜੀਆਂ, ਔਰ ਤੁਹਾਡੇ ਸਮਿਆਂ ਦੇ ਵਿੱਚ ਬੜੀ ਅਲੱਗ ਤਰ੍ਹਾਂ ਕੰਮ ਵੀ ਹੁੰਦੇ ਰਹੇ। ਸੋ ਤੁਸੀਂ ਇੱਧਰ ਇੱਕ ਕਲਾਕਾਰ, ਅਦਾਕਾਰ, ਡਾਂਸਰ, ਨ੍ਰਿਤਕਾਰ, ਤੁਸੀਂ ਗਾਉਂਦੇ ਵੀ ਬਹੁਤ ਅੱਛਾ ਹੋ, ਸਿੰਗਰ ਬੜੇ ਅੱਛੇ ਹੋ ਤੁਸੀਂ, ਹੈ ਨਾ। ਵੀ ਇੱਕ ਬੰਦੇ ਦੇ ਅੰਦਰ ਇੰਨੇ ਗੁਣ ਜਿਹੜੇ ਹੋਣੇ, ਇਹ ਫਿਰ ਸਾਰਾ ਕੁਝ ਕਿੱਦਾਂ ਤੁਸੀਂ ਮੈਨੇਜ ਕਰਦੇ ਸੀ? ਤੁਸੀਂ ਫਿਰ ਜੌਬ ਵੀ ਕਰਦੇ ਰਹੇ, ਉਹ ਵੀ ਸੁਣਨਾ ਚਾਹਾਂਗਾ ਮੈਂ ਕਿ ਤੁਸੀਂ ਵਿੱਚ ਵਿੱਚ ਜੌਬ ਇਹ ਸੰਭਾਲਦੇ ਰਹੇ ਜੀ। ਪਤਾ ਨਹੀਂ ਇਹ ਤੁਹਾਡੇ ਕੋਲ ਸਮਾਂ ਕਿੰਨਾ ਕਿ ਗੱਲਾਂ ਤੁਸੀਂ ਬਹੁਤ ਪੁੱਛ ਲਈਆਂ। ਪਹਿਲਾਂ ਤੇ ਬੜਾ ਧੰਨਵਾਦ ਤੁਹਾਡਾ। ਜਿੰਨੀਆਂ ਪੁੱਛੀਆਂ ਤੁਸੀਂ ਦੱਸ ਦਿਓ, ਸਮਾਂ ਆਪਾਂ ਦੇਖ ਲਾਂਗੇ। ਓਕੇ ਓਕੇ। ਤੇ ਉਹ ਬੇਨਤੀ ਹੈ ਕਿ ਜਦੋਂ ਤੁਸੀਂ ਤਾਂ ਕਿਹਾ ਵੀ ਇਹ ਕਲਾਕਾਰਾਂ 'ਚ ਹੋਣੀਆਂ ਚਾਹੀਦੀਆਂ ਸਾਰੀਆਂ ਖੂਬੀਆਂ ਕੋ ਲਰਨ ਕਰੇ, ਸਿੱਖੇ, ਸਾਰਾ ਕੁਝ ਬੰਦਾ ਸਾਰੀ ਉਮਰ ਸਿੱਖਦਾ ਰਹਿੰਦਾ, ਅਸੀਂ ਹਾਲੇ ਵੀ ਸਿੱਖਦੇ ਹਾਂ ਬੱਚਿਆਂ ਕੋਲ। ਹਾਂਜੀ, ਲੇਕਿਨ ਕੀ ਆ ਕਿ ਮੈਂ ਤਾਂ ਸੱਚੀ ਗੱਲ ਮੈਂ ਤੁਹਾਨੂੰ ਪੁੱਛਾਂ ਦੱਸਾਂ ਕਿ ਸੱਚੀ ਗੱਲ ਇਹ ਹੈ ਕਿ ਮੈਂ ਸਿਰਫ ਆਪਣੀ ਜਿਗਿਆਸਾ ਜਿਹੜੇ ਮੇਰੇ ਅੰਦਰ ਸੀਗੀ ਨਾ ਉਹਦੀ ਤ੍ਰਿਪਤੀ ਵਾਸਤੇ ਹੀ ਸਿੱਖਦਾ ਸੀਗਾ। ਜੇ ਮੈਂ ਸੰਗੀਤ ਭੂਸ਼ਣ ਪਾਸ ਕੀਤੀ ਆ ਮਿਊਜ਼ਿਕ ਦੀ, ਉਹ ਇਸ ਕਰਕੇ ਵੀ ਕਈ ਵਾਰੀ ਅਸੀਂ ਜਾਣਾ ਰੈਸੀਟੇਸ਼ਨ ਸੁਣਨ ਤੇ ਉਹ ਕਲਾਸੀਕਲ 'ਚ ਗਾਉਂਦੇ ਸੀਗੇ, ਸੈਮੀ ਕਲਾਸੀਕਲ 'ਚ ਸਾਨੂੰ ਸਮਝ ਨਹੀਂ ਸੀ ਲੱਗਦਾ ਸ਼ੁਰੂ 'ਚ। ਫਿਰ ਮੈਂ ਆਖਿਆ ਇਹਨਾਂ ਦੀ ਸਰਮਗਾ ਤੋਂ ਅਲਾਪ, ਤਾਨਾ, ਇਹ ਸਾਰੀਆਂ ਤੇ ਵਿਸਥਾਰ ਸੁਰ ਦਾ ਕਿਵੇਂ ਕਰਦੇ ਆ ਤੇ ਕਿਵੇਂ ਇਹ ਚੀਜ਼ਾਂ ਸਿੱਖੀਆਂ ਜਾਣ। ਉਹ ਫਿਰ ਮੈਂ ਸਿੱਖੀਆਂ। ਫਿਰ ਮੈਨੂੰ ਬੜਾ ਮਜ਼ਾ ਆਉਣ ਲੱਗਾ ਜਦੋਂ ਹਰ ਤਰ੍ਹਾਂ ਦੇ ਜਿਹੜੇ ਗਵਈਏ ਆ ਉਹ ਇੱਥੇ ਆਉਣੇ, ਕਲਾਸੀਕਲ ਦੇ ਦੂਜੇ ਵੀ, ਤੇ ਫਿਰ ਅੰਦਰ ਰੂਹ 'ਚ ਉਤਰਦੇ ਜਾਣੇ। ਤੇ ਏਦਾਂ ਹੀ ਬਾਕੀ ਦੇ ਡਾਂਸਿਸ ਦੇ ਵੀ ਏਦਾਂ ਹੁੰਦਾ ਸੀਗਾ। ਕਲਾਸੀਕਲ ਮੋਹਣੀ ਆਟਮ, ਉੜੀਸੀ, ਮਨੀਪੁਰੀ, ਉਹਨਾਂ ਨੇ ਜਦੋਂ ਆਉਣਾ, ਕੁਚੀਪੁੜੀ ਵਾਲੇ, ਤਾਂ ਐ ਹੀ ਸਿਰ ਦੇ ਉੱਤੋਂ ਲੰਘ ਜਾਣਾ, ਯਾਰ ਕੀ ਉਹੀ ਗੱਲ, ਉਹ ਬਾਰ-ਬਾਰ ਕਰੀ ਜਾਂਦੇ, ਦੋ ਤਾਂ ਲੈਣਾ ਵਾ, ਉਸੇ ਨੂੰ ਘੁਮਾਈ ਫਿਰਾਈ ਜਾਂਦੇ। ਲੇਕਿਨ ਜਦੋਂ ਆਪ ਸਿੱਖ ਲਿਆ ਫਿਰ ਉਹ ਮੈਨੂੰ ਸੀ ਵੀ ਇਵੈਲੂਏਟ ਕਰਨਾ, ਉਹਨੂੰ ਸਮਝਣਾ, ਆਪਣੀ ਸਮਝ ਵਾਸਤੇ ਮੈਂ ਸਾਰਾ ਕੁਝ ਸਿੱਖਿਆ। ਸੱਚੀ ਗੱਲ ਤਾਂ ਇਹ ਆ ਤੇ ਤਾਂ ਕਿ ਮੈਂ ਇੰਜੋਏ ਕਰ ਸਕਾਂ। ਮੈਂ ਉਸ ਗਜ਼ਲ ਦੇ ਜਿੰਨਾ ਚਿਰ ਮੈਨੂੰ ਉਹਦੇ ਮਾਨੀ ਨਹੀਂ ਆਉਂਦੇ, ਮੀਨਿੰਗ ਨਹੀਂ ਪਤਾ ਲੱਗਦੇ ਤੇ ਉਹਦੀ ਬਰੀਕੀ ਨਹੀਂ ਪਤਾ ਲੱਗਦੀ ਤੇ ਉਹਦੀਆਂ ਸ਼ੇਡਸ ਨਹੀਂ ਪਤਾ ਲੱਗਦੀਆਂ ਇੱਕ ਇੱਕ ਵਰਡ ਦੀਆਂ, ਤਾਂ ਉਹ ਫਿਰ ਮਜ਼ਾ ਨਹੀਂ ਸੀ ਆਉਂਦਾ। ਤੇ ਉਹ ਸਿਰਫ ਮੈਂ ਆਪਣੀ ਉਸ ਸਮਝ ਨੂੰ ਵਧਾਉਣ ਵਾਸਤੇ ਮੈਂ ਆ ਪੰਗੇ ਲੈਂਦਾ ਰਿਹਾ ਇੱਧਰ ਉੱਧਰ। ਤੇ ਪਰ ਮੈਂ ਸਮਝਦਾ ਤੁਹਾਡੀ ਗੱਲ ਬਿਲਕੁਲ ਸਹੀ ਆ ਬਈ ਬੰਦੇ ਨੂੰ ਸਿੱਖਣ ਵਾਸਤੇ, ਪਰਫੈਕਟ ਹੋਣ ਵਾਸਤੇ ਇੱਧਰੋਂ ਇੱਧਰੋਂ ਉਹ ਕਈ ਵਾਰੀ ਹੁਣ ਅਸੀਂ, ਕਿਉਂਕਿ ਫਿਲਮਾਂ ਦੇ ਨਾਲ ਵੀ ਮੇਰਾ ਲਗਾਵ ਰਿਹਾ ਵਾ, ਤੇ ਸਾਨੂੰ ਨਿੱਕੇ ਹੁੰਦੇ ਜਿਹੜੇ ਅਸੀਂ ਸ਼ੌਕੀਆ ਸਿੱਖ ਲਏ ਸੀਗੇ, ਪਿੰਡਾਂ ਦੇ ਵਿੱਚ ਪੱਠੇ ਲੈਣ ਜਾਣਾ, ਖੋਤੀ ਤੇ ਉੱਥੇ ਚੜ ਜਾਣਾ, ਖੋਤੀ ਭਜਾ ਲੈਣੀ, ਤੇ ਜਾਂ ਫਿਰ ਘੋੜੀ ਆ ਗਈ ਤੇ ਘੋੜੀ ਦੇ ਉੱਤੇ, ਸਾਡੇ ਵੇਲੇ ਘੋੜੀਆਂ ਦੇ ਉੱਤੇ ਜੰਜਾਂ ਬਰਾਤਾਂ ਜਾਂਦੀਆਂ ਹੁੰਦੀਆਂ ਸੀਗੀਆਂ,
ਤਾਂ ਉਹ ਕਿੱਦਾਂ ਭਜਾਉਣੀ, ਕਿੱਦਾਂ ਖੜੇ ਹੋਣਾ ਰਕਾਬਾਂ 'ਚ। ਯਾਨੀ ਲੋਕਾਂ ਨੂੰ ਲੱਗਦਾ ਸ਼ਾਇਦ ਬੈਠਾ, ਪਰ ਬੰਦੇ ਨੂੰ ਥੋੜਾ ਜਿਹਾ ਖਲੋਣਾ ਪੈਂਦਾ ਪਿਛਾਂਹ ਕਰਕੇ। ਜਿਹਨੂੰ ਹਾਊਸ ਰਾਈਡਿੰਗ ਆਉਂਦੀ ਉਹ ਸਮਝਦਾ ਇਹ ਗੱਲਾਂ। ਇਹ ਚੀਜ਼ਾਂ ਸਿੱਖਿਆ ਬਚਪਨ ਦੇ ਵਿੱਚ। ਤੇ ਪਿੰਡ ਦੀ ਨਹਿਰ ਦੇ ਵਿੱਚ ਸੂਏ ਦੇ ਉੱਤੇ ਡੁੱਬ ਲਾ ਕੇ ਤੇ ਹੱਥ ਪੈਰ ਮਾਰਦੇ ਸਵਿਮਿੰਗ ਸਿੱਖ ਲਈ। ਉਹ ਸਾਨੂੰ ਸਵਿਮਿੰਗ ਪੂਲ ਚੰਡੀਗੜ੍ਹ ਵੀ ਕੰਮ ਆਈ ਤੇ ਫਿਲਮਾਂ ਦੇ ਵਿੱਚ ਵੀ ਕੰਮ ਆਈ। ਤੇ ਉਹ ਏਦਾਂ ਵੀ ਸਿੱਖਿਆ ਤੁਹਾਡਾ ਕਿਤੇ ਨਹੀਂ ਜਾਂਦਾ, ਉਹ ਤੁਹਾਡੇ ਅੰਦਰ ਹੀ ਆ। ਤੇ ਬੰਦਾ ਸਾਰੀ ਉਮਰ ਸਿੱਖਦਾ ਰਹਿੰਦਾ ਜਿੱਥੋਂ ਵੀ ਕਿਤੇ ਮਿਲੇ। ਅੱਛਾ, ਇੰਨੇ ਵਿਦਵਾਨ ਬੈਠੇ ਆ, ਨਵਨਿੰਦਰਾ ਬਹਿਲ ਭੈਣ ਜੀ ਦੀਦੀ ਬੈਠੇ ਆ। ਸੋ ਇਹਨਾਂ ਦੇ ਪਿਤਾ ਸ਼੍ਰੀ ਬਹੁਤ ਵੱਡੇ ਆਲੋਚਕ, ਬੜੇ ਵੱਡੇ ਨਾਟਕਕਾਰ ਕਪੂਰ ਸਿੰਘ ਘੁੰਮਣ, ਉਹ ਮੇਰੇ ਬੌਸ ਰਹੇ। ਤੁਸੀਂ ਦਫ਼ਤਰ ਦੀ ਗੱਲ ਕੀਤੀ ਆ ਕਿ ਮੈਂ, ਹਾਂਜੀ, ਪਹਿਲਾਂ ਮੈਂ ਦਫ਼ਤਰ ਸੀ ਮੇਰਾ ਗਵਰਨਮੈਂਟ ਆਫ ਇੰਡੀਆ ਦਾ, ਮਿਨਿਸਟਰੀ ਆਫ ਲੇਬਰ ਦਾ ਲੇਬਰ ਬਿਊਰੋ। ਤੇ ਉਹਦੇ 'ਚ ਸੀਗਾ ਕਲੈਕਸ਼ਨ ਆਫ ਡਾਟਾ, ਟੈਬੂਲੇਸ਼ਨ ਆਫ ਡਾਟਾ, ਇਦਾਂ ਦਾ ਸਟੈਟਿਸਟੀਕਲ ਜੌਬ ਸੀਗਾ, ਅੰਕੜਿਆਂ ਨਾਲ ਸੰਬੰਧਿਤ ਸੀ ਸਾਰਾ, ਜਿਨ੍ਹਾਂ ਦੇ ਬੇਸ ਦੇ ਉੱਤੇ ਸੀਪੀਆਈ ਅੰਕ ਕੱਢਦੇ, ਬਾਬੂਆਂ ਨੂੰ ਡੀਏ ਮਿਲਦਾ ਜਾਂ ਮੁਲਾਜ਼ਮਾਂ ਨੂੰ, ਜਾਂ ਅਨਆਰਗੇਨਾਈਜ਼ਡ ਆਰਗੇਨਾਈਜ਼ਡ ਸੈਕਟਰ ਵਾਲੇ ਮਜ਼ਦੂਰਾਂ ਨੂੰ ਤਨਖਾਹ ਮੁਕਰਰ ਹੁੰਦੀਆਂ। ਤੇ ਉਹ ਵਾਲੇ ਦਫ਼ਤਰ ਦੇ ਵਿੱਚ ਪਹਿਲਾਂ ਮੈਂ ਐਜ਼ ਇਨਵੈਸਟੀਗੇਟਰ ਉੱਥੇ 15 ਸਾਲ ਲਾਏ। ਉਸ ਤੋਂ ਬਾਅਦ ਫਿਰ ਮੈਂ ਡੈਪੂਟੇਸ਼ਨ ਲੈ ਲਿਆ ਭਾਸ਼ਾ ਵਿਭਾਗ ਪੰਜਾਬ 'ਚ। ਤੇ ਮੇਰੀ ਸਿਲੈਕਸ਼ਨ ਕਰਨ ਸਰ ਕਪੂਰ ਸਿੰਘ ਘੁੰਮਣ ਜੀ ਸੀਗੇ। ਅੱਛਾ, ਘੁੰਮਣ ਸਾਹਿਬ ਦੇਵਤਾ ਸਰੂਪ ਬੰਦੇ ਸੀ, ਉਹਨਾਂ ਨੇ ਆਇਆ ਕਰਨਾ। ਉਹ ਆਲੋਚਨਾ ਵੀ ਕਰਦੇ ਹੁੰਦੇ ਸੀ ਸਾਡੇ ਨਾਟਕਾਂ ਦੀ, ਰਿਵਿਊ ਕਰਨਾ, ਸਮੀਖਿਆਵਾਂ ਕਰਨੀਆਂ। ਤੇ ਨਾਲ ਉਹ ਜਦੋਂ ਡਾਇਰੈਕਟਰ ਹੋਏ ਤੇ ਇੰਟਰਵਿਊ ਲਈ, ਤੇ ਮੈਨੂੰ ਖੈਰ ਉਹਨੂੰ ਜਾਣਦੇ ਸੀਗੇ, ਕੋਈ ਪਲੇ ਬਲੂ ਮੈਨੂੰ ਦੇਖਦੇ ਹੁੰਦੇ ਸੀਗੇ, ਉਤਸ਼ਾਹਤ ਕਰਦੇ ਸੀਗੇ। ਮੈਂ ਆਪਣੀ ਪਹਿਲੀ ਨਾਟਕਾਂ ਦੀ ਕਿਤਾਬ ਜਿਹੜੀ ਲਿਖੀ ਸੀ ਭੱਠ ਪਿਆ ਸੋਨਾ, ਜਿਹਦੇ ਵਿੱਚ 3 ਨਾਟਕ ਸੀ, ਉਹ ਸੰਗ੍ਰਹਿ ਸੀਗਾ ਭੱਠ ਪਿਆ ਸੋਨਾ, ਗੋਲ ਚੱਕਰ, ਤੇ ਇੱਕ ਪਹਿਲੀ ਤਰੀਕ ਬਾਬੂਆਂ ਦੀ ਸੈਲਰੀ ਕਲਾਸ ਨਾਲ ਸੰਬੰਧਿਤ ਉਹਨਾਂ ਦੀਆਂ ਸਮੱਸਿਆਵਾਂ ਆਰਥਿਕ ਤੇ ਦੂਜੀਆਂ ਸੀਗੀਆਂ। ਤੇ ਉਹ ਉਹਨਾਂ ਨੂੰ ਬੜੀ ਪਸੰਦ ਆਈ, ਉਹਨਾਂ ਨੂੰ ਉਤਸ਼ਾਹਤ ਕਰਨਾ ਵੀ ਏਦਾਂ ਵਧੀਆ ਲਿਖਿਆ ਕਰੋ ਜਾਂ ਕਿੱਦਾਂ। ਉਹ ਮੇਰੇ ਬੌਸ ਸੀਗੇ, ਡਾਇਰੈਕਟਰ ਸੀਗੇ, ਉਹਨਾਂ ਨੇ ਮੈਨੂੰ ਅਪਾਇੰਟਮੈਂਟ ਕੀਤਾ। ਤੇ ਉਸ ਤੋਂ ਬਾਅਦ ਫਿਰ ਮੈਂ ਉੱਥੇ ਤਕਰੀਬਨ 15-20 ਸਾਲ ਤੇ ਮੈਂ ਐਜ਼ ਅਸਿਸਟੈਂਟ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਰਿਟਾਇਰ ਹੋਇਆ। ਤੇ ਮੇਰਾ ਵਾਹ ਫਿਰ ਸੈਕਟਰੀਆਂ ਨਾਲ, ਮੰਤਰੀਆਂ ਨਾਲ, ਤੇ ਗਵਰਨਰ ਨਾਲ, ਕਦੇ ਕਿਸੇ ਦੇ ਸਪੀਚ ਤਿਆਰ ਕਰ, ਉਹਨੂੰ ਅਨੁਵਾਦ ਕਰ ਪੰਜਾਬੀ 'ਚ ਤੇ ਹਿੰਦੀ, ਕਿਉਂਕਿ ਸਾਡਾ ਮਹਿਕਮਾ ਸੀ ਲੈਂਗੁਏਜਿਸ ਦਾ, ਇਹਦੇ ਸਾਰੀਆਂ ਜ਼ੁਬਾਨਾਂ ਦਾ ਇੱਕ ਦੂਜੇ ਨਾਲ ਰਾਬਤਾ ਸੀਗਾ। ਔਰ ਸਾਹਿਤਕਾਰਾਂ ਦਾ ਮੈਨੂੰ ਸ਼ਰਫ ਹਾਸਲ ਹੁੰਦਾ ਰਿਹਾ। ਵੱਡੇ ਸਾਹਿਤਕਾਰ ਭਾਵੇਂ ਸੰਸਕ੍ਰਿਤ ਦੇ ਹੋਣ, ਹਿੰਦੀ ਦੇ ਹੋਣ, ਉਰਦੂ ਦੇ, ਅੰਗਰੇਜ਼ੀ ਦੇ, ਪੰਜਾਬੀ ਦੇ, ਤੇ ਉਹਨਾਂ ਦੇ ਨੇੜੇ ਹੋ ਕੇ ਸੁਣਨ ਦਾ, ਕਰਨ ਦਾ, ਗਾਇਕਾਂ ਦਾ ਵੇਖਣ ਦਾ, ਕਰਨ ਦਾ। ਤਾਂ ਇੰਨਾ ਕੁਛ ਮੈਨੂੰ, ਆਈ ਐਮ ਲੱਕੀ ਇਨਫ ਕਿ ਉਹ ਗੱਲਾਂ। ਇਨ ਦਾ ਮੀਨ ਟਾਈਮ ਤੁਹਾਡੇ ਗੁਰਸ਼ਨ ਭਾਜੀ ਹੋਣਾ ਜਦੋਂ ਆਉਣਾ, ਤੇ ਇੱਕ ਵਾਰੀ ਮੈਨੂੰ ਗੁਰਸ਼ਨ ਭਾਜੀ ਨੇ ਕਹਿਣਾ ਆ ਪਲੇ ਹੈਗਾ, ਕਹਿੰਦਾ ਮੈਂ ਤਾਂ ਵੈਸੇ ਖੇਡਿਆ, ਪਰ ਮੈਂ ਕਹਿੰਦਾ ਵੀ ਤੂੰ ਖੇਡ। ਇੱਕ ਉਹਨਾਂ ਦਾ ਕੋਈ ਸੌਂਗ ਸੀਗਾ, ਉਹ ਕਹਿੰਦੇ ਸੀਗੇ ਵੀ ਇਹਦਾ ਸਮੂਹ ਗਾਣ ਤੂੰ ਤਿਆਰ ਕਰ। ਉਹ ਮੈਂ ਖੈਰ ਚਲੋ ਉਹਨਾਂ ਦੀ ਹੈਲਪ ਕੀਤੀ ਜਾਂ ਕਿੱਦਾਂ ਮੈਂ ਉਹ ਕਰ ਦਿੱਤਾ, ਕਿਉਂਕਿ ਮੈਂ ਕੋਰੀਓਗ੍ਰਾਫੀ ਥੋੜੀ ਬਹੁਤੀ ਜਾਣਦਾ ਸੀਗਾ। ਤਾਂ ਮੈਂ ਉਦਾਂ ਦਾ ਬਣਾ ਲਿਆ, ਉਹਨਾਂ ਨੂੰ ਬੜਾ ਪਸੰਦ ਆਇਆ। ਪਲੇ ਸੀ ਉਹਨਾਂ ਦਾ ਜਿਹੜਾ ਤੁਹਾਡੇ ਸੰਗ੍ਰਹਿ ਵਿੱਚ ਵੀ ਸ਼ਾਮਲ ਆ, ਮੇਰਾ ਲੌਂਗ ਗਵਾਚਾ। ਤੇ ਹਾਂਜੀ, ਉਹ ਫਿਰ ਮੈਂ ਥੋੜਾ ਜਿਹਾ ਹਟ ਕੇ ਕੀਤਾ। ਆਮ ਤੌਰ ਤੇ ਕੀ ਹੁੰਦਾ ਵੀ ਪਹਿਲ ਤੁਸੀਂ ਕਰਦੇ ਹੋ, ਕੇਵਲ ਧਾਲੀਵਾਲ ਜੀ ਪਹਿਲਾਂ ਪਲੇ ਖੇਡਦੇ ਗੁਰਸ਼ਰਨ ਜੀ ਦਾ, ਉਸ ਤੋਂ ਬਾਅਦ ਫਿਰ ਕਾਪੀ ਪੇਸਟ ਚੱਲਦਾ ਸਾਰੇ ਪੰਜਾਬ 'ਚ, ਸਾਰੇ ਗਰੁੱਪ ਉਹਨਾਂ ਨੂੰ ਖੇਡਦੇ ਆ। ਅੱਛਾ, ਮੈਂ ਫਿਰ ਉਹਦੇ 'ਚ ਕੁਛ ਐਡੀਸ਼ਨਸ ਆਪਣੇ ਵੱਲੋਂ ਕੀਤੀਆਂ ਸੀਗੀਆਂ ਤੇ ਉਸੇ ਪਲੇ ਦੇ ਵਿੱਚ। ਤੇ ਲਾਲੀ ਚੌਧਰੀ ਦੀ ਸਕ੍ਰਿਪਟ ਸੀਗੀ, ਉਹ ਮੈਡਮ ਕੈਲੀਫੋਰਨੀਆ ਹੁੰਦੇ ਅੱਜ ਕੱਲ, ਤੇ ਵੈਸੇ ਪਾਕਿਸਤਾਨ ਤੋਂ ਪਿੱਛੋਂ। ਤੇ ਗੁਰਸ਼ਨ ਭਾਜੀ ਨੇ ਬਹੁਤ ਸ਼ਾਨਦਾਰ ਉਹਦੀ ਅਡੈਪਸ਼ਨ ਕੀਤੀ, ਤੇ ਉਹ ਬਕਾਇਦਾ, ਤੇ ਉਹ ਵਿਮਨ ਐਮਪਾਵਰਮੈਂਟ ਦੇ ਉੱਤੇ ਸੀ, ਤੇ ਉਹ ਵੀ ਅਸੀਂ ਖੇਡਿਆ। ਪਲੇ ਹੋਰ ਵੀ ਬਥੇਰੇ ਖੇਡੇ, ਥੈਂਕ ਯੂ ਮਿਸਟਰ ਗਲਾਡ, ਫਿਰ ਕੰਮ ਕੇ ਕੜਾਮੇ ਡਾਕਟਰ ਅਮਰੀਕ ਸਿੰਘ ਹੋਰਾਂ ਦਾ, ਤੇ ਕਈ ਸਰਵਿਸ ਦੀ ਤੁਸੀਂ ਗੱਲ ਕੀਤੀ ਸੀ ਵੀ ਇਹ ਫਿਰ ਨੌਕਰੀ ਜਦੋਂ ਭਾਸ਼ਾ ਵਿਭਾਗ ਦੇ ਵਿੱਚ ਮੈਂ ਰਿਟਾਇਰ ਹੋਇਆ 2010 ਦੇ ਵਿੱਚ, ਤੇ ਫਿਰ ਸਾਡੇ ਕੋਲ ਉੱਥੇ ਪਬਲਿਕ ਐਡਮਿਨਿਸਟ੍ਰੇਸ਼ਨ ਦਾ ਇੰਸਟੀਚਿਊਟ ਹੈ ਮਹਾਤਮਾ ਗਾਂਧੀ ਪੰਜਾਬ ਗਵਰਨਮੈਂਟ ਦਾ, ਉੱਥੇ ਐਜ ਏ ਫੈਕਲਟੀ ਮੈਨੂੰ ਉਹਨਾਂ ਨੇ ਰੱਖ ਲਿਆ, ਲੈਕਚਰ ਦੇਣੇ ਪੰਜਾਬੀ ਜ਼ੁਬਾਨ ਬਾਰੇ ਵੀ, ਉਹਨਾਂ ਦੇ ਜਿਹੜੇ ਹੀਜੇ ਨੇ, ਸਪੈਲਿੰਗਸ ਨੇ, ਪੰਜਾਬੀ ਦੇ ਸ਼ਬਦ ਜੋੜ ਨੇ ਵੀ ਉਹ ਕਿਵੇਂ ਰੱਖਣੇ ਆ ਜਾਂ ਕਿੱਦਾਂ, ਜਾਂ ਹੋਰ ਕੋਈ ਟਰਾਂਸਲੇਸ਼ਨ ਦਾ ਕਿਵੇਂ ਹੁੰਦਾ ਵੀ ਏਦਾਂ ਲੱਗੇ ਵੀ ਇਹ ਅਨੁਵਾਦ ਨਹੀਂ ਗਾ, ਵੀ ਇਹ ਓਰੀਜਨਲ ਕੰਮ ਹੋਇਆ ਜਿਵੇਂ ਦਾ ਕੰਮ ਤੁਸੀਂ ਕਰਦੇ ਹੋ ਜਾਂ ਪ੍ਰੋਫੈਸਰ ਆਈ.ਸੀ. ਨੰਦਾ ਹੋਰਾਂ ਨੇ ਕੀਤਾ ਹੋਇਆ। ਉਹ ਪਲੇ ਸ਼ੇਕਸਪੀਅਰ ਦਾ ਮਰਚੈਂਟ ਆਫ ਵੈਨਿਸ, ਤਾਂ ਉਹਨਾਂ ਨੇ ਉਹਦਾ ਸ਼ਾਮੂ ਸ਼ਾਹ ਦੇ ਨਾਂ ਦੇ ਉੱਤੇ ਅਨੁਵਾਦ ਕੀਤਾ, ਔਰ ਇੰਨਾ ਵਧੀਆ ਕੀਤਾ। ਉਹਦਾ ਪੰਜਾਬੀਕਰਨ, ਪੰਜਾਬੀ ਦਾ ਸੱਭਿਆਚਾਰੀ ਲੱਗਦਾ, ਉਹਦੇ 'ਚ ਮੁਹਾਵਰੇ, ਲੋਕ ਕਹਾਵਤਾਂ ਇੰਨੀਆਂ ਸੋਹਣੀਆਂ ਪਾਈਆਂ,
ਉਹ ਮੈਨੂੰ ਇੱਕ ਉਹਦੀ ਹਾਲੇ ਵੀ ਯਾਦ ਆ ਕਿ ਉਹ ਗੱਲ ਕਰਦੇ ਦੋਵੇਂ ਪਾਤਰੋ, ਕਹਿੰਦਾ ਪਤਾ ਨਹੀਂ ਤੇਰਾ ਵਿਆਹ ਹੋਣਾ ਕਿ ਨਹੀਂ ਹੋਣਾ, ਤੇ ਉਹ ਕਹਿੰਦਾ ਵੀ ਵਿਆਹ ਤਾਂ ਭਾਈ ਚੰਨ ਚੰਨਾਂ ਦੇ ਮਾਮਲੇ, ਚੰਦ ਚੜਨ ਚੜਨ ਨਾ ਚੜਨ ਨਾ ਹੀ ਚੜਨ। ਸੋ ਇਹ ਆ ਜਿਹੜੀਆਂ ਗੱਲਾਂ ਨਾ, ਉਹ ਜਿਹੜੀਆਂ ਪੰਜਾਬੀ ਮਿੱਟੀ ਨਾਲ ਜੁੜੀਆਂ, ਸਾਡੇ ਸੱਭਿਆਚਾਰ ਨਾਲ ਜੁੜੀਆਂ, ਇਹ ਜਦੋਂ ਇਦਾਂ ਦਾ ਅਨੁਵਾਦ ਹੁੰਦਾ ਤੇ ਫਿਰ ਤਾਂ ਨਜ਼ਾਰੇ ਆ ਜਾਂਦੇ ਆ, ਲੱਗਦਾ ਵੀ ਇਹ ਇਦਾਂ ਦਾ। ਹੁਣ ਕਿਉਂਕਿ ਜਗਜੀਤ ਸਰੀਨ ਹੋਣੀ, ਅਸੀਂ ਇਪਟਾ ਦਾ ਜਦੋਂ ਖੰਨੇ ਮੇਲਾ ਮੂਲਾ ਕਰਦੇ, ਇਹ ਵੀ ਉੱਥੇ ਆਉਂਦੇ ਸੀਗੇ, ਉਹਨਾਂ ਨੇ ਜਗਦੀਸ਼ ਖੰਨਾ ਹੋਰਾਂ ਨੇ ਆਰਗੇਨਾਈਜ਼ ਕੀਤਾ ਸੀਗਾ 3-4 ਦਿਨਾਂ ਦਾ। ਜਗਦੀਸ਼ ਹੋਰੀ ਸਾਡੇ ਨਾਲ ਜੁੜੇ ਹੋਏ ਆ, ਜਗਦੀਸ਼ ਹੋਰੀ ਤੁਹਾਨੂੰ ਸੁਣਦੇ ਪਏ ਖੰਨੇ ਤੋਂ। ਵਾਹ ਜੀ ਵਾਹ ਜੀ ਵਾਹ, ਵਾਹ ਜਗਦੀਸ਼ ਜੀ, ਇਹ ਸਾਡੇ ਵੀਰ ਇਪਟਾ ਦੇ। ਤੇ ਨਾ 89 ਦੇ ਵਿੱਚ 99 ਦੇ ਵਿੱਚ ਮੇਰੇ ਖਿਆਲ ਸ਼ਾਇਦ ਉਹ ਮੇਲਾ ਕੀਤਾ ਸੀ, ਤੇ ਸਰੀਨ ਸਾਹਿਬ ਉਹਦੇ ਵਿੱਚ ਆਏ ਸੀ ਪਲੇ ਲੈ ਕੇ ਪਟਿਆਲੇ ਤੋਂ, ਹੋਰ ਵੀ ਸੱਜਣ ਇਦਾਂ ਹੀ। ਤੇ ਕਈ ਪ੍ਰੋਡਕਸ਼ਨ ਅਸੀਂ ਜਦੋਂ ਚੰਡੀਗੜ੍ਹ ਇਪਟਾ ਦੇ ਪ੍ਰੋਗਰਾਮ ਆਰਗੇਨਾਈਜ਼ ਕਰਦੇ ਸੀਗੇ, ਤੇ ਉਹਦੇ ਚ ਗੁਰਸ਼ਨ ਭਾਜੀ ਹੁਣੇ ਵੀ ਕਰਦੇ, ਉਹਨਾਂ ਦਾ ਗਰੁੱਪ ਵੀ ਆਉਂਦਾ ਸੀ, ਉਦੋਂ ਅੰਮ੍ਰਿਤਸਰ ਹੁੰਦੇ ਸੀਗੇ, ਤੇ ਉਹਨਾਂ ਬਕਾਇਦਾ ਆ ਕੇ ਖੇਡਣਾ। ਤੇ ਅੱਛਾ, ਤੁਹਾਡੀ ਜਿਹੜੀ, ਕਿਉਂਕਿ ਤੁਸੀਂ ਤਾਂ ਜ਼ਿਆਦਾ ਟੈਕਨੀਕਲੀ ਡਿਜ਼ਾਈਨਿੰਗ ਦੇ ਉੱਤੇ ਕੰਮ ਕੀਤਾ, ਜੋ ਸਿੱਖੀ ਆ, ਲੇਕਿਨ ਤੁਹਾਡੀ ਡਾਇਰੈਕਸ਼ਨ ਦਾ ਮੈਂ ਬੜਾ ਕਾਇਲ ਆ। ਡਿਜ਼ਾਈਨਿੰਗ ਤਾਂ ਸਾਰੇ ਲੋਕੀ ਹੋਣਗੇ, ਕਿਉਂਕਿ ਉਹ ਤੁਸੀਂ ਉਹਦੇ 'ਚ ਤਾਂ ਕਹਿਣ ਦੀ ਗੱਲ ਹੀ ਕੋਈ ਨਹੀਂ ਗੀ, ਮੁਹਾਰਤ ਤਾਂ ਤੁਹਾਡਾ ਇਮੈਜੀਨੇਸ਼ਨ ਇੰਨਾ ਕੰਮ ਕਰਦਾ ਨਾ, ਪਤਾ ਨਹੀਂ ਉਹ ਡੁੰਨ ਵੱਟੇ ਜਿਹਨੂੰ ਉਹਦੇ 'ਚ ਜਾਨ ਪਾਉਂਦੇ ਹੋ ਤੁਸੀਂ ਉਹ ਕਰ ਕੇ। ਤੇ ਲੇਕਿਨ ਜਿਹੜੀ ਡਾਇਰੈਕਸ਼ਨ ਹੈ ਨਾ, ਉਹ ਜਦੋਂ ਤੁਸੀਂ ਉਹ ਕਰਦੇ ਹੋ, ਉਹ ਜਦੋਂ ਚੀਜ਼ਾਂ ਰਲਦੀਆਂ ਵਾ, ਤਾਂ ਮੈਨੂੰ ਇੱਦਾਂ ਲੱਗਦਾ ਵੀ ਜਿਵੇਂ ਉਹ ਲੋਹਾ ਕੁੱਟ 'ਚ ਉਹਦੇ ਜਜ਼ਬਾਤ ਅੱਗ ਤੇ ਚੰਗਿਆੜੇ 'ਚ ਨਜ਼ਰ ਆ ਰਹੇ ਜਾਂ ਕਿੱਦਾਂ, ਤੇ ਉਦਾਂ ਹੀ ਤੁਹਾਡੀ ਡਾਇਰੈਕਸ਼ਨ ਦੇ ਵਿੱਚ ਉਹ ਲਿੰਕਸ ਜੁੜਦੇ ਹੁੰਦੇ ਇਹਨਾਂ ਚੀਜ਼ਾਂ ਨਾਲ, ਇੰਨੇ ਵਧੀਆ ਨਾ। ਤੇ ਉਹ ਏਦਾਂ ਹੀ ਫਿਰ ਇਹੋ ਜਿਹੀਆਂ ਪ੍ਰੋਡਕਸ਼ਨਾਂ, ਫਿਰ ਬੰਸੀ ਕੌਰ ਵਾਲੀ ਪ੍ਰੋਡਕਸ਼ਨ ਤੁਸੀਂ ਜਿਹੜੀ ਉਹ ਖੇਡੀ, ਤੇ ਹਾਂ ਹੋਰ ਕਈ ਪ੍ਰੋਡਕਸ਼ਨਾਂ ਜਿਹੜੀਆਂ ਕਰਦੇ ਰਹੇ। ਤੇ ਮੈਂ ਤੁਹਾਡੀ ਉਹ ਕੋਰਟ ਮਾਰਸ਼ਲ ਪੰਜਾਬੀ ਤੁਸੀਂ ਖੇਡਿਆ ਪਹਿਲੀ ਵਾਰੀ ਪੰਜਾਬੀ 'ਚ, ਹਾਂ, ਉਹ ਪੰਜਾਬ ਕਲਾ ਭਵਨ ਵਿੱਚ ਤੁਸੀਂ ਖੇਡਿਆ ਸੀਗਾ, ਤੇ ਉਹ ਇੰਨਾ ਵਧੀਆ ਸੀਗਾ ਪੰਜਾਬੀ ਦੇ ਵਿੱਚ। 1992 ਚ ਖੇਡਿਆ ਸੀ ਮੈਂ ਪਹਿਲੀ ਵਾਰ, 92 ਚ 92 ਚ। ਉਦੋਂ ਤਾਂ ਉੱਥੇ ਆਡੀਟੋਰੀਅਮ ਵੀ ਨਹੀਂ ਸੀ ਹੁੰਦਾ, ਅਸੀਂ ਓਪਨ ਏਅਰ ਥੀਏਟਰ ਨੂੰ ਹੀ ਉਤਰਾ ਬਣਾ ਲਿਆ ਸੀ, ਸਾਰੀ ਜਗ੍ਹਾ ਨੂੰ ਕਵਰ ਕਰਕੇ। ਬਿਲਕੁਲ ਬਿਲਕੁਲ। ਮੈਂ ਬਲਕਾਰ ਜੀ, ਤੁਸੀਂ ਜਦੋਂ ਇੰਨੀ ਵੈਰਾਈਟੀ ਦੇ ਵਿੱਚ ਕੰਮ ਕੀਤਾ, ਵੀ ਡਾਂਸ ਦੇ ਵਿੱਚ, ਸਿੰਗਿੰਗ ਦੇ ਵਿੱਚ, ਤੁਸੀਂ ਨਾਟਕਾਂ ਦੀ ਦੁਨੀਆ ਦੇ ਵਿੱਚ, ਇਹ ਸਾਰਾ ਕੁਝ, ਤੇ ਹੁਣ ਜਦੋਂ ਇਹ ਸਾਰੇ ਕੁਝ ਨੂੰ ਤੁਸੀਂ ਪਿੱਛੇ ਝਾਤੀ ਮਾਰਦੇ ਹੋ ਕਿ ਜਿਹੜਾ ਹੁਣ ਵੀ ਕੰਮ ਹੋ ਰਿਹਾ, ਤੁਸੀਂ ਚੰਡੀਗੜ੍ਹ 'ਚ, ਕਿਉਂਕਿ ਬਹੁਤ ਸਾਰਾ ਬੇਸਡ ਉੱਥੇ ਰਹਿੰਦਿਆਂ ਹੋਏ ਤੁਸੀਂ ਮੂਵ ਕੀਤੇ, ਚੰਡੀਗੜ੍ਹ ਦੇ ਵਿੱਚ ਰਹਿੰਦਿਆਂ ਹੋਇਆਂ, ਔਰ ਤੁਸੀਂ, ਮੈਂ ਥੋੜਾ ਜਿਹਾ ਤੁਹਾਡੇ ਕੋਲ ਇਹ ਸੁਣਨਾ ਚਾਹੁੰਦਾ ਕਿ ਜਦੋਂ ਤੁਹਾਡੇ ਸਮਕਾਲ ਦੇ ਵਿੱਚ ਤੁਹਾਡੇ ਨਾਲ ਹੋਰ ਵੀ ਕੰਮ ਹੋ ਰਿਹਾ ਸੀਗਾ ਚੰਡੀਗੜ੍ਹ ਦੇ ਵਿੱਚ ਜਾਂ ਕਿਧਰੇ, ਤੁਸੀਂ ਕੋਈ ਉਹ ਜਿਹੜੇ ਕੰਮ ਹੋਏ ਉਹਨਾਂ ਦਾ ਕੁਝ ਜ਼ਿਕਰ, ਜਾਂ ਤੁਹਾਡੇ ਨਾਲ ਜਿਹੜੇ ਕੋਈ ਅਦਾਕਾਰ, ਨਿਰਦੇਸ਼ਕ, ਨਾਟਕਕਾਰ ਸੀ, ਕੋਈ ਉਹ ਕਿਸ ਤਰ੍ਹਾਂ ਦਾ ਕੰਮ ਕਰ ਰਹੇ ਸੀਗੇ ਤੁਹਾਡੇ ਸਮਿਆਂ ਦੇ ਵਿੱਚ? ਥੋੜਾ ਕੁਝ ਉਹਨਾਂ ਨੂੰ ਜ਼ਰਾ ਟੱਚ ਕਰੋ। ਜ਼ਰੂਰ ਜੀ। ਮੈਂ ਦੱਸਾਂ ਤੁਹਾਨੂੰ, ਦਵਿੰਦਰ ਦਮਨ ਜੀ, ਜਿਨ੍ਹਾਂ ਦਾ ਤੁਸੀਂ ਪਲੇ ਤਪਸ਼ ਕੀਤਾ, ਜ਼ਿੰਦਗੀ ਖੇਡਿਆ, ਖਤਰਾ ਜ਼ਿੰਦਗੀ ਜੀ। ਤੇ ਅੱਛਾ, ਉਹਨਾਂ 'ਚ ਵੀ ਸੀਗੇ ਵੀ ਉਹ ਪਲੇ ਉਹਨਾਂ ਨੇ ਇਹੋ ਜਿਹੇ ਚੁੱਕਣੇ ਜਿਹੜੇ ਚੈਲੰਜਿੰਗ ਹੁੰਦੇ ਸੀ ਬੜੇ। ਤੇ ਹਾਂਜੀ, ਉਹਨਾਂ ਨੇ ਪਲੇ ਚੁੱਕਿਆ ਮੋਇਆ ਸਾਰਨਾ ਕਾਈ ਪ੍ਰਿੰਸੀਪਲ ਸੰਤ ਸਿੰਘ ਸੇਖੋ ਹੋਰਾਂ ਦਾ। ਤੇ ਮੈਨੂੰ ਕਹਿੰਦੇ ਬਲਕਾਰ ਹਫਤਾ ਇੱਕ ਆ ਸਾਡੇ ਕੋਲ, ਇੱਕ ਹਫ਼ਤੇ ਤਿਆਰ ਕਰਨਾ। ਦਲੀਪ ਸਿੰਘ, ਮਹਾਰਾਜਾ ਦਲੀਪ ਸਿੰਘ ਦਾ ਰੋਲ ਮੇਰੇ ਕੋਲੇ ਉਹਨਾਂ ਨੇ ਕਰਵਾਇਆ, ਵੀ ਜਿਹਦੇ 'ਚ ਬਚਪਨ ਵੀ ਸੀਗਾ, ਵੱਡਾ ਵੀ, ਬਜ਼ੁਰਗ ਵੀ ਹੁੰਦਾ, ਉਧਰੋਂ ਇਕੱਠਾ ਹੁੰਦਾ, ਸਾਰੀ ਤੁਸੀਂ ਸਟੋਰੀ ਜਾਣਦੇ ਹੋ ਸਾਰੀ। ਅੱਛਾ, ਤੇ ਉਹ ਮੈਂ ਦਮਨ ਸਾਹਿਬ ਦੀ ਗੱਲ ਕਰਾਂ, ਇੰਨੀ ਪੇਸ਼ੈਂਸ, ਤੌਬਾ, ਮੈਂ ਕਿਸੇ ਨਿਰਦੇਸ਼ਕ 'ਚ ਵੇਖੀ ਨਹੀਂ, ਕਦੇ ਗੁੱਸਾ ਹੀ ਨਹੀਂ ਆਇਆ। ਨਹੀਂ ਤੇ ਕਈ ਮੈਂ ਨਿਰਦੇਸ਼ਕਾਂ ਨਾਲ ਦੂਜਿਆਂ ਨਾਲ ਵੀ ਕੰਮ ਕੀਤਾ, ਇਹ ਉਹਨਾਂ ਦਾ ਗੁਣ। ਤੁਸੀਂ ਇਹਨਾਂ ਬਾਰੇ ਦੱਸੋ ਕਿ ਕਿਸੇ 'ਚ ਕੀ ਖਾਸ ਖੂਬੀਆਂ? ਤੇ ਦਮਨ ਸਾਹਿਬ, ਚਲੋ ਤੁਸੀਂ ਤਾਂ ਉਹਨਾਂ ਕੋਲ ਬਤੌਰ ਐਕਟਰ ਵੀ ਕੰਮ ਲਿਆ ਤੇ ਕਈ ਕੁਛ, ਲੇਕਿਨ ਬਤੌਰ ਡਾਇਰੈਕਟਰ ਮੈਂ ਗੱਲ ਕਰਦਾ ਉਹਨਾਂ ਦੀ, ਕਿ ਉਹਨਾਂ 'ਚ ਇੰਨੀ ਪੇਸ਼ੈਂਸ, ਉਹ ਤੌਬਾ, ਕਦੇ ਮਤਲਬ ਅਸੀਂ ਹੈਰਾਨ ਸੀਗੇ ਵੀ ਕਿਵੇਂ ਆ। ਤੇ ਏਦਾਂ ਹੀ ਹੋਰ ਜਿਹੜੇ ਭਾਗ ਸਿੰਘ ਹੋਰਾਂ ਬਾਰੇ ਕੋਈ ਗੱਲ ਦੱਸ ਸਕਦੇ ਹੋ? ਜੀ, ਕੋਈ ਗੱਲ ਕਰੋ ਜੀ। ਬਿਲਕੁਲ। ਅੰਕਲ ਭਾਗ ਸਿੰਘ ਹੋਰਾਂ ਦੇ, ਕਿਉਂਕਿ ਮੇਰੇ ਗੁਰੂ ਦੇ ਵੀ ਗੁਰੂ ਸੀਗੇ, ਤਾਂ ਮੈਨੂੰ ਬੜਾ ਪਿਆਰ ਵੀ ਕਰਦੇ ਸੀਗੇ।
ਤੇ ਅਸੀਂ ਇੱਕ ਵਾਰੀ ਸਾਨੂੰ ਕਲਚਰਲ ਗਰੁੱਪ ਕਹਿੰਦੇ ਸੀਗੇ ਵੀ ਕਲਕੱਤੇ ਜਾਣਾ ਵੀ ਆਪਾਂ ਲੈ ਕੇ। ਮੈਂ ਜੀ ਚਲੋ ਚੱਲਦੇ ਆ। ਉੱਥੇ ਮੇਰੇ ਖਿਆਲ CPM ਵਾਲੀ ਦੀ ਸਰਕਾਰ ਹੁੰਦੀ ਸੀ ਉੱਥੇ ਕਿਸੇ ਵੇਲੇ, ਤੇ ਸ਼ੁਰੂ ਚ ਨਵੀਂ ਨਵੀਂ ਬਣੀ ਸੀਗੀ। ਤੇ ਅਸੀਂ ਗਏ ਤਾਂ ਹੁਣ ਅਸੀਂ ਪੰਜਾਬੀ, ਸਾਨੂੰ ਧਰਮ ਨਾਲ ਮੈਨਰਸ ਐਟੀਕੇਟਸ ਇੰਨੇ ਨਹੀਂ ਆਉਂਦੇ। ਹੁਣ ਤਾਂ ਸ਼ਾਇਦ ਥੋੜੇ ਬਹੁਤੇ ਅਸੀਂ ਸਿੱਖ ਲਏ ਆ, ਲੇਕਿਨ ਪਹਿਲਾਂ ਸੋਸ਼ਲੀ ਐਟੀਕੇਟਸ ਅਸੀਂ ਬੜੇ ਪਿਛਾਂਹ ਸੀਗੇ। ਤੇ ਅਸੀਂ ਉਹ ਨਾਲੇ ਮੁੰਡੇ ਜਿਹੜੇ ਭੰਗੜੇ ਵਾਲੇ ਤਾਂ ਉਦਾਂ ਹੀ ਐਵੇਂ ਖਾਮ ਖਾਪੜਿਆਂ ਨੂੰ ਸੁੱਕੀ ਟੌਰ ਦੇ ਵਿੱਚ ਤੁਰੇ ਫਿਰਦੇ। ਤੇ ਅਸੀਂ ਜਦੋਂ ਰੇਲਵੇ ਸਟੇਸ਼ਨ ਤੇ ਉਤਰੇ ਤਾਂ ਸਾਨੂੰ ਕਿਸੇ ਨੇ ਸਾਡਾ ਸਮਾਨ ਸਮੂਨ ਚੁੱਕਿਆ ਤੇ ਲੈ ਗਏ ਤੇ ਉੱਥੇ ਬੈਠ ਕੇ। ਤੇ ਜਿੱਥੇ ਸਾਨੂੰ ਠਹਿਰਾਇਆ ਸੀਗਾ ਉਹਦੇ ਨਾਲ ਕਿਤੇ CPM ਵਾਲਿਆਂ ਦੀ ਕੋਈ ਮੀਟਿੰਗ ਹੋ ਰਹੀ ਸੀ, ਉਹਦੇ ਚ ਉਹਨਾਂ ਦੇ ਮੰਤਰੀ ਬੈਠੇ ਸੀਗੇ, ਉਹ ਦਰੀ ਵਿਛਾ ਕੇ ਥੱਲੇ ਬੈਠੇ ਸੀਗੇ। ਤੇ ਮੈਂ ਇੱਕ ਬੰਦੇ ਨੂੰ ਪੁੱਛਿਆ, ਮੈਂ ਯਾਰ ਸਾਡਾ ਪ੍ਰੋਗਰਾਮ ਕਦੋਂ? ਉਹਨਾਂ ਨੇ ਕਿਹਾ ਜੀ ਕੱਲ ਸ਼ਾਮ ਨੂੰ ਆ। ਤੇ ਮੈਂ ਕਿਹਾ ਵੀ ਚੀਫ ਗੈਸਟ ਕੌਣ ਨੇ? ਉਹ ਕਹਿੰਦੇ ਐਜੂਕੇਸ਼ਨ ਮੰਤਰੀ ਨੇ ਉਹਨਾਂ ਦੇ। ਤੇ ਮੈਂ ਕੌਣ ਨੇ? ਉਹ ਕਹਿੰਦੇ ਉਹ ਜਿਹੜਾ ਤੁਹਾਡਾ ਸਮਾਨ ਟੈਚੀ ਚੁੱਕ ਕੇ, ਜਿਹੜਾ ਬਿਸਤਰਾ ਤੁਹਾਡਾ ਚੁੱਕ ਕੇ ਲੈ ਕੇ ਆਏ ਸੀਗੇ ਰੇਲਵੇ ਸਟੇਸ਼ਨ ਤੋਂ। ਮੈਂ ਕਿਹਾ ਕਮਾਲ ਆ, ਇੰਨੇ ਐਥਿਕਸ। ਤੇ ਮੈਂ ਕਿਹਾ ਇਹਨਾਂ ਕਾਮਰੇਡਾਂ ਦੇ ਹੀ ਹੋ ਸਕਦੇ ਆ ਵੀ ਸਾਡੇ ਦੂਜੇ ਤਾਂ ਅਸੀਂ ਵੇਖੀਦਾ ਵੀ ਕਈਆਂ ਦੀ ਗੱਡੀਆਂ ਜਾਂਦੀਆਂ ਟੀ ਟੀ ਪੀ ਪੀ ਟੀ ਟੀ ਕਰਦੇ, ਇੱਧਰ ਉੱਧਰ ਪੰਜਾਬ ਦੇ ਵਿੱਚ ਬੁਰੇ ਹਾਲ ਹੁੰਦੇ ਆ, ਲੋਕਾਂ ਨੂੰ ਪਿਛਾੜ ਜਾਵੇ। ਤੇ ਇਹ ਵਿਚਾਰੇ ਇੰਨੇ ਨਮਾਣੇ ਜਿਹਨੇ ਤੁਹਾਡੇ ਥੱਲੇ ਬੈਠੇ ਦਰੀ ਦੇ ਉੱਤੇ ਮੀਟਿੰਗ ਕਰਨ ਦੇ ਤੇ ਸਾਰਾ ਕੁਝ ਚਾਕ ਆਊਟ ਕਰ ਰਹੇ ਆ। ਤੇ ਭਾਗ ਸਿੰਘ ਅੰਕਲ ਦੀ ਇੱਕ ਬੜੀ ਖੂਬੀ ਸੀਗੀ। ਅਸੀਂ ਜਾ ਰਹੇ ਟ੍ਰੇਨ ਦੇ ਵਿੱਚ, ਤੇ ਟ੍ਰੇਨ ਦੇ ਵਿੱਚ ਗਾਣੇ ਗੂਣੇ ਜੇ ਗਾਉਣ ਲੱਗ ਪਏ, ਜਿੱਦਾਂ ਮੁੰਡੇ ਸ਼ੁਗਲ ਕਰਦੇ ਹੀ ਆ, ਕਲਚਰ ਵਾਲੇ ਖਾਸ ਤੌਰ ਤੇ। ਡਰਮ ਵਾਲੇ ਤਾਂ ਫਿਰ ਵੀ ਸਿਆਣੇ ਹੁੰਦੇ ਆ, ਮਤਲਬ ਤੁਸੀਂ ਲੋਕ ਤਾਂ ਸਿਆਣੇ ਹੋ। ਡਰਾਮੇ ਵਾਲੇ ਵੀ ਕਈ ਸ਼ਰਾਰਤੀ ਹੁੰਦੇ ਆ। ਨਹੀਂ ਚਲੋ, ਨਹੀਂ ਅਮੂਮਨ ਤੁਸੀਂ ਸੋਬਰ ਕਿਸਮ ਦੇ ਲੋਕ। ਤਾਂ ਉਹ ਸਾਡੇ ਵਾਲੀ ਕੈਟੇਗਰੀ ਫੋਕ ਵਾਲੀ ਤਾਂ ਰੌਲਾ ਪਾਈ ਤੇ ਗਾਣ, ਉਹ ਅਸੀਂ ਗਾਉਣ ਗੂਣ ਲੱਗ ਪਏ। ਅੰਕਲ ਨੇ ਕਦੇ ਸੁਣ ਲਿਆ ਭਾਗ ਸਿੰਘ ਅੰਕਲ ਨੇ, ਉਹਨਾਂ ਦੀ ਅੱਖ ਪਰਖਣ ਵਾਲੀ ਬੜੀ ਸੀਗੀ। ਤੇ ਉੱਥੇ ਸਾਡੇ ਨਾਲ ਉਹ ਨਿੱਕੀ ਜੀ ਹੁੰਦੀ ਸੀਗੀ ਉਦੋਂ, ਜਸਪਿੰਦਰ ਨਰੂਲਾ, ਅੱਜ ਕੱਲ੍ਹ ਬੜੀ ਵੱਡੀ ਗਾਇਕ ਆ। ਉਹਦੀ ਮੰਮੀ ਸੀ ਮੋਹਣੀ ਨਰੂਲਾ, ਉਹਦੇ ਫਾਦਰ ਉਹ ਵੀ ਨਾਲ ਸੀਗੇ, ਉਸ ਗਰੁੱਪ 'ਚ ਗਏ। ਤੇ ਮੈਨੂੰ ਕਹਿੰਦੇ ਬਲਕਾਰ ਸ਼ਾਮ ਨੂੰ ਜਿਹੜਾ ਗਾਣਾ ਗਾਉਣਾ ਨਾ, ਜਿਹੜਾ ਤੂੰ ਸ਼ਰਾਰਤ ਕਰਦੇ ਉੱਥੇ ਤੁਸੀਂ ਗਾਉਂਦੇ ਸੀਗੇ ਨਾ ਗੱਡੀ 'ਚ, ਉਹੋ ਹੀ ਗਾਉਣਾ ਡੁਇਟ। ਮੈਂ ਕਿਹਾ ਜੀ ਮੈਂ ਤਾਂ ਕਦੇ ਗਾਇਆ ਨਹੀਂ, ਮੈਂ ਸਿੰਗਰ ਤਾਂ ਹੈ ਨਹੀਂ, ਮੈਨੂੰ ਪਤਾ ਨਹੀਂ। ਨਹੀਂ ਕਹਿੰਦਾ ਤੂੰ ਉਹਨੂੰ ਕੁੜੀ ਨੂੰ ਸੱਦਿਆ, ਉਦੋਂ ਨਿੱਕੀ ਹੁੰਦੀ ਸੀ ਜਸਪਿੰਦਰ ਨਰੂਲਾ, ਤੇ ਉਹਦੇ ਨਾਲ ਸੁਰ ਮਿਲਾ ਤੇ ਇਹ ਕੀਤਾ ਤੇ ਚਲੋ ਉਹ ਗਾਣਾ ਉਹ ਜਿਹੜਾ ਉਹੋ ਹੀ ਤਿਆਰ ਕਰਕੇ ਤੇ ਸੀ ਉਹ ਸੁਣਾ ਸ਼ੁਗਲ 'ਚ। ਮੈਂ ਕੋਈ ਉਦਾਂ ਦਾ ਨਹੀਂ ਸੀਗਾ, ਲੇਕਿਨ ਮੈਂ ਇਹਨਾਂ ਦੀ ਗੱਲ ਕਰਾਂ ਬੜੀ ਕਲੈਪਿੰਗ ਹੋਈ ਤੇ ਉਹ ਗਾਣਾ, ਮੈਨੂੰ ਤਾਂ ਆਸ ਨਹੀਂ ਸੀ ਵੀ ਇਹ ਸਿੰਗਿੰਗ ਵਾਲਾ ਕੰਮ ਵੀ ਹੋ ਸਕਦਾ ਵਾ। ਤੇ ਉਹ ਇੱਕ ਅੰਕਲ ਦੀ ਗ੍ਰੇਟਨੈਸ ਸੀਗੀ ਕਿ ਉਹ ਤੁਹਾਡੇ ਨੂੰ ਪਰਖ ਲੈਂਦੇ ਵੀ ਆਹ ਬੰਦਾ ਨਾ ਇਸ ਕੰਮ ਲਈ ਫਿੱਟ ਹੈ, ਇਹਦੇ ਕੋਲ ਆਹ ਕੰਮ ਹੋ ਸਕਦਾ। ਹੋਰ ਜਦੋਂ ਕਿਤੇ ਫੌਜੀਆਂ ਦੇ ਜਾਣਾ ਸੀ ਮਨੋਰੰਜਨ ਵਾਸਤੇ, ਈਵਨ ਲੇਹ ਲਦਾਖ ਵੀ, ਤਾਂ ਉੱਥੇ ਆਕਸੀਜਨ ਦੀ ਕਮੀ ਹੋਣੀ। ਤੇ ਪਹਿਲਾਂ ਸਾਨੂੰ ਮਿਲਟਰੀ ਕੈਂਪਾਂ ਦੇ ਵਿੱਚ ਸਾਨੂੰ ਪਹਿਲਾਂ ਆਕਸੀਜਨ ਆਰਟੀਫੀਸ਼ੀਅਲ ਦੇਣੀ, ਤੇ ਉਸ ਤੋਂ ਬਾਅਦ ਯੂਜ਼ ਟੂ ਹੋਣਾ ਉਸ ਐਟਮੋਸਫੀਅਰ ਦਾ, ਫਿਰ ਸ਼ਾਮ ਨੂੰ ਪ੍ਰੋਗਰਾਮ ਵਗੈਰਾ ਕਰਾਉਣੇ। ਤੇ ਉਹਨਾਂ ਨੇ ਬਲਕਾਰ ਜੀ ਇਹ ਤੁਸੀਂ ਕਿਉਂਕਿ ਪਲੇਜ਼ ਵੀ ਲਿਖੇ ਵੀ ਨੇ, ਤੁਹਾਡੀਆਂ ਕਿਤਾਬਾਂ ਵੀ ਆਈਆਂ ਨੇ, ਉਹਨਾਂ ਬਾਰੇ ਕੁਝ ਥੋੜਾ ਜਿਹਾ ਸਾਡੇ ਨਾਲ ਸਾਂਝਾ ਕਰੋ। ਤੁਸੀਂ ਕਿਹੜੇ ਪਲੇ ਤੇ ਕਦੋਂ ਲਿਖਣਾ ਸ਼ੁਰੂ ਕੀਤਾ ਤੇ ਉਹਦੇ ਵਿੱਚ ਕਿੰਨੇ ਕੁ ਪਲੇ ਹੁਣ ਤੱਕ ਲਿਖੇ ਤੁਸੀਂ? ਜੀ ਮੈਂ ਕੇਵਲ ਜੀ 82 ਚ ਸ਼ੁਰੂ ਕੀਤੇ ਸੀਗੇ ਪਲੇ ਨਾਟਕ ਲਿਖਣੇ। ਤੇ ਉਦੋਂ ਦਾਜ ਦੇ ਉੱਤੇ ਪਹਿਲਾ ਨਾਟਕ ਸੀਗਾ ਭੱਠ ਪਿਆ ਸੋਹਣਾ। ਐਕਚੁਅਲੀ ਦਾਜ ਤੋਂ ਉਦੋਂ ਇਸ ਤਰ੍ਹਾਂ ਲੈਂਦੇ ਲੋਕਾਂ ਨੇ ਵੇਖੀਦੇ ਸੀਗੇ ਵੀ ਉਹ ਫਲਾਣੇ ਨੂੰ ਸਾੜ ਦਿੱਤੀ, ਆ ਹੋ ਗਿਆ, ਇਹ ਹੋ ਗਿਆ, ਉਹ। ਤੇ ਮੈਂ ਥੋੜਾ ਜਿਹਾ ਐਂਗਲ ਵੱਖਰਾ ਲਿਆ ਸੀਗਾ ਵੀ ਉਹ ਵਿਚਾਰੀ ਦਾਜ ਦਾ ਬਹੁਤ ਸਮਾਨ ਲੈ ਕੇ ਆਉਂਦੀ ਆ ਜੁਆਇੰਟ ਫੈਮਿਲੀ ਦੇ ਵਿੱਚ, ਤੇ ਉਹਨਾਂ ਦੇ ਘਰ ਇੰਨਾ ਨਹੀਂ ਸੀ ਪਹਿਲਾਂ ਹੁੰਦਾ, ਤੇ ਉਹਨਾਂ ਨੂੰ ਐਟੀਕੇਟਸ ਵੀ ਨਹੀਂ ਹੈ ਵੀ ਟੇਬਲ ਕਿੱਦਾਂ ਸੋਫੇ ਤੇ ਕਿੱਦਾਂ ਬੈਠਣਾ, ਕਿੱਦਾਂ ਇਹ ਕਰਨਾ ਉਹ ਕਰਨਾ। ਤੇ ਉਹਨੂੰ ਵਿਚਾਰੀ ਨੂੰ ਇਰੀਟੇਸ਼ਨ ਹੁੰਦੀ ਸੀ। ਉਹ ਕਹਿੰਦੀ ਸੀ ਮੇਰੇ ਪਿਓ ਨੇ ਆਪਣੀ ਸਾਰੀ ਉਮਰ ਲਾ ਕੇ ਜਿਹੜੀ ਪੂੰਜੀ ਸੀਗੀ ਉਹਦਾ ਮੇਰੇ ਵਾਸਤੇ ਇੰਨਾ ਸਮਾਨ ਬਣਾਇਆ, ਤੁਹਾਨੂੰ ਵਰਤਣਾ ਵੀ ਨਹੀਂ ਆਉਂਦਾ। ਤੁਸੀਂ ਉਹ ਬਜ਼ੁਰਗ ਸਹੁਰਾ ਸਾਹਿਬ ਉਹਨਾਂ ਦੇ, ਉਹ ਏਦਾਂ ਖੁਰਪਾ ਲੈ ਕੇ ਬਾਹਰੋਂ ਕਰਦੇ ਆ ਕੇ ਤੇ ਪੈਰ ਨੰਗੇ ਤੇ ਮਿੱਟੀ ਵਾਲੇ ਤੇ ਸੋਫੇ ਦਰੀ ਸਾਰੀ ਖਰਾਬ ਕਰਦੇ, ਉਹ ਏਦਾਂ। ਅੱਛਾ, ਉਹਦੇ ਨਾਲ ਕੀ ਹੁੰਦਾ ਵੀ ਉਹ ਜਿਹੜੀ ਜੁਆਇੰਟ ਫੈਮਿਲੀ ਦਾ ਜਿਹੜਾ ਇੱਕ ਪਿਆਰ ਮੁਹੱਬਤ ਵਾਲਾ ਸੀਗਾ ਨਾ ਮਾਹੌਲ ਜਿਹਾ, ਉਹ ਖਰਾਬ ਹੋ ਜਾਂਦਾ ਸੀਗਾ। ਉਹ ਇਸ ਕਰਕੇ ਬਾਅਦ ਵਿੱਚ ਖੈਰ ਉਹਨੂੰ ਕੁੜੀ ਨੂੰ ਵੀ ਸਮਝ ਆਉਂਦੀ ਆ, ਉਹਦੇ ਫਾਦਰ ਆ ਜਾਂਦੇ ਆ, ਚਲੋ ਏਦਾਂ ਕਰਕੇ ਉਹ ਸੀਗਾ
ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਵੀ ਇਹੋ ਜਿਹੇ ਦਾਜ ਦੇਜ ਦਾ ਫਾਇਦਾ ਕੀ ਆ ਵੀ ਜਿਹੜੀ ਹੈਲ ਬਣਾ ਦੇਵੇ ਜ਼ਿੰਦਗੀ ਲੋਕਾਂ ਦੀ। ਔਰ ਕਈ ਇਹ ਪੱਖ ਵੀ ਔਰਤਾਂ ਦਾ ਰਿਹਾ ਆ। ਚਲੋ ਮੈਂ ਔਰਤਾਂ ਦੇ ਖਿਲਾਫ ਨਹੀਂਗਾ, ਲੇਕਿਨ ਚੰਗੀਆਂ ਵੀ ਨੇ ਬਹੁਤ ਵਿਚਾਰੀਆਂ ਤੇ ਕਈ ਵਿੱਚ ਮਾੜੀਆਂ ਵੀ ਨਿਕਲੇ ਆਉਂਦੀਆਂ ਤੇ ਉਹ ਕੁਛ ਏਦਾਂ ਦਾ ਕਰੈਕਟਰ ਸੀਗਾ। ਉਹ ਭੱਠ ਪਿਆ ਸੋਨਾ ਏਦਾਂ ਦਾ ਪਲੇ ਬਣਿਆ ਏਦਾਂ। ਦੂਜਾ ਪਲੇ ਸੀਗਾ 1 ਤਰੀਕ। ਇਹ ਬਾਬੂਆਂ ਦੀ ਵਿਚਾਰਿਆਂ ਦੀ ਕਿਉਂਕਿ ਸੈਲਰੀ ਉਹ ਫਿਕਸਡ ਹੁੰਦੀ ਆ, ਉਨੀ ਤਨਖਾਹ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਦੁੱਧ ਵਾਲੇ ਦੇ ਦੇਣਾ, ਉਹਦੇ ਵੀ ਕੱਪੜੇ ਰਾਸ਼ਨ ਦਾ ਇਹ ਉਹ। ਫਿਰ ਕੋਈ ਉਹਨਾਂ ਨੂੰ ਜੇ ਕੋਈ ਵਿੱਚ ਵਿਆਹ ਸ਼ਾਦੀ ਆ ਜਾਂਦੀ ਉੱਥੇ ਜਾਣਾ, ਕਈ ਵਾਰੀ ਕੋਈ ਨਾਨਕਾ ਸ਼ੱਕ ਇਹ ਉਹਨਾਂ ਦਾ ਬਜਟ ਹਿੱਲ ਜਾਂਦਾ ਹੁੰਦਾ ਸੀ ਵਿਚਾਰਿਆਂ ਨੇ। ਉਹ GPF ਅਪਲਾਈ ਕਰ, ਇਹ ਕਰ, ਹੋਰ ਕਈ ਵਾਰੀ ਉਹ ਬਾਬੂ ਦਫ਼ਤਰਾਂ ਦੇ ਨਹੀਂ, ਉਹ ਕਹਿੰਦੇ ਪੈਸੇ ਦਿਓ ਪਹਿਲਾਂ ਤਾਂ ਕਾਰਡ ਪਾਸ ਕਰਾਂਗੇ ਤੁਹਾਡੇ। ਆਹ ਸਮੱਸਿਆਵਾਂ ਨਾ ਜਿਹੜੀਆਂ ਉਹਦੀਆਂ, ਉਹ 1 ਤਰੀਕ ਪਲੇ ਦਾ ਨਾਂ ਸੀਗਾ। ਬਹੁਤ ਅੱਛਾ ਜੀ, ਉਹ ਏਦਾਂ ਦਾ ਸੀਗਾ। ਤੇ ਇੱਕ ਸੀਗਾ ਗੋਲ ਚੱਕਰ। ਉਹ ਗੋਲ ਚੱਕਰ ਸੀਗਾ ਉਹ ਸਾਡੀ ਸੋ ਕਾਲਡ ਡੈਮੋਕ੍ਰੇਸੀ। ਅਦਰਵਾਈਜ਼ ਡੈਮੋਕ੍ਰੇਸੀ ਤਾਂ ਬਹੁਤ ਵਧੀਆ ਆ, ਲੇਕਿਨ ਉਹ ਡੈਮੋਕ੍ਰੇਸੀ ਇਨ ਦਾ ਰੀਅਲ ਸੈਂਸ ਜਿਹੜੀ ਹੈ ਨਾ, ਉਹ ਮੈਨੂੰ ਤਾਂ ਲੱਗਦਾ ਹਾਲੇ ਆਈ ਨਹੀਂ ਗੀ। ਉਹ ਆਉਣ ਵਾਸਤੇ ਕੀ ਆ ਵੀ ਜਿੰਨਾ ਚਿਰ ਸਾਰੇ ਲੋਕੀ ਪੋਲੀਟੀਕਲੀ ਕੌਨਸ਼ੀਅਸ ਨਹੀਂ ਹੁੰਦੇ, ਸਿਆਣੇ ਨਹੀਂ ਹੁੰਦੇ, ਓਨੀ ਦੇਰ ਜਿਵੇਂ ਡੈਮੋਕ੍ਰੇਸੀ ਦਾ ਨਾ ਵੀ ਜੇ 100 ਚੋਂ 60 ਬੇਵਕੂਫ ਨੇ ਤੇ 40 ਨੂੰ ਫਿਰ 60 ਦੀ ਗੱਲ ਮੰਨਣੀ ਪੈਣੀ ਹੈ, ਕਿਉਂਕਿ ਉਹ ਸਿਰਾਂ ਦੀ ਗਿਣਤੀ ਦੇ ਹਿਸਾਬ ਦੇ ਨਾਲ ਚੱਲਦਾ ਕੰਮ ਇਹ ਉਹ। ਤੇ ਉਹਦੇ ਚ ਅੱਛਾ ਕੀ ਆ, ਤੇ ਜਿਹੜੇ ਕੋਈ ਐਥਿਕਸ ਵਾਲੇ ਬੰਦੇ ਨੇ ਉਹ ਕਹਿੰਦਾ ਵੀ ਜੇ ਮੇਰੀ ਗੱਲ ਠੀਕ ਆ ਨਾ ਤੇ ਮੈਂ ਕੱਲਾ ਜੇ ਠੀਕ ਕਹਿਣਾ ਤੇ ਮੇਰੀ ਗੱਲ ਠੀਕ ਆ, ਤੁਸੀਂ ਜੇ ਸਾਰੇ ਗਲਤ ਕਹਿੰਦੇ ਹੋ ਤਾਂ ਤੁਸੀਂ ਰੋਂਗ ਹੋ। ਤੇ ਲੇਕਿਨ ਡੈਮੋਕ੍ਰੇਸੀ ਚ ਏਦਾਂ ਨਹੀਂ ਚੱਲਦਾ। ਤੇ ਉਹ ਇਹ ਏਦਾਂ ਦੀ ਜਿਹੜੀ ਹੈ ਨਾ ਇਸ ਤਰ੍ਹਾਂ ਦੀ ਸੀਗੀ। ਉਹ ਗੋਲ ਚੱਕਰ ਉਹਦਾ ਨਾਂ ਸੀਗਾ। ਇਹੋ ਜਿਹੀ ਸਮੱਸਿਆ ਸੀਗੀ ਉਹ। ਤੇ ਜਿਹੜੀ ਹੁਣ ਮੈਂ ਆ ਜਿਹੜੀ ਲਿਖੀ ਆ ਉਹਦੇ ਵਿੱਚ ਫਿਰ ਮੈਂ ਮੈਨੂੰ ਲੱਗਾ ਵੀ ਇੱਕ ਵਾਰ ਮੈਂ ਤੁਰਦਾ ਫਿਰਦਾ ਸੀ, ਵੇਖਿਆ ਇੱਕ ਕਿਤਾਬ ਸੀਗੀ ਹਾਊ ਟੂ ਓਵਰਕਮ ਡਿਪਰੈਸ਼ਨ, ਯਾਨੀ ਜਿਹੜੀ ਤਣਾਅ ਡਿਪਰੈਸ਼ਨ ਆ ਇਹਦੇ ਤੇ ਕਿਵੇਂ ਕਾਬੂ ਪਾਈਏ, ਇਹਦੇ ਕੀ ਅਲਾਮਤਾਂ ਨੇ, ਕਿਵੇਂ ਨੇ। ਮੈਂ ਵੇਖਿਆ ਯਾਰ ਸਾਡੇ ਤਾਂ ਇੰਡੀਆ 'ਚ ਇਹਦੀ ਜ਼ਿਆਦਾ ਲੋੜ ਹੈ ਯੂਰਪ ਨਾਲੋਂ। ਉਹ ਕੋਈ ਸਾਈਕੈਟਰਿਸਟ ਆ 90 ਸਾਲਾਂ ਦੇ ਇੰਗਲੈਂਡ ਦੇ ਡਾਕਟਰ ਪੌਲ ਹੌਕ, ਉਹਨਾਂ ਦੀ ਲਿਖੀ ਹੈ, ਬੜਾ ਸੋਹਣਾ ਐਨਾਲਿਸਿਸ ਹੈ। ਤੇ ਮੈਂ ਕਿਹਾ ਇਹਦੀ ਲੋੜ ਤਾਂ ਸਾਡੇ ਲੋਕਾਂ ਨੂੰ ਜ਼ਿਆਦਾ ਹੈ, ਤੇ ਮੈਂ ਕਿਉਂ ਨਾ ਪੰਜਾਬੀ ਵਿੱਚ ਇਹਦਾ ਪਹਿਲਾਂ ਉਲੱਥਾ ਕੀਤਾ ਜਾਵੇ ਤੇ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾਵੇ। ਤੇ ਉਹ ਫਿਰ ਮੈਂ ਉਹ ਕਿਤਾਬ ਉਹਦਾ ਅਨੁਵਾਦ ਕੀਤਾ ਤੇ ਪੰਜਾਬੀ ਦੇ ਵਿੱਚ ਡਿਪਰੈਸ਼ਨ ਦੇ ਨਾਂ ਦੇ ਉੱਤੇ ਉਹ ਫਟਾਫਟ ਹੀ ਵਿਕ ਗਈ, ਕਿਉਂਕਿ ਮੈਨੂੰ ਲੱਗਦਾ ਵੀ ਲੋਕਾਂ ਨੂੰ ਡਿਪਰੈਸ਼ਨ ਹੀ ਬਾਹਲਾ ਹੋ ਜਾਂਦਾ। ਤੇ ਮੈਨੂੰ ਕਈਆਂ ਦੇ ਫੋਨ ਆ ਜਾਣਗੇ, ਸਾਡੀ ਆਹ ਪ੍ਰੋਬਲਮ ਆ ਜੀ, ਸਾਡੀ ਉਹ ਪ੍ਰੋਬਲਮ ਆ, ਇਹਦਾ ਹੱਲ ਦੱਸਿਓ। ਉਹ ਮੈਂ ਕਿਹਾ ਵੀਰ ਮੈਂ ਤਾਂ ਸਿਰਫ ਅਨੁਵਾਦ ਕੀਤੀ ਆ, ਉਹਦਾ ਉਲੱਥਾ ਕੀਤਾ, ਤਰਜਮਾ ਕੀਤਾ, ਤੇ ਮੈਂ ਡਾਕਟਰ ਨਹੀਂ ਹੈਗਾ ਨਾ ਸਾਈਕੈਟਰਿਸਟ ਆ। ਤੇ ਤੁਸੀਂ ਉਹ ਕਿਤਾਬ ਪੜ੍ਹ ਲਓ ਜੇ ਤੁਹਾਨੂੰ ਚਾਹੀਦੀ ਆ, ਉਹ ਫਲਾਨੀ ਪਬਲੀਕੇਸ਼ਨ ਦੀ ਹੈਗੀ ਆ, ਉਹ ਯੂਨੀਸਟਾਰ ਵਾਲਾ ਦੀ। ਤਾਂ ਮੈਂ ਕਿਹਾ ਵੀ ਉਹ ਤੁਸੀਂ ਲੈ ਲਓ। ਪਿੱਛੇ ਜੇ ਫਿਰ ਮੈਂ ਕਿਤਾਬ ਅਸੀਂ ਇੱਕ ਨਾਟਕ ਤਿਆਰ ਕਰਾਇਆ ਬੈਂਕਾਂ ਦਾ। ਜੇ ਇੱਕ ਤਾਂ ਸਟੇਟ ਬੈਂਕ ਆਫ ਇੰਡੀਆ ਵਾਲਾਂ ਦੇ ਕੰਪੀਟੀਸ਼ਨ ਹੁੰਦੇ ਆਪਸ ਦੇ ਵਿੱਚ, ਬੈਂਕਾਂ ਦੇ ਇੰਟਰ ਬੈਂਕ, ਦੂਜੇ ਇੱਕ ਪੰਜਾਬ ਨੈਸ਼ਨਲ ਬੈਂਕ ਵਾਲਾਂ ਦੇ ਵੀ ਹੁੰਦੇ। ਪੰਜਾਬ ਨੈਸ਼ਨਲ ਬੈਂਕ ਵਾਲੇ ਨੇ ਮੈਨੂੰ ਕਿਹਾ ਵੀ ਸਾਡਾ ਇੱਕ ਤਿਆਰ ਕਰ ਦਿਓ ਪਲੇ। ਤੇ ਉਹ ਪਲੇ ਮੈਨੂੰ ਸੀਗਾ ਵੀ ਇੱਕ ਸੱਸੀ ਪੁੰਨੂ ਦੀ ਸਟੋਰੀ ਦੇ ਉੱਤੇ ਲਿਖਿਆ ਜਾਵੇ ਨਾਟਕ, ਜਿਹਦੇ ਵਿੱਚ ਨਾਟਕ ਦੇ ਅੰਸ਼ ਵੀ ਹੋਣ, ਕਿਉਂਕਿ ਕੰਪੀਟੀਸ਼ਨ ਵਾਲੀ ਸਪਿਰਿਟ ਸੀ। ਇੰਨੇ % ਮਿਊਜ਼ਿਕ ਹੋਵੇ, ਇੰਨੀ ਡਿਊਰੇਸ਼ਨ ਹੋਵੇ, ਤੇ ਉਹਦੇ ਚ ਆਹ ਕੁਛ ਵੀ ਹੋਵੇ, ਆਹ ਕੁਛ ਵੀ ਹੋਵੇ, ਉਹ ਸਾਰੇ ਮਸਾਲੇ ਜੇ ਪਾਉਣੇ ਪੈਂਦੇ ਜਿੱਦਾਂ ਫਿਲਮ ਨੂੰ ਚਲਾਉਣ ਵਾਸਤੇ। ਤਾਂ ਉਹ ਫਿਰ ਮੈਨੂੰ ਲੱਗਾ ਵੀ ਇਹ ਜ਼ਿਆਦਾ ਵਧੀਆ। ਤੇ ਉਹ ਫਿਰ ਮੈਂ ਅੱਛਾ ਹੁਣ ਸੱਸੀ ਜਿਹੜੀ ਸੀਗੀ ਉਹ ਕਿਉਂਕਿ ਸਿੰਧ ਤੋਂ ਸੀਗੀ ਤੇ ਸਿੰਧੀ ਮੈਨੂੰ ਆਉਂਦੀ ਨਹੀਂ, ਤੇ ਪੁੰਨੂ ਸੀ ਉਹ ਬਲੋਚਿਸਤਾਨ ਦਾ ਸੀ, ਕਿਚ ਮਕਰਾਨ ਦੇ, ਤੇ ਉਹ ਬਲੋਚੀ ਵੀ ਨਹੀਂ ਸਾਨੂੰ ਆਉਂਦੀ ਸੀ। ਫਿਰ ਮੈਂ ਕੀ ਕੀਤਾ ਵੀ ਜਿਹੜੀ ਸੱਸੀ ਵਾਲੇ ਮੁਕਾਲਮੇ ਜਾਂ ਉਸ ਟੱਬਰ ਦੇ ਸੀਗੇ ਉਹ ਮੈਂ ਕੇਂਦਰੀ ਪੰਜਾਬੀ ਆਪਣੀ ਜ਼ੁਬਾਨ 'ਚ ਰੱਖ ਲਏ, ਤੇ ਪੁੰਨੂ ਵਾਲੇ ਉਹਦੇ ਭਰਾਵਾਂ ਦਾ ਜਾਂ ਉਹਨਾਂ ਦੇ ਜਿਹੜੇ ਉਸ ਘਰ ਦਾ ਉਹ ਮੈਂ ਸਰਾਇਕੀ ਹਲਕਾ ਜਿਹਾ ਟੱਚ ਮੁਲਤਾਨੀ ਵਾਲਾ ਉਹ ਦੇ ਦਿੱਤਾ ਤਾਂ ਕਿ ਸਾਡੇ ਸਮਝ ਆ ਜਾਵੇ। ਤੇ ਫਿਰ ਉਹ ਸਟਾਰਟਿੰਗ ਫਿਰ ਮੈਂ ਸਿੰਧੀ ਕਾਫੀ ਸਾਡੇ ਬਹੁਤ ਮਸ਼ਹੂਰ ਆ, ਮਾਵਾਂ ਨੂੰ ਤੂੰ ਬਚੜੇ ਦਿੰਦਾ, ਭੈਣਾਂ ਨੂੰ ਦਿੰਦਾ ਵੀਰ ਮਲਾ, ਸਿੰਧੜੀ ਦਾ, ਸੇਵਣ ਦਾ, ਸਖੀ ਸ਼ਾਹਬਾਜ਼ ਕੰਦਰ, ਦਮਾ ਦਮਸਤ ਕਲੰਦਰ। ਤੇ ਉਹ ਉਦਾਂ ਹੀ ਉਹ ਰਾਜਾ ਬਕਾਇਦਾ ਆਦਮ ਜਾਮ ਜਿਹੜਾ ਵਾ ਉਹ ਜਾਂਦਾ ਵਾ ਤੇ ਦਰਗਾਹ ਦੇ ਉੱਤੇ ਅਰਦਾਸ ਅਰਦੂਸ ਕਰਦਾ, ਉੱਥੋਂ ਸ਼ੁਰੂ ਕਰਕੇ ਉਸ ਕਾਫੀ ਦੇ ਨਾਲ। ਤੇ ਵਿੱਚ ਉਹਦੇ ਫਿਰ ਪੰਜਾਬ ਦਾ ਕਲਚਰ, ਕਿਉਂਕਿ ਕਲਚਰਲ ਹੈਰੀਟੇਜ ਵਾਲੇ ਮੈਨੂੰ ਦਿੱਤੀ ਸੀ ਸੀਰੀਜ਼ ਕਰਨ,
ਤਾਂ ਉਹਦੇ 'ਚ ਫਿਰ ਸਾਡੇ ਭੰਡ, ਫਿਰ ਸਿੱਠਣੀਆਂ ਤੇ ਗਿੱਧੇ, ਭੰਗੜੇ, ਅਲਮ ਗਲਮ, ਉਹ ਸਾਰਾ ਕੁਝ ਉਹਦੇ ਵਿੱਚ। ਤੇ ਐਂਡ 'ਚ ਫਿਰ ਉਹ ਜਦੋਂ ਪੁੰਨੂੰ ਨੂੰ ਛੱਡ ਕੇ ਉਹਦੇ ਭਰਾ ਪੁੰਨੂੰ ਦਾਰੂ ਦੂਰੂ ਪਿਆ ਕੇ ਤੇ ਚਲੇ ਜਾਂਦੇ ਆ, ਪਿੱਛੋਂ ਆਉਂਦੀ ਆ, ਤਾਂ ਉਹ ਫਿਰ ਰਸਤੇ ਜਦੋਂ ਉਹਨੂੰ ਹੋਸ਼ ਆਉਂਦੀ ਆ ਤਾਂ ਪੁੰਨੂੰ ਉਹਦੇ ਭਰਾਵਾਂ ਨਾਲ ਫਾਈਟ ਸ਼ਾਈਟ ਸੀ, ਲੜਾਈ ਝਗੜੇ 'ਚ। ਤੇ ਦੈਨ ਉਹ ਵਾਪਸੀ ਉਹ ਬਕਾਇਦਾ ਅਯਾਲੀ ਕੋਲ ਜਾਂਦੀ ਹੈ ਤੇ ਅਯਾਲੀ ਦੱਸਦਾ ਉਹਨੂੰ, ਪੁੰਨੂੰ ਨੂੰ, ਵੀ ਇਹ ਜਿਹੜੀ ਕਬਰ ਆ ਜਿੱਥੇ ਮੈਂ ਇੱਥੇ ਬੈਠਾ ਵਾਂ, ਤੇ ਇਹ ਬਹੁਤ ਖੂਬਸੂਰਤ ਔਰਤ ਸੀਗੀ ਤੇ ਇੱਥੇ ਤਾਂ ਤੜਫਦੀ ਫਿਰਦੀ ਸੀ ਮਾਰੂਥਲਾਂ ਦੇ ਵਿੱਚ। ਤਾਂ ਇਹਦੀ ਖੂਬਸੂਰਤੀ ਵੇਖ ਕੇ ਮੈਂ ਕਿਹਾ ਵੀ ਜੇ ਇੰਨੀ ਸੋਹਣੀ ਸ਼ੈ ਪ੍ਰਮਾਤਮਾ ਨੇ ਰਚਨਾ ਕਰਕੇ ਤੇ ਉਹਦਾ ਆਹ ਹਾਲ ਕਰ ਦਿੱਤਾ, ਤਾਂ ਉਹ ਬੰਦਾ ਨਾ ਫਕੀਰ ਹੋ ਜਾਂਦਾ। ਉਹ ਅਯਾਲੀ ਜਿਹੜਾ ਸੀਗਾ, ਤਾਂ ਉਹ ਫਿਰ ਉੱਥੇ ਸੱਸੀ ਦੀ ਜਿਹੜੀ ਕਬਰ ਦੇ ਉੱਤੇ ਉਹਦੀ ਸੇਵਾ ਸੁਵਾ ਕਰਦਾ। ਪੁੰਨੂੰ ਨੂੰ ਪੁੱਛਦਾ ਵੀ ਕਿੱਥੇ ਆ, ਤੇ ਮੁੜ ਕੇ ਪੁੰਨੂੰ ਉਹਦੇ ਕਬਰ ਦੇ ਉੱਤੇ ਸਿਰ ਸੁਰ ਮਾਰ ਮੂਰ ਕੇ, ਤੇ ਚਲੋ ਉਹ ਜਿੱਦਾਂ ਦੀ ਕਹਾਣੀ ਜੋ ਆਸ਼ਮ ਸ਼ਾਹ ਨੇ ਲਿਖੀ ਆ ਉਸੇ ਨੂੰ ਬੇਸ ਬਣਾ ਕੇ ਨਾ, ਤੇ ਉਹਦੇ ਵਿੱਚ ਆਪਣੇ ਰੰਗ ਜਿਹੜੇ ਮਤਲਬ ਜਿੱਦਾਂ ਤੁਸੀਂ ਦੱਸੇ ਸਿੱਖੇ ਸਿਖਾਏ, ਕੁਛ ਉਰਦੂ ਦੇ ਮੁਕਾਲਮੇ, ਕੁਛ ਦੂਜੇ ਤੀਜੇ, ਕੁਛ ਪੰਜਾਬੀ, ਕੁਛ ਠੇਠ ਰੰਗ, ਪੇਂਡੂ, ਕੁਛ ਮਾਹੀਆ ਸਾਡਾ, ਤੇ ਕੁਛ ਆ ਸਾਰਾ ਕੁਛ ਇਕੱਠਾ ਕਰਕੇ ਨਾ ਸੱਸੀ ਪੁੰਨੂੰ ਬਣਾਤਾ। ਇਹ ਤੁਹਾਡਾ ਨਾਟਕ ਮੈਂ ਪਿਛਲੇ ਦਿਨੀ ਉਹ ਚੰਡੀਗੜ੍ਹ ਇੱਕ ਬੁੱਕਸ ਦਾ ਮੇਲਾ ਲੱਗਿਆ ਸੀ ਜਦੋਂ, ਤੇ ਉਦੋਂ ਫਿਰ ਮੈਂ ਉਤੋਂ ਖਰੀਦ ਕੇ ਲਿਆਂਦੀ ਸੀ ਕਿਤਾਬ। ਓਏ ਹੋਏ ਧੰਨ ਭਾਗ ਮੇਰੇ, ਤਾਂ ਮੈਂ ਤਾਂ ਮੇਰੇ ਕੋਲ ਹੈ ਗਿਆ। ਵਾਹ ਵਾਹ, ਤੁਸੀਂ ਖਰੀਦ ਲਈ, ਕਮਾਲ ਹੋ ਗਈ। ਨਹੀਂ, ਮੈਂ ਹਮੇਸ਼ਾ ਨਾਟਕ ਦੀ ਕਿਤਾਬ ਲਈ ਤੇ ਮੈਂ ਉਦਾਂ ਸ਼ਦਾਈ ਹੋ ਜਾਂਦਾ ਵੇਖ ਕੇ ਕਿਤਾਬਾਂ ਨਾਟਕ ਦੀਆਂ, ਕੋਈ ਵੀ ਖੈਰ, ਤੇ ਉਹ ਮੈਂ ਜ਼ਰੂਰ ਖਰੀਦ ਲੈਂਦਾ। ਤਾਂ ਬਹੁਤ ਖੂਬਸੂਰਤ ਕਿਤਾਬ ਹੈ, ਬੜੀ ਜ਼ਬਰਦਸਤ ਜਰਨੀ ਹੈ ਤੁਹਾਡੀ ਬਲਕਾਰ ਜੀ। ਮੈਂ ਹੁਣ ਚਾਹਾਂਗਾ ਕਿ ਸਾਡੇ ਨਾਲ ਜਿਹੜੇ ਦੋਸਤ ਜੁੜੇ ਹੋਏ ਆ, ਕੋਈ ਸਰੀਨ ਸਾਹਿਬ, ਬਰਾੜ ਸਾਹਿਬ, ਜਗਦੀਸ਼ ਜੀ, ਕ੍ਰਿਸ਼ਨ ਦਵੇਸਰ, ਕੁਮਾਰ ਪਵਨਦੀਪੁਰੀ, ਬੈਲ ਮੈਡਮ, ਕੋਈ ਸਵਾਲ ਜਾਂ ਕੋਈ ਕਮੈਂਟ ਕਰਨਾ ਚਾਹੁੰਦਾ ਹੋਵੇ, ਕੋਈ ਮੈਨੂੰ ਦੱਸੇ। ਸਰੀਨ ਸਾਹਿਬ ਪਹਿਲਾਂ, ਬਰਾੜ ਸਾਹਿਬ ਕੁਝ ਕਹਿਣਾ ਚਾਹੁੰਦੇ ਜੀ। ਬਰਾੜ ਸਾਹਿਬ। ਨਹੀਂ, ਬਹੁਤ ਸਤਿ ਸ੍ਰੀ ਅਕਾਲ ਜੀ। ਬਲਕਾਰ ਸਿੱਧੂ ਜੀ ਨੇ, ਇਹਨਾਂ ਦੀ ਤਾਂ ਜ਼ਿੰਦਗੀ ਜਿਹੜੀ ਹੈ ਇਹ ਕਲਾਕਾਰਾਂ ਲਈ, ਜਿਹੜੇ ਖਾਸ ਕਰਕੇ ਹੁਣ ਥੀਏਟਰ ਦੇ ਜਿਹੜੇ ਨਵੇਂ ਜਿਹੜੇ ਆਉਂਦੇ ਉਹਨਾਂ ਲਈ ਤੇ ਇੱਕ ਮਿਸਾਲ ਹੈ। ਇਹ ਕਿਸੇ ਤਰ੍ਹਾਂ ਇਹੋ ਜਿਹਾ ਸਾਧਨ ਬਣਾਉਣਾ ਚਾਹੀਦਾ ਕਿ ਸਾਰਿਆਂ ਨੂੰ ਜਿਹੜਾ ਹੈਗਾ, ਜੇ ਤੁਸੀਂ ਬਣਾਇਆ ਹੀ ਹੈ ਤੇ ਉਹ ਬਹੁਤ ਹੀ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਇਹਨਾਂ ਨੇ ਕਿਵੇਂ ਜ਼ਿੰਦਗੀ ਦੇ ਵਿੱਚ ਸਟਰਗਲ ਕੀਤੀ ਹੈ, ਮਿਹਨਤ ਕੀਤੀ ਹੈ, ਸ਼ੌਕ ਰੱਖਿਆ ਆਪਣੇ ਸਾਰੇ ਪਾਸੇ। ਪਹਿਲਾਂ ਮੈਂ ਸ਼ੁਰੂ ਦੇ ਵਿੱਚ ਇਹਨਾਂ ਦਾ ਸੁਣ ਕੇ ਲੱਗਿਆ ਕਿ ਹੋਲ ਟਾਈਮ ਇਹਨਾਂ ਨੇ ਥੀਏਟਰ ਕੀਤਾ। ਜਦੋਂ ਇਹਨਾਂ ਨੇ ਨਾਲ ਹੀ ਆਪਣੀ ਦੂਸਰੀ ਜ਼ਿੰਦਗੀ ਦਾ ਵੀ ਦੱਸਿਆ ਤੇ ਬਹੁਤ ਹੀ ਅੱਛਾ ਲੱਗਿਆ ਕਿ ਇੱਕ ਕੰਮ ਆਪਣੀ ਜਿਹੜੀ ਹੈਗੀ ਆ ਕਸਬ ਨੂੰ ਵੀ ਕਾਇਮ ਰੱਖਿਆ ਤੇ ਨਾਲ ਦੇ ਨਾਲ ਇਹਨਾਂ ਨੇ ਥੀਏਟਰ ਨੂੰ ਇੰਨਾ ਵੱਡਾ ਯੋਗਦਾਨ ਦਿੱਤਾ। ਇਹਨਾਂ ਦੀਆਂ ਇਹ ਗੱਲਾਂ ਸੁਣ ਕੇ ਬਹੁਤ ਅੱਛਾ ਲੱਗਾ। ਮੇਰੀ ਕੁਝ ਤਬੀਅਤ ਠੀਕ ਨਾ ਹੋਣ ਕਰਕੇ ਮੈਂ ਸੋਚਿਆ ਕਿ ਚਲੋ 5-10 ਮਿੰਟ ਪਰ ਇਹਨਾਂ ਇੱਥੇ ਕੱਢ ਲਵਾਂ। ਪਰ ਇਹਨਾਂ ਦੀ ਜਿਹੜੀ ਇੰਨੀ ਇੰਟਰਸਟਿੰਗ, ਇੰਸਪਾਇਰਿੰਗ ਜਿਹੜੀ ਹੈਗੀ ਹੈ ਜਾਣਕਾਰੀ ਜਿਹੜੀ ਹੈ ਉਹ ਵੇਖ ਕੇ ਲਗਾਤਾਰ ਜਿਹੜਾ ਹੈਗਾ ਇਹਨੇ ਦੇਖਿਆ। ਕੇਵਲ ਜੀ ਤੁਹਾਡਾ ਵੀ ਮੈਂ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਜਿਹੜਾ ਇਨਵਾਈਟ ਕੀਤਾ, ਮੌਕਾ ਦਿੱਤਾ ਜਿਹੜਾ ਤੁਸੀਂ ਇੱਥੇ। ਥੈਂਕ ਯੂ ਬਰਾੜ ਸਾਹਿਬ, ਤੁਸੀਂ ਜਲਦੀ ਨਾਲ ਠੀਕ ਹੋਵੋ, ਸਾਡੀਆਂ ਦੁਆਵਾਂ, ਤੁਸੀਂ ਤੰਦਰੁਸਤ ਹੋਵੋ, ਤੁਸੀਂ ਹਮੇਸ਼ਾ ਤੰਦਰੁਸਤ ਚਾਹੀਦੇ ਹੋ, ਤੇ ਤੁਸੀਂ ਜਲਦੀ ਠੀਕ ਹੋਵੋ। ਫਿਰ ਮੈਂ ਤੁਹਾਡੇ ਨਾਲ ਵੀ ਇੱਕ ਦਿਨ ਗੱਲਾਂ ਕਰਨੀਆਂ ਬਹੁਤ ਸਾਰੀਆਂ ਜੀ। ਅਸੀਂ ਨਾਟਸ਼ਾਲਾ ਜਾ ਕੇ ਆਵਾਂਗੇ। ਹਾਂ, ਆਪਾਂ ਬਲਕਾਰ ਸਿੱਧੂ ਨੂੰ ਲੈ ਕੇ ਆਵਾਂਗੇ ਨਾਟਸ਼ਾਲਾ, ਥੋੜਾ ਕਰੋਨਾ ਖਤਮ ਹੋ ਜਾਣਾ ਜੀ। ਸਿੱਧੂ ਸਾਹਿਬ ਆਪਣਾ ਤੁਸੀਂ ਨਾਟਕ ਵੀ ਲਿਆਉਣਾ ਜ਼ਰੂਰ। ਹਾਂ ਬਿਲਕੁਲ, ਸਾਨੂੰ ਬਹੁਤ ਹੀ ਅੱਛਾ ਲੱਗੇਗਾ। ਹਾਂਜੀ, ਮਿਹਰਬਾਨੀ ਬਰਾੜ ਸਾਹਿਬ, ਬਹੁਤ ਧੰਨਵਾਦ। ਸਰੀਨ ਸਾਹਿਬ ਤੁਸੀਂ ਕੁਝ ਕਹਿ ਰਹੇ ਸੀ ਜੀ। ਸਰੀਨ ਸਾਹਿਬ ਜੀ। ਹਾਂਜੀ, ਬਲਕਾਰ ਸਿੰਘ ਸਿੱਧੂ ਦਾ ਜੋਸ਼ ਹੈ ਨੀ, ਉਹ ਤਾਂ ਵਾਕਈ ਇੰਨਾ ਪਿਆਰਾ ਹੈ ਕਿ ਕੁਝ ਦਿਨਾਂ ਤੋਂ ਹੁਣ ਇਸ ਲੋਕਡਾਊਨ ਦੇ ਵਿੱਚ ਨਾ ਇਹਨਾਂ ਦੀ ਜਿਹੜੀਆਂ ਇੰਟਰਵਿਊਜ਼ ਆਉਂਦੀਆਂ ਜਾਂ ਇਹਨਾਂ ਨਾਲ ਗੱਲਬਾਤ ਹੁੰਦੀ ਹੈ ਉਹ ਵਾਕਈ ਜੋਸ਼ ਦਿਲਾ ਦਿੰਦੀਆਂ। ਇਹਨਾਂ ਨੇ ਜਿਸ ਤਰ੍ਹਾਂ ਆਪਣੀ ਜ਼ਿੰਦਗੀ ਸ਼ੁਰੂ ਕੀਤੀ, ਕਿਵੇਂ ਕੀਤਾ। ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਜਿਹੜਾ ਮੈਂ ਕਦੇ ਨਾਟਕ ਵੇਖਣ ਜਾਣਾ ਉੱਥੇ ਇਹਨਾਂ ਨੇ ਮਿਲ ਜਾਣਾ। ਮੈਂ ਕਿਹਾ ਮੈਨੂੰ ਇੱਕ ਬੰਦਾ ਲੱਗਦਾ ਜਿਹੜਾ ਮੇਰੇ ਵਰਗਾ ਸ਼ੁਦਾਈ ਆ। ਤੇ ਪਰ ਇਹਨਾਂ ਦੇ ਕਮਾਲ ਇਹ ਹੋ ਗਈ ਕਿ ਟੈਗੋਰ ਥੀਏਟਰ ਦੇ ਵਿੱਚ ਜਦੋਂ ਜੁਗਨੀ ਹੋਈ, ਜੁਗਨੀ ਨਾਟਕ ਡਾਂਸ ਡਰਾਮਾ ਲੈ ਕੇ ਆਏ, ਤਾਂ ਇਹਨਾਂ ਦੀ ਜਿਹੜੀ ਪਰਫਾਰਮੈਂਸ ਸੀ ਵੀ ਵਾਕਈ ਕਿ ਇੱਕ ਲਖਨਊ ਤੋਂ ਚੱਲਦੀ ਹੈ ਜੁਗਨੀ, ਤੇ ਲਖਨਊ ਵਾਲਿਆਂ ਨੇ ਬਲਕਾਰ ਨੂੰ ਕਿਵੇਂ ਫੜਿਆ ਔਰ ਇਹਨਾਂ ਨੇ ਉੱਥੇ ਜਿਹੜੇ ਜ਼ਿੰਦਾ ਦਿਲੀ ਦੇ ਨਾਲ ਉਹ ਪੇਸ਼ਕਾਰੀ ਕੀਤੀ, ਉਹ ਅਭੁੱਲ ਹੈ। ਔਰ ਉਹਦੇ ਬਾਰੇ ਮੈਂ ਕਿਹਾ ਸੀ ਕਿ ਜੁਗਨੀ ਆਵੜੀ ਚੰਡੀਗੜ੍ਹ ਜਿਹੜੀ ਹੈ ਕਲਾ ਦੀ ਜੜ, ਉੱਥੇ ਰਹਿੰਦਾ ਸਾਡਾ ਇੱਕ ਬਲਕਾਰ ਜਿਹਨੇ ਕਰਾਤੀ ਪੰਜਾਬੀਆਂ ਦੀ ਜੈ ਜੈਕਾਰ। ਔਰ ਇਹ ਬਾਕੀ ਇਹਨਾਂ ਨੇ ਅੱਜ ਇਹਨਾਂ ਨੇ ਜਿਹੜੀ ਆਪਣੀ ਸਾਰੀ ਦੱਸੀ ਹੈ ਉਹ ਬਹੁਤ ਵਧੀਆ।
ਇਹ ਬਹੁਤ એનર્ਜੈਟਿਕ ਨੇ ਜੀ। ਇਹਨਾਂ ਨੂੰ ਮੈਂ ਸਰੀਨ ਸਾਹਿਬ ਮੈਂ ਇਹਨਾਂ ਦੀਆਂ ਵੀਡੀਓਜ਼ ਦੇਖ ਰਿਹਾ ਸੀ, ਇਹ ਗੋਆ ਬੀਚ ਦੇ ਉੱਤੇ ਭੰਗੜਾ ਪਾ ਰਹੇ ਸੀਗੇ, ਉਹ ਲਹਿਰਾਂ ਦੇ ਨਾਲ ਨਾਲ ਭੰਗੜਾ, ਕਮਾਲ ਹੋਈ ਪਈ ਸੀਗੀ ਉਹਦੇ ਵਿੱਚ। ਬੈਲ ਮੈਡਮ ਜੀ, ਬੈਲ ਮੈਡਮ ਕੁਝ ਕਹਿਣ ਲੱਗੇ ਸੀ ਜੀ। ਬੈਲ ਮੈਡਮ ਤੁਹਾਡਾ ਦੇਖਿਓ। ਹਾਂ ਉਨੀ ਦੇਰ ਕੁਮਾਰ ਪਵਨਦੀਪ ਤੂੰ ਕੁਝ ਕਹਿ ਰਿਹਾ ਸੀ। ਹਾਂਜੀ ਸਿੱਧੂ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪਵਨ ਵੀਰੇ, ਸਤਿ ਸ਼੍ਰੀ ਅਕਾਲ। ਇਹਨਾਂ ਦਾ ਬੀਚ ਦੇ ਉੱਤੇ ਭੰਗੜਾ ਹੀ ਨਹੀਂ, ਮਤਲਬ ਉਹ ਸ਼ਾਊ ਵੀ ਦੇਖਿਆ ਤੇ ਭਰਤਨਾਟਿਅਮ ਵੀ ਦੇਖਿਆ। ਨਹੀਂ ਇਹਨਾਂ ਦੀ એનર્ਜੀ ਨੂੰ ਸਲਾਮ ਹੈ ਜੀ। ਇਹਨਾਂ ਦੀ ਬਿਲਕੁਲ ਬਹੁਤ એનર્ਜੈਟਿਕ ਨੇ ਉਹ। ਮੈਂ ਸਮਝਦਾ ਹੁੰਦਾ ਸੀ ਕਿ ਮੈਂ ਸਭ ਤੋਂ ਵੱਧ એનર્ਜੈਟਿਕ ਹੈ ਥੀਏਟਰ ਵਿੱਚ, ਮੇਥੋਂ ਵੀ ਵੱਧ ਨੇ ਬਲਕਾਰ ਸਿੰਘ ਪੂਰੀ, ਬਹੁਤ એનર્ਜੈਟਿਕ। ਨਹੀਂ ਏਦਾਂ ਨਹੀਂ, ਨਹੀਂ ਰੀਅਲੀ ਤੁਸੀਂ ਬਹੁਤ, ਤੁਹਾਡੀ ਮਿਹਨਤ ਹੈ। ਔਰ ਮੈਂ ਇਹ ਚੀਜ਼ ਲਈ ਬੜਾ ਖੁਸ਼ ਹੋਇਆ ਕਿ ਤੁਸੀਂ ਇੰਨੀ ਟ੍ਰੇਨਿੰਗ ਲਈ ਹੈ ਜਿਹੜੀ। ਇਹ ਬਹੁਤ ਘੱਟ ਲੋਕ ਨੇ, ਬਹੁਤ ਘੱਟ ਲੋਕ ਹੈ ਇਸ ਧਰਤੀ ਤੇ ਕਿ ਜਿਹੜੇ ਆਪਣੇ ਵਾਸਤੇ ਟ੍ਰੇਨਿੰਗ, ਮੈਂ ਉਹਨਾਂ ਦੀ ਜਗਿਆਸਾ ਹੈ ਕਿ ਮੈਂ ਇਹ ਵੀ ਜਾਣ ਲਾ, ਮੈਂ ਇਹ ਵੀ ਜਾਣ ਲਾ, ਮੈਂ ਵੀ ਸਿੱਖ ਲਾਂ, ਆ ਵੀ ਸਿੱਖ ਲਾਂ। ਇਹ ਬਹੁਤ ਘੱਟ ਲੋਕ ਨੇ ਇਸ ਧਰਤੀ ਦੇ ਉੱਤੇ ਕਿ ਆਪਣੀ ਕਲਾ ਨੂੰ ਡਿਵੈਲਪ ਕਰਨ ਲਈ ਉਹ ਕਿੰਨਾ ਕੁਝ ਸਿੱਖਦੇ। ਬੈਲ ਮੈਡਮ ਤੁਸੀਂ ਕੁਝ ਕਹਿਣਾ ਚਾਹੁੰਦੇ ਸੀ? ਹਾਂਜੀ ਬਿਲਕੁਲ ਮੈਂ ਕਹਿਣਾ ਚਾਹੁੰਦੀ, ਮੈਂ ਕਹਿਣਾ ਚਾਹੁੰਦੀ ਹਾਂ ਕਿ ਮੇਰਾ ਦੂਜੀ ਵਾਰੀ ਏਦਾਂ ਆਨਲਾਈਨ ਸਾਖਿਆਤਕਾਰ ਹੋਇਆ। ਇਹਨਾਂ ਦਾ ਪੈਸ਼ਨ, ਇਹਨਾਂ ਦੀ ਜਨੂਨ, ਇਹਨਾਂ ਦੀ ਬੱਚਿਆਂ ਵਰਗੀ ਮਾਸੂਮੀਅਤ ਮੈਨੂੰ ਸੱਚਮੁੱਚ ਘੁੰਮਣ ਸਾਹਿਬ ਉਦਣ ਵੀ ਯਾਦ ਆ ਗਏ ਸੀ, ਅੱਜ ਵੀ ਯਾਦ ਆ ਗਏ। ਇਹ ਸਾਰੇ ਦੇ ਸਾਰੇ ਗੁਣ ਮੈਨੂੰ ਏਦਾਂ ਲੱਗਦਾ ਜਿੱਦਾਂ ਉਹ ਹੀ ਵਾਪਸ ਆ ਗਏ ਹੋਣ। ਮੈਂ ਚਾਹੁੰਦੀ ਹਾਂ ਥੋੜਾ ਜਿਹਾ ਰੋਸ਼ਨੀ ਪਾਇਓ ਕਿ ਉਹਨਾਂ ਨਾਲ ਤੁਹਾਡੀ ਐਸੋਸੀਏਸ਼ਨ ਜਿਹੜੀ ਸੀ ਸੱਚਮੁੱਚ ਇੰਨੀ ਡੀਪ ਸੀ ਕਿ ਤੁਹਾਡੇ ਇੰਨੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਰਿਸੈਂਬਲ ਕਰਦੀਆਂ ਨੇ, ਮਿਲਦੀਆਂ ਨੇ। ਦੇਖੋ ਜੀ ਦੀਦੀ, ਮੈਂ ਸਾਫ਼ ਸਪਸ਼ਟ ਕਰਾਂ ਕਿ ਘੁੰਮਣ ਸਾਹਿਬ, ਆਵਾਜ਼ ਆ ਰਹੀ ਹੈ ਜੀ? ਜੀ ਆ ਰਹੀ ਆਵਾਜ਼ ਆ ਰਹੀ। ਅੱਛਾ ਹਾਂਜੀ ਤੇ ਘੁੰਮਣ ਸਾਹਿਬ ਸਾਡੇ ਮਹਿਕਮੇ ਚ ਬਤੌਰ ਡਾਇਰੈਕਟਰ ਤਾਂ 81-82 ਚ ਰਹੇ, ਲੇਕਿਨ ਉਸ ਤੋਂ ਪਹਿਲਾਂ ਉਹ ਡਿਪਟੀ ਡਾਇਰੈਕਟਰ ਵੀ ਰਹੇ। ਲੇਕਿਨ ਮੇਰੀ ਜਿਹੜੀ ਉਹਨਾਂ ਨਾਲ ਵਾਕਫੀਅਤ ਸੀਗੀ, ਉਹਨਾਂ ਦੇ ਜਿਹੜੇ ਉਹ ਨਾਟਕ ਉਹਨਾਂ ਨੇ, ਭਾਵੇਂ ਪਾਗਲ ਲੋਕ ਸੀ ਜਾਂ ਰਾਣੀ ਕੋਕਲਾਂ ਸੀ ਜਾਂ ਹੋਰ ਕਈ ਨਾਟਕ ਸੀਗੇ, ਜਦੋਂ ਇੱਥੇ ਆਉਂਦੇ ਹੁੰਦੇ ਸੀਗੇ ਉਹ, ਤੇ ਚੰਡੀਗੜ੍ਹ ਉਹਨਾਂ ਨੇ ਆਲੋਚਨਾਤਮਕ ਸਮੀਖਿਆਵਾਂ ਕਰਨੀਆਂ, ਔਰ ਉਹਦੇ ਚ ਉਹਨਾਂ ਨੇ ਆਰਟਿਸਟਾਂ ਦੀ ਕੋਈ ਉਦਾਂ ਦੀ ਖਿੱਚ ਧੂ ਨਹੀਂ ਕਰਨੀ, ਤੇ ਉਹਨਾਂ ਨੂੰ ਬੜਾ ਸੁਜੈਸਟਿਵ ਤੇ ਸਿਹਤਮੰਦ ਉਸਾਰੂ ਰਾਏ ਦੇਣੀ, ਤੇ ਉਹ ਸਾਰੀਆਂ ਗੱਲਾਂ ਮੇਰੇ ਮਾਈਂਡ 'ਚ। ਫਿਰ ਉਹ ਮੇਰੇ ਡਾਇਰੈਕਟਰ ਬਣ ਗਏ। ਫਿਰ ਜਦੋਂ ਅਸੀਂ ਉਹਨਾਂ ਨਾਲ, ਅੱਛਾ ਉਹਨਾਂ ਨੇ ਮੈਨੂੰ ਅਪਾਇੰਟਮੈਂਟ ਜਦੋਂ ਕਰਨੀ ਸੀਗੀ, ਸਿਰਫ ਇਸ ਇਸ਼ੂ ਤੇ ਕੀਤੀ ਵੀ ਕਾਕਾ ਤੂੰ ਥੀਏਟਰ ਕਰਨਾ ਤੇ ਚੰਗੇ ਪਲੇ ਕਰਨੇ ਆ, ਸਫਰੂ ਹੌਸਲ ਵਾਲੇ ਨਹੀਂ ਕਰਨੇ, ਯਾਨੀ ਡਬਲ ਮੀਨਿੰਗ ਵਾਲੇ ਨਹੀਂ ਕਰਨੇ, ਕਿਉਂਕਿ ਉਹ ਜਾਣਦੇ ਸੀਗੇ। ਤੇ ਉਹ ਫਿਰ ਉਹਨਾਂ ਦੀ ਮੈਨੂੰ ਮਤਲਬ ਜਿਹੜਾ ਪਿਆਰ ਇਹਨਾਂ ਮਿਲਦਾ ਰਿਹਾ, ਸਿਰਫ ਮੈਨੂੰ ਇਕੱਲਿਆਂ ਨੂੰ ਨਹੀਂ, ਸਾਡੇ ਮਹਿਕਮੇ ਦੇ ਸਾਰੇ ਲੋਕਾਂ ਨੂੰ, ਈਵਨ ਸਤਿੰਦਰ ਨੰਦਾ ਹੋਰਾਂ ਨੂੰ, ਉਹ ਵੀ ਕੋਈ ਖੁਦ ਨਾਟਕਕਾਰ ਸੀਗੇ, ਤੇ ਉਹਨਾਂ ਨੇ ਨੰਦਾ ਜੀ ਨੂੰ ਕਹਿਣਾ ਵੀ ਮੈਂ ਤੇਰੇ ਨਾਟਕ 'ਚ ਕੰਮ ਕਰਨਾ। ਕਪੂਰ ਸਾਹਿਬ ਨੇ ਕਹਿਣਾ ਵੀ ਮੈਂ ਤੇਰੇ ਨਾਟਕ 'ਚ ਕੰਮ ਕਰਨਾ ਨੰਦੇ, ਤੇ ਉਹ ਮੈਂ ਕਰਨਾ ਇਸ ਕਰਕੇ ਆ ਕਿ IC ਨੰਦਾ ਨੇ ਮੇਰੇ ਨਾਟਕ 'ਚ ਕੰਮ ਕੀਤਾ ਸੀ। यानी घुम्मन साहब के नाटक विच प्रोफैसर IC नंदा ने जैलदार नाटक सीगा ते ओदे विच रोल कीता सी। और जैलदार दे विच क्योंकि दीदी तुहाडे माता जी बीबी मनजीत कौर बतौर महिला कलाकार ओदे च आए सीगे। उस तो पहला भावें उमा अपना गुरबख्श सिंह जी आ चुके सीगे ते बीबी धर्म कौर डॉक्टर हरचरण सिंह उन्हां दे घरों वो भी आ चुके सी। लेकिन कपूर सिंह घुम्मन होरां ने ਤੁਹਾਨੂੰ दो बच्चों भी विच लिआंदा नाटक दे ते अपनी श्रीमती ਨੂੰ भी हौसला ਵਧਾਇਆ ਤੇ ਉਹਨਾਂ ਤੋਂ ਵੀ ਕੰਮ ਕਰਾਇਆ। खैर ਉਹਨਾਂ ਵੇਲਿਆਂ ਦੇ ਵਿੱਚ बड़ा औखा ਸੀ ਇਹ ਕੰਮ ਜਿਹੜਾ ਇਨੀਸ਼ੀਏਟਿਵ ਉਹਨਾਂ ਨੇ ਲਿਆ ਤੇ ਸਾਡੇ ਤਾਂ ਉਹ ਇੱਕ ਪ੍ਰੇਰਨਾ ਸਰੋਤ ਸੀਗੇ। यानी दफ्तर ਦੀ ਮੁਸ਼ਕਲਾਂ ਜਿਹੜੀਆਂ ਆਉਂਦੀਆਂ ਸੀ ਉਹਨਾਂ ਦਾ ਤਾਂ ਹੱਲ ਉਹ ਚੁਟਕੀਆਂ ਚ ਕਰਦੇ ਸੀਗੇ।
ਪਲੱਸ ਜਿਹੜਾ ਆ ਥੀਏਟਰ ਨਾਲ ਸੰਬੰਧਿਤ ਗੱਲਾਂ ਬਾਤਾਂ ਸੀਗੀਆਂ ਨਾ, ਜਦੋਂ ਕੋਈ ਮੁਸ਼ਕਿਲ ਆਉਂਦੀ ਸੀਗੀ ਉਹ ਸਾਨੂੰ ਬੜੇ ਆਰਾਮ ਨਾਲ ਸਮਝਾਉਂਦੇ ਸੀ, ਪਿਆਰ ਨਾਲ। ਔਰ ਆਈ ਐਮ ਲੱਕੀ ਇਨਫ ਕਿ ਮੈਨੂੰ ਉਹਨਾਂ ਨੇ ਭਾਵੇਂ ਬਾਇਓਲੋਜੀਕਲੀ ਉਹ ਤੁਹਾਡੇ ਪਿਤਾ ਜੀ ਸੀਗੇ, ਲੇਕਿਨ ਅਦਰਵਾਈਜ਼ ਸਿੱਖਿਆ ਦੇ ਤੌਰ ਦੇ ਉੱਤੇ ਜਾਂ ਕੁਝ ਗਾਂ ਸਿਖਾਉਣ ਵਾਸਤੇ ਉਹ ਸਾਡੇ ਤੇ ਵੀ ਸਿਰ ਤੇ ਵੀ ਉਹਨਾਂ ਦਾ ਹੱਥ ਰਿਹਾ ਜੀ। क्या बात है, बहुत वधिया, बड़ी खूबसूरत यादां बलकार जी, बहुत मजा आया। मैं एक बस कल दा दिन जेड़ा कल शाम नूं असी कोई साडे नाल होर शख्सियत बाहरों कोई साडे नाल नहीं जुड़दी, कल दा दिन मैं बिजी हां। कल नूं मेरे नाल गल्लां होणीਆਂ ने ਜਿਹੜੇ ਬਲਵੰਤ ਠਾਕੁਰ ਜੰਮੂ ਤੋਂ, ਉਹ ਇੱਕ ਇੰਟਰਨੈਸ਼ਨਲ ਥੀਏਟਰ ਟਾਕ ਕਰਦੇ ਪਏ ਪ੍ਰੋਗਰਾਮ, ਤੇ ਉਹਦੇ ਵਿੱਚ ਕੱਲ 4 ਵਜੇ ਤੋਂ 6 ਵਜੇ ਤੱਕ ਮੈਂ ਬਿਜ਼ੀ ਹੋਵਾਂਗਾ। ਮੈਂ ਉਹਦਾ ਵੈਸੇ ਲਿੰਕ ਸੈਂਡ ਕਰ ਦਾਂਗਾ, ਜੇ ਕੋਈ ਜੁਆਇਨ ਕਰਨਾ ਚਾਹੇ ਉਹਦੇ ਵਿੱਚ ਮੇਰੀਆਂ ਗੱਲਾਂ ਸੁਣਨੀਆਂ ਚਾਹੇ ਤੇ ਉਹ ਚ ਕੱਲ ਆ ਸਕਦਾ, ਉਹਦੇ ਸ਼ਾਮਲ ਹੋ ਸਕਦੇ ਤੁਸੀਂ। ਤੇ ਸੋ ਬਹੁਤ ਸ਼ੁਕਰੀਆ ਬਲਕਾਰ ਜੀ। ਪਰਸੋਂ ਜੀ परसों रिकॉर्डिंग सुनांगे ਤੁਹਾਡੀ। ਜੀ परसों ਨੂੰ ਤੁਸੀਂ ਇੱਕ ਹੋਰ ਚੀਜ਼ ਵੀ ਸੁਣ ਸਕਦੇ। परसों ਨੂੰ ਮੈਂ ਡਾਕਟਰ ਹਰਚਰਨ ਸਿੰਘ ਹੋਰਾਂ ਦੇ ਬੇਟੇ ਦੇ ਨਾਲ, ਹਰਬਖਸ਼ ਲਾਟੇ ਨਾਲ ਗੱਲਾਂ ਕਰਨੀਆਂ। ਵੈਰੀ ਗੁੱਡ ਕਿਉਂਕਿ ਉਹਨਾਂ ਕੋਲ ਬੜੀਆਂ ਯਾਦਾਂ ਨੇ। ਸੋ ਮੈਂ ਇਹੋ ਜਿਹੇ ਕਾਫੀ ਸਾਰੇ ਲੋਕ ਇਹ ਚ ਲੈ ਕੇ ਆ ਰਿਹਾ। ਕੱਲ ਇੱਕ ਬਹੁਤ ਅੱਛੀਆਂ ਗੱਲਾਂ ਹੋਈਆਂ ਸਾਡੇ ਨਾਲ। ਮਹਿੰਦਰ ਕੌਰ ਗੁਜਰਾਲ ਉਹ ਲੇਡੀ ਹੈ ਜਿਨੇ 1958 ਚ ਗੁਰਸ਼ਰਨ ਭਾਜੀ ਦੀ ਸਭ ਤੋਂ ਪਹਿਲੀ ਹੀਰੋਇਨ ਨੰਗਲ ਦੇ ਵਿੱਚ, ਭਾਖੜਾ ਨੰਗਲ ਚ ਜਦੋਂ ਭਾਜੀ ਨੇ ਨਾਟਕ ਸ਼ੁਰੂ ਕੀਤੇ ਤਾਂ ਉਹ ਉਦੋਂ ਕੁੜੀ ਸੀ, ਯੰਗ ਸੀ, 16-17 ਸਾਲ ਦੀ, ਤੇ ਉਸ ਨੂੰ ਮੈਂ ਲੱਭ ਲਿਆ। ਉਹ ਹੁਣ 80 ਸਾਲ ਦੇ ਲਾਗੇ ਚੱਲ ਗਿਆ। ਕਰਦੇ ਨੇ ਜੀ, ਅਨੁਰਾਗ ਕਸ਼ਯਪ ਦੀ ਫਿਲਮ ਦੇ ਵਿੱਚ ਰੋਲ ਕਰਕੇ ਆਏ ਨੇ ਜੀ, ਰੋਲ ਕਰਕੇ ਆਏ। ਕੱਲ ਉਹਨਾਂ ਦੱਸਿਆ, ਮੈਂ ਉਹਨਾਂ ਦੀ ਰਿਕਾਰਡਿੰਗ ਜ਼ਰੂਰ ਸੁਣਾਂਗੀ। ਜ਼ਰੂਰ ਸੁਣਿਓ, ਬਹੁਤ ਸੋਹਣੀਆਂ ਗੱਲਾਂ ਕੀਤੀਆਂ ਉਹਨਾਂ ਨੇ। ਔਰ ਉਹਨਾਂ ਨੇ ਸ਼ੀਲਾ ਭਾਟੀਆ ਨਾਲ ਵੀ ਬਾਅਦ ਕੀਤਾ, ਕਈ ਸੀਰੀਅਲ ਕੀਤੇ, ਔਰ ਬੜਾ ਸੋ ਇਹੋ ਜਿਹੇ ਲੋਕਾਂ ਨਾਲ ਮੈਨੂੰ ਚੰਗਾ ਲੱਗ ਰਿਹਾ ਗੱਲਾਂ ਕਰਨੀਆਂ ਕਿ ਬੜਾ ਇਤਿਹਾਸ ਇਕੱਠਾ ਹੋ ਰਿਹਾ। ਮੈਂ ਅੱਜ ਮੇਰੇ ਖਿਆਲ 85ਵੀਂ ਸ਼ਖਸੀਅਤ ਹੋ ਤੁਸੀਂ ਬਲਕਾਰ ਸਿੱਧੂ ਜੀ, ਲਗਾਤਾਰ, ਤੇ ਅਸੀਂ ਕਰਦੇ ਰਵਾਂਗੇ 100-150 ਜਿੰਨੇ ਵੀ ਅਸੀਂ ਜਿੰਨੇ ਦਿਨ ਗੱਲਾਂ ਕਰ ਸਕੇ। ਲਾਟਾ ਭਾਜੀ ਨਾਲ ਤੁਹਾਡੀ ਭਾਜੀ ਲਾਟਾ ਭਾਜੀ ਨਾਲ ਕਿਦਾਂ ਨਾ, ਕਿਉਂਕਿ ਮੈਂ ਉਹਨਾਂ ਨਾਲ ਉਹਨਾਂ ਦੇ ਲਾਈਟ ਐਂਡ ਸਾਊਂਡ, ਸ਼ੇਰੇ ਪੰਜਾਬ, ਬੋਲੇ ਸੋਨਿਹਾਲ ਚ, ਅਮਰੀਕਾ, ਕੈਨੇਡਾ 99 ਚ, 2002 ਚ ਬੜਾ ਕੰਮ ਕੀਤਾ। ਉਹ ਅੱਜ ਕੱਲ ਵੀ ਕਰੀਦਾ। ਪਰਸੋਂ ਨੂੰ ਹੋਏਗੀ ਭਾਜੀ, ਪਰਸੋਂ 4 ਤਰੀਕ ਨੂੰ 4 ਵਜੇ ਹੋਏਗੀ ਉਹਨਾਂ ਨਾਲ ਗੱਲ, ਤੇ ਮੈਂ ਤੁਹਾਨੂੰ ਲਿੰਕ ਭੇਜ ਦਾਂਗਾ, ਤੁਹਾਨੂੰ ਸਾਰਿਆਂ ਨੂੰ ਭੇਜ ਦਾਂਗਾ ਉਹਨਾਂ ਦਾ ਵੀ ਲਿੰਕ। ਜੀ ਉਹ ਤੁਸੀਂ ਲਿੰਕ ਸਾਡੇ ਆ ਜਿਹੜੇ ਜਿੰਨੇ ਵੀ ਟੋਟਲ ਥੀਏਟਰ, ਕ੍ਰੀਏਟਿਵ ਥੀਏਟਰ, ਜਾਂ ਤੁਹਾਡੇ ਮੈਂ ਪਰਸਨਲੀ ਵੀ ਭੇਜ ਦਿਆਂਗਾ ਤੁਹਾਡੇ ਨੰਬਰਾਂ ਤੇ ਸਾਰਿਆਂ ਤੇ। ਸੋ ਬਹੁਤ ਸ਼ੁਕਰੀਆ ਬਲਕਾਰ ਜੀ, ਬਹੁਤ ਮਜ਼ਾ ਆਇਆ ਤੁਹਾਡਾ, ਬਹੁਤ ਐਕਸਪੀਰੀਅੰਸ ਹੈ, ਬਹੁਤ ਜ਼ਬਰਦਸਤ, ਵੈਰੀ એનર્ਜੈਟਿਕ, ਯਾਨੀ ਕਿ, ਔਰ ਇਹ ਸਾਡੇ ਨੌਜਵਾਨ ਤੁਹਾਡੇ ਕੋਲ ਬਹੁਤ ਕੁਝ ਸਿੱਖਿਆ ਲੈਣਗੇ। ਬਹੁਤ ਸ਼ੁਕਰੀਆ, ਬਹੁਤ ਅੱਛਾ ਲੱਗਾ ਜੀ। ਇਹ ਜਿਹੜਾ ਥੀਏਟਰ ਪਰਿਵਾਰ ਨਾਲ ਮਿਲੇ ਆ, ਬਹੁਤ ਅੱਛਾ ਲੱਗਿਆ। ਇਹ ਹੁਣ ਤੁਸੀਂ ਬਰਾੜ ਸਾਹਿਬ ਰੋਜ਼ ਮਿਲਦੇ ਰਹਿਣਾ, ਤੁਸੀਂ ਬਹੁਤ ਜਲਦੀ ਠੀਕ ਹੋ ਜਾਓਗੇ। ਨਹੀਂ, ਮੈਂ ਬਿਲਕੁਲ ਸੱਚੀ ਗੱਲ ਹੈ। ਸਾਰੀਆਂ ਸ਼ਖਸੀਅਤਾਂ ਦਾ, ਬਰਾੜ ਸਾਹਿਬ ਦਾ, ਜਗਜੀਤ ਸਰੀਨ ਜੀ ਦਾ, ਦੀਦੀ ਨਵਿੰਦਰਾ ਬਹਿਲ ਦਾ, ਹੋਰ ਜਿੰਨੇ, ਪਵਨਵੀਰ ਦਾ, ਤੇ ਸਭ ਤੋਂ ਵੱਧ ਕੇ ਕੇਵਲ ਧਾਲੀਵਾਲ ਹੋਰਾਂ ਨੂੰ ਸਲਾਮ ਸਹਿਤ ਬਹੁਤ ਧੰਨਵਾਦ। ਥੈਂਕ ਯੂ ਬਹੁਤ ਸ਼ੁਕਰੀਆ।